ਪੇਸ਼ ਹੈ ਡਾਕਟਰ ਮਨਜ਼ੂਰ ਏਜਾਜ਼ ਦੀ ਕਿਤਾਬ ਪੰਜਾਬ ਦਾ ਲੋਕ ਇਤਿਹਾਸ ਪੀਪਲਜ਼ ਹਿਸਟਰੀ ਆਫ ਪੰਜਾਬ ਦਾ ਅਧਿਆਇ ਦੂਜਾ ਪੁਰਾਣੇ ਪੰਜਾਬ ਦਾ ਇਤਿਹਾਸ ਹੜੱਪਾ ਵਸੇਬ। ਆਵਾਜ਼ ਮਨਪ੍ਰੀਤ ਸਹੋਤਾ। ਇਹ ਗੱਲ ਪੁਰਾਣੀ ਤੇ ਨਵੀਂ ਕਾਢ ਨਾਲ ਮੰਨੀ ਪਰਮੰਨੀ ਹੋ ਗਈ ਹੈ ਕਿ ਹਿੰਦੁਸਤਾਨ ਵਿੱਚ ਵਸੇਬ ਦਾ ਮੁੱਢ ਪੰਜਾਬ, ਸਿੰਧ ਤੇ ਇਸ ਦੇ ਆਲੇ ਦੁਆਲੇ ਸ਼ੁਰੂ ਹੋਇਆ ਸੀ। ਇਸ ਗੱਲ ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਕਿ ਹਿੰਦੁਸਤਾਨ ਵਿੱਚ ਲਿਖੀ ਜਾਵਣ ਵਾਲੀ ਸਭ ਤੋਂ ਪਹਿਲੀ ਕਿਤਾਬ ਰਿਗਵੇਦ 1700 ਤੋਂ 1100 ਈਸਾ ਪੂਰਵ ਪੰਜਾਬ ਵਿੱਚ ਹੀ ਲਿਖੀ ਗਈ। ਪੰਜਾਬ ਦਾ ਇਤਿਹਾਸ ਲਿਖਣ ਲਈ ਇੱਕ ਹੋਰ ਪੁਰਾਣੀ ਕਿਤਾਬ ਮਹਾਭਾਰਤ 6ਵੀਂ ਸਦੀ ਈਸਾ ਪੂਰਵ ਤੋਂ ਵੀ ਲਾਭ ਲਿਆ ਜਾਂਦਾ ਹੈ। ਇਸ ਗੱਲ ਤੇ ਵੀ ਵਿਚਾਰ ਸਾਂਝੇ ਸਨ ਕਿ ਪਹਿਲਾਂ 3000-4000 ਸਾਲ ਈਸਾ ਪੂਰਵ ਹੜੱਪਾ ਦੀ ਵਸੋਂ ਪ੍ਰਫੁੱਲਤ ਸੀ, ਜਿਹੜੀ ਕਿਸੇ ਕਾਰਨ ਹੌਲੀ-ਹੌਲੀ ਮੁੱਕ ਗਈ ਤੇ ਉਸ ਦੀ ਥਾਂ ਮੱਧ ਏਸ਼ੀਆ ਤੋਂ ਆਉਣ ਵਾਲੇ ਆਰੀਆਵਾਂ ਨੇ ਲੈ ਲਈ। ਖੁਦਾਈ ਵਿੱਚ ਹੜੱਪਾ ਦੀ ਵਸੋਂ ਦੇ ਦੋ ਵੱਡੇ ਸ਼ਹਿਰਾਂ ਹੜੱਪਾ ਤੇ ਮੋਹਨਜਾਦੜੋ ਦੇ ਰਹਿਣ ਸਹਿਣ ਬਾਰੇ ਤਾਂ ਕਾਫੀ ਕੁਝ ਪਤਾ ਲੱਗਦਾ ਹੈ, ਪਰ ਉਹਨਾਂ ਦੀਆਂ ਲਿਖਤਾਂ ਨਹੀਂ ਪੜ੍ਹੀਆਂ ਗਈਆਂ। ਇਸ ਲਈ ਸਾਰੇ ਕਾਢ ਕਰਨ ਵਾਲੇ ਆਰੀਆਵਾਂ ਦੀਆਂ ਦੁਆਵਾਂ ਤੇ ਹਮਦਾਂ ਦੀ ਕਿਤਾਬ ਰਿਗਵੇਦ ਤੇ ਦੂਜੀਆਂ ਧਾਰਮਿਕ ਪੁਸਤਕਾਂ ਤੋਂ ਹੀ ਮੁੱਢਲੀਆਂ ਸ਼ਹਾਦਤਾਂ ਜਾਂ ਗਵਾਹੀਆਂ ਲੈਂਦੇ ਨੇ। ਅੱਗੇ ਵਧਣ ਤੋਂ ਪਹਿਲਾਂ ਅਸੀਂ ਇਤਿਹਾਸ ਦੇ ਮੁੱਢਲੇ ਤੇ ਵਿਚਲੇ ਅਸੂਲ ਤੇ ਗੱਲ ਕਰ ਲਈਏ। ਇਨਸਾਨ ਦਾ ਇਤਿਹਾਸ ਦੱਸਦਾ ਹੈ ਕਿ ਉਹ ਸਭ ਤੋਂ ਪਹਿਲਾਂ ਜੰਗਲਾਂ ਬੇਲਿਆਂ ਵਿੱਚੋਂ ਢਿੱਡ ਭਰਨ ਲਈ ਖਾਦ ਖੁਰਾਕ ਇਕੱਠੀ ਕਰਦਾ ਸੀ ਤੇ ਸਾਰਾ ਗਰੁੱਪ ਆਪਸ ਵਿੱਚ ਵੰਡ ਕੇ ਖਾ ਲੈਂਦਾ ਸੀ। ਉਸ ਵੇਲੇ ਕਿਸੇ ਦੀ ਕੋਈ ਜਾਇਦਾਦ ਨਹੀਂ ਸੀ, ਤਬਕੇ ਜਾਂ ਜਮਾਤਾਂ ਵੀ ਨਹੀਂ ਸਨ, ਟੱਬਰ ਤੇ ਵਿਆਹ ਦਾ ਵੀ ਕੋਈ ਤਸੱਵੁਰ ਨਹੀਂ ਸੀ। ਸਦੀਆਂ ਲਾ ਕੇ ਬੰਦੇ ਨੇ ਪੱਥਰ ਦੇ ਸੰਦ ਤੇ ਹਥਿਆਰ ਬਣਾ ਲਏ ਤੇ ਉਸ ਦੀ ਖਾਦ ਖੁਰਾਕ ਜੰਗਲੀ ਜਾਨਵਰਾਂ ਦੇ ਸ਼ਿਕਾਰ ਨਾਲ ਜੁੜ ਗਈ। ਇਸ ਮੰਜ਼ਲ ਤੇ ਮਰਦ ਦੀ ਹੈਸੀਅਤ ਔਰਤ ਤੇ ਕੁਝ ਭਾਰੂ ਹੋਈ, ਪਰ ਫੇਰ ਜਦ ਔਰਤਾਂ ਨੇ ਵਾਹੀ ਕਰਨ ਦਾ ਢੰਗ ਲੱਭ ਲਿਆ ਤਾਂ ਉਹਨਾਂ ਦਾ ਦਰਜਾ ਵੀ ਮਰਦ ਤੋਂ ਉੱਚਾ ਹੋ ਗਿਆ। ਪਰ ਇਸ ਮੰਜ਼ਲ ਤੇ ਤਬਕਾਵਾਰੀ ਵੰਡ ਨਹੀਂ ਸੀ ਬਣੀ ਤੇ ਇਨਸਾਨ ਦੀ ਇਸ ਮੰਜ਼ਲ ਤੇ ਹੋਂਦ ਨੂੰ ਸਤਯੁਗ ਜਾਂ ਸੱਚਾ ਜ਼ਮਾਨਾ ਕਹਿ ਕੇ ਵਡਿਆਇਆ ਜਾਂਦਾ ਹੈ। ਇਸ ਤੋਂ ਬਾਅਦ ਦੇ ਵਾਰਿਆਂ ਨੂੰ ਤ੍ਰੇਤਾ ਯੁੱਗ, ਦਵਾਪਰ ਯੁੱਗ ਤੇ ਕਲਯੁੱਗ, ਅੱਜ ਦਾ ਭੈੜਾ ਜ਼ਮਾਨਾ ਕਿਹਾ ਜਾਂਦਾ ਹੈ। ਭਾਵੇਂ ਬ੍ਰਾਹਮਣਵਾਦੀਆਂ ਤੇ ਹੋਰ ਅਗਾਂਹ-ਵਧੂ ਲਿਖਾਰੀਆਂ ਉਸ ਜ਼ਮਾਨੇ ਨੂੰ ਬੜਾ ਸੱਚਾ, ਖਰਾ ਤੇ ਮਾਸੂਮ ਕਿਹਾ, ਜਿਸ ਵਿੱਚ ਤਬਕੇ ਨਹੀਂ ਬਣੇ ਸਨ, ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਦੋਂ ਬੰਦਾ ਆਪਣੇ ਬਚਾਅ ਲਈ ਕੁਦਰਤ ਨਾਲ ਬੜੀ ਔਖੀ ਜੰਗ ਲੜ ਰਿਹਾ ਸੀ। ਬੰਦਾ ਮਾਰੂ ਜਾਨਵਰਾਂ ਤੇ ਬਿਮਾਰੀਆਂ ਹੱਥੋਂ ਛੇਤੀ ਮਰ ਜਾਂਦਾ ਸੀ ਤੇ ਉਸ ਦੀ ਔਸਤ ਉਮਰ 30 ਸਾਲ ਸੀ। ਇਸ ਲਈ ਪੁਰਾਣੇ ਵੇਲਿਆਂ ਨੂੰ ਵਡਿਆਉਂਦਿਆਂ ਸਾਨੂੰ ਉਸ ਵੇਲੇ ਦੀਆਂ ਮਾਰਵੀਆਂ ਔਖਤਾਂ ਭਾਵ ਮਾਰ ਦੇਣ ਵਾਲੀਆਂ ਮੁਸ਼ਕਲਾਂ ਵੱਲ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸੇ ਲਈ ਜਦ ਵਾਹੀ ਅੱਗੇ ਵਧੀ, ਖਾਵਣ ਲਈ ਵਾਫਰ ਅਨਾਜ ਪੈਦਾ ਹੋਣਾ ਸ਼ੁਰੂ ਹੋਇਆ, ਤਬਕੇ ਬਣੇ ਤੇ ਸ਼ਹਿਰ ਵੀ ਆਬਾਦ ਹੋਣੇ ਸ਼ੁਰੂ ਹੋਏ। ਇਹ ਹੈ ਆਮ ਇਤਿਹਾਸ, ਪਰ ਇਹ ਕਿਹਾ ਜਾਂਦਾ ਹੈ ਕਿ ਹੜੱਪੀਆਂ ਤੇ ਆਰੀਆਵਾਂ ਦੇ ਅੱਗੇ ਵਧਣ ਦੇ ਢੰਗ ਕੁਝ ਪੱਖਾਂ ਤੋਂ ਵੱਖੋ ਵੱਖਰੇ ਸਨ। ਕੁਝ ਨਾਂ ਦੇ ਸਿਆਣੇ ਇਹ ਦਾਅਵਾ ਵੀ ਕਰਦੇ ਨੇ ਕਿ ਵਾਹੀ ਵਿੱਚ ਵਾਫਰ ਪੈਦਾਵਾਰ ਤੋਂ ਬਿਨਾਂ ਵੀ ਸ਼ਹਿਰ ਵਸ ਸਕਦੇ ਨੇ। ਪਰ ਕਿਵੇਂ? ਕੀ ਸ਼ਹਿਰੀ ਲੋਕ ਘਰਾਂ ਵਿੱਚ ਜਿਣਸਾਂ ਪੈਦਾ ਕਰਦੇ ਸਨ ਜਾਂ ਸ਼ਹਿਰ ਡੰਗਰ ਪਾਲਣ ਵਾਲਿਆਂ ਨੇ ਆਬਾਦ ਕਰ ਲਏ ਸਨ? ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸ਼ਹਿਰਾਂ ਦੀ ਬਣਤਰ ਤੇ ਪ੍ਰਬੰਧ ਲਈ ਬੜੀ ਅਗਾਂਹ-ਵਧੂ ਸੋਚ ਦੀ ਲੋੜ ਹੁੰਦੀ ਹੈ, ਜਿਹੜੀ ਕਈ ਹਜ਼ਾਰ ਸਾਲਾਂ ਤੋਂ ਬਾਅਦ ਆਉਂਦੀ ਹੈ। ਇਸ ਤਰ੍ਹਾਂ ਦੀ ਸੋਚ 1960 ਤੀਕਰ ਵੀ ਪੰਜਾਬ ਜਾਂ ਬਰੇ ਸਗੀਰ ਦੇ ਬਾਕੀ ਵਾਹੀ ਕਰਨ ਵਾਲੇ ਪਿੰਡਾਂ ਵਿੱਚ ਨਹੀਂ ਆਈ ਸੀ ਤੇ ਲੱਗਦਾ ਹੈ ਕਿ ਕਈਆਂ ਪੱਖਾਂ ਤੋਂ 20ਵੀਂ ਸਦੀ ਦਾ ਪੇਂਡੂ ਪੰਜਾਬ ਹੜੱਪੀ ਸ਼ਹਿਰਾਂ ਤੋਂ ਕਿਤੇ ਪਿੱਛੇ ਸੀ। ਇਸ ਬਾਰੇ ਜ਼ਿਕਰ ਪਿਛਲੇ ਅਧਿਆਏ ਵਿੱਚ ਕੀਤਾ ਗਿਆ ਹੈ। ਇਸ ਪੱਖ ਤੋਂ ਵੇਖੀਏ ਤੇ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਤੇ ਨਖੇੜਾ ਤਿੰਨ ਵੱਡੀਆਂ ਮੰਜ਼ਲਾਂ ਤੋਂ ਲੰਘਿਆ ਹੈ। ਪਹਿਲਾ ਦੌਰ ਤਾਂ ਹੜੱਪੇ ਦੀ ਖੁਦਾਈ ਤੋਂ ਪਹਿਲਾਂ ਦਾ ਹੈ, ਜਿਸ ਵਿੱਚ ਇੱਥੋਂ ਦੇ ਇਤਿਹਾਸ ਦਾ ਸਾਰਾ ਗਵੈੜ ਜਾਂ ਅੰਦਾਜ਼ਾ ਰਿਗਵੇਦ ਤੇ ਦੂਜੀਆਂ ਧਾਰਮਿਕ ਕਿਤਾਬਾਂ ਤੋਂ ਲਾਇਆ ਗਿਆ। ਇਸ ਦੌਰ ਵਿੱਚ ਸਭ ਕੁਝ ਕਿਆਸ ਸੀ, ਜਿਹੜਾ ਸੰਸਕ੍ਰਿਤ ਦੀਆਂ ਪੁਰਾਣੀਆਂ ਕਿਤਾਬਾਂ, ਸਲੋਕਾਂ ਤੇ ਕਹਾਣੀਆਂ ਨਾਲ ਘੜਿਆ ਸੀ। ਇਹ ਸਭ ਕੁਝ ਧਾਰਮਿਕ ਲਿਖਤਾਂ ਤੇ ਖੁਰਾਫਾਤ ਤੋਂ ਬਣਾਇਆ ਗਿਆ ਸੀ। ਦੂਜਾ ਦੌਰ ਹੜੱਪੇ ਦੀ ਖੁਦਾਈ ਤੋਂ ਮਗਰੋਂ ਸ਼ੁਰੂ ਹੋਇਆ, ਜਿਸ ਵਿੱਚ ਧਾਰਮਿਕ ਤਫਸੀਲਾਂ ਜਾਂ ਵਿਆਖਿਆਵਾਂ ਨੂੰ ਡੱਕਾ ਲੱਗ ਗਿਆ ਤੇ 7000 ਸਾਲ ਪਹਿਲਾਂ ਦੇ ਅਗਾਂਹ-ਵਧੂ ਸਮਾਜ ਨੂੰ ਮੁੱਖ ਰੱਖ ਕੇ ਇਸ ਇਲਾਕੇ ਦਾ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਣਾ ਸ਼ੁਰੂ ਹੋਇਆ। ਨਵੇਂ ਇਤਿਹਾਸ ਦੀ ਲਿਖਾਈ ਵਿੱਚ ਇਹ ਵੀ ਮੁੱਢਲਾ ਝੇੜਾ ਸੀ ਕਿ ਕੀ ਆਰੀਆ ਬਾਹਰੋਂ ਆਏ ਲੋਕ ਸਨ ਜਾਂ ਇੱਥੋਂ ਦੇ ਵਸਨੀਕ ਸਨ। ਪਿਛਲੀਆਂ 2 ਦਹਾਈਆਂ ਵਿੱਚ ਕਈ ਕਾਢਾਂ ਰਾਹੀਂ ਇਹ ਸਾਬਤ ਕੀਤਾ ਗਿਆ ਕਿ ਆਰੀਆਵਾਂ ਦੇ ਬਾਹਰੋਂ ਆਉਣ ਦੀ ਕਹਾਣੀ ਗਲਤ ਹੈ ਜਾਂ ਇਸ ਵਿੱਚ ਵੱਡੇ ਨੁਕਸ ਨੇ। ਪੰਜਾਬ ਦੇ ਇਤਿਹਾਸ ਦੇ ਨਖੇੜੇ ਦਾ ਤੀਜਾ ਦੌਰ ਪਿਛਲੇ 10 ਸਾਲਾਂ ਵਿੱਚ ਜੈਨੇਟਿਕ ਸਾਇੰਸ ਰਾਹੀਂ ਹੋਇਆ ਹੈ, ਜਿਸ ਵਿੱਚ ਠੋਕਵੇਂ ਢੰਗ ਨਾਲ ਸਾਬਤ ਹੋ ਗਿਆ
ਕਿ ਤਕਰੀਬਨ 1300 ਜਾਂ 1500 ਸਾਲ ਈਸਾ ਪੂਰਵ ਵਿੱਚ ਗਬਲੇ ਏਸ਼ੀਆ ਜਾਂ ਮੱਧ ਏਸ਼ੀਆ ਤੋਂ ਬਹੁਤ ਵੱਡਾ ਟੋਲਾ ਪੰਜਾਬ ਆਇਆ ਤੇ ਇੱਥੇ ਦੀ ਵਸੋਂ ਵਿੱਚ ਮੁੱਢਲੀਆਂ ਅਦਲਾ ਬਦਲੀਆਂ ਨਾਲ ਨਵਾਂ ਵਸੇਬੀ ਵਾਧਾ ਹੋਇਆ। ਜੀਨੀਆਤੀ ਸਾਇੰਸ ਨੇ ਬਹੁਤ ਸਾਰੀਆਂ ਬਹਿਸਾਂ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਪੱਕੇ ਠੱਕੇ ਫੈਸਲੇ ਦੇ ਦਿੱਤੇ ਨੇ, ਜਿਨ੍ਹਾਂ ਦਾ ਅਸੀਂ ਇਸ ਅਧਿਆਏ ਵਿੱਚ ਖੁਲਾਸਾ ਦਿਆਂਗੇ। ਪੰਜਾਬ ਦੇ ਨਾਂ ਬਾਰੇ ਇਹ ਹੈ ਕਿ ਰਿਗਵੇਦ ਵਿੱਚ ਇਸ ਨੂੰ ਸਪਤ ਸਿੰਧੂ ਜਾਂ 7 ਦਰਿਆਵਾਂ ਵਾਲਾ ਕਿਹਾ ਗਿਆ ਹੈ ਤੇ ਇਹ 7 ਦਰਿਆ ਸਿੰਧ, ਵਿਤਸਤਾ ਜਾਂ ਜੇਹਲਮ, ਅਸਕਨੀ, ਚਨਾਬ, ਪੁਰੁਸ਼ਨੀ ਜਾਂ ਇਰਾਵਤੀ, ਭਾਵ ਰਾਵੀ, ਵਿਪਾਸਾ ਜਾਂ ਬਿਆਸ, ਸ਼ਤਦਰੂ, ਸਤਲੁਜ ਤੇ ਸਰਸਵਤੀ ਨੇ। ਮਹਾਭਾਰਤ ਵਿੱਚ ਪੰਜਾਬ ਨੂੰ ਆਰਟ, ਸੰਸਕ੍ਰਿਤ ਵਿੱਚ ਆਰਾਸ਼ਟਰ ਜਾਂ ਅੰਗਰੇਜ਼ੀ ਵਿੱਚ ਕਿੰਗਲੈਸ ਕੰਟਰੀ ਤੇ ਇਸ ਦੇ ਲੋਕਾਂ ਨੂੰ ਬਲਹੀਕ ਜਾਂ ਬਾਹਲੀਕ ਕਿਹਾ ਗਿਆ ਹੈ। ਸੰਸਕ੍ਰਿਤ ਦੀ ਵਿਆਕਰਣ ਦੇ ਮਹਾਨ ਵਿਦਵਾਨ ਪਾਣਿਨੀ, ਜੋ 4ਥੀ ਸਦੀ ਈਸਾ ਪੂਰਵ ਵਿੱਚ ਹੋਏ ਨੇ ਇਸ ਨੂੰ ਵਾਹੀਕ ਕਿਹਾ ਹੈ। ਪੰਜਾਬ ਦਾ ਇੱਕ ਹੋਰ ਨਾਂ ਮਦਰ ਦੇਸ ਵੀ ਸੀ ਤੇ ਯੂਨਾਨੀਆਂ ਨੇ ਇਸ ਨੂੰ ਪੁੰਟਾਪੋਟਾਮੀਆ ਜਾਂ ਪੈਟਾਪੋਟਾਮੀਆ ਜਾਂ 5 ਦਰਿਆ ਕਿਹਾ ਹੈ। ਮੁਹੰਮਦ ਆਸਿਫ ਖਾਨ ਹੋਰਾਂ ਦੀ ਪੰਜਾਬ ਦੀ ਵੱਖ-ਵੱਖ ਨਾਵਾਂ ਬਾਰੇ ਤੇ ਇਸ ਲਫ਼ਜ਼ ਦੇ ਪਹਿਲੀ ਵਾਰੀ ਵਰਤੇ ਜਾਣ ਬਾਰੇ ਕੀਤੀ ਕਾਢ ਪੜ੍ਹਨਯੋਗ ਹੈ। ਇਹ ਵੀ ਕਿਹਾ ਗਿਆ ਹੈ ਕਿ ਇਬਨ ਬਤੂਤਾ 14ਵੀਂ ਸਦੀ ਵਿੱਚ ਇੱਥੇ ਆਇਆ ਸੀ ਤੇ ਉਸ ਨੇ ਪਹਿਲੀ ਵਾਰੀ ਪੰਜਾਬ ਲਫ਼ਜ਼ ਵਰਤਿਆ ਸੀ। ਹੜੱਪਾ ਵਸੇਬ ਦੀਆਂ ਲਿਖਤਾਂ ਪੜ੍ਹੀਆਂ ਨਹੀਂ ਗਈਆਂ, ਪਰ ਉਸ ਵੇਲੇ ਦੇ ਦੂਜੇ ਵੱਡੇ ਵਸੇਬ ਮੈਸੋਪੋਟਾਮੀਆ ਦੀਆਂ ਲਿਖਤਾਂ ਵਿੱਚ ਇੱਥੋਂ ਦੇ ਲੋਕਾਂ ਨੂੰ ਮੁੱਲੋਹਾ ਦੱਸਿਆ ਗਿਆ। ਵੇਦਾਂ ਵਿੱਚ ਇੱਥੋਂ ਦੇ ਮੁਕਾਮੀ ਲੋਕਾਂ ਲਈ ਦਸੇਵ ਜਾਂ ਦਾਸ ਦਾ ਲਫ਼ਜ਼ ਵੀ ਵਰਤਿਆ ਗਿਆ ਹੈ। ਹੜੱਪਾ ਦੇ ਖੰਡਰਾਂ ਦਾ ਕੋਈ 1826 ਵਿੱਚ ਪਤਾ ਲੱਗਾ ਸੀ ਤੇ ਇਸ ਦੀ ਪਹਿਲੀ ਖੁਦਾਈ 1920-1921 ਵਿੱਚ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵੱਲੋਂ ਹੋਈ ਸੀ। ਜੇ ਫਲੀਟ ਨੂੰ 1912 ਵਿੱਚ ਹੜੱਪਾ ਦੀਆਂ ਮੋਹਰਾਂ ਤੇ ਸਿੱਕੇ ਮਿਲੇ ਸਨ, ਜਿਸ ਤੋਂ ਮਗਰੋਂ ਹੋਵਣ ਵਾਲੀ ਖੁਦਾਈ ਦਾ ਕੰਮ ਸਰ ਜੌਨ ਮਾਰਸ਼ਲ ਦੀ ਅਗਵਾਈ ਵਿੱਚ ਰਾਏ ਬਹਾਦਰ ਦਿਆਰ ਰਾਮ ਸਾਨੀ ਤੇ ਮਾਧੋ ਸਰੂਪ ਵਤਸ ਨੇ ਮਿਲ ਕੇ ਕੀਤਾ ਤੇ ਹੜੱਪਾ ਦੀ ਵਸੋਂ ਦੇ ਪੂਰੇ ਸਬੂਤ ਮਿਲ ਗਏ। ਸਿਰਫ ਹੜੱਪਾ ਦੀ ਖੁਦਾਈ ਰਾਹੀਂ ਲੱਭਣ ਵਾਲੇ ਪੁਰਾਣੇ ਵਸੇਬ ਨੇ ਹਿੰਦੂ ਧਾਰਮਿਕ ਕਿਤਾਬਾਂ ਰਾਹੀਂ ਇਤਿਹਾਸ ਜੋੜਨ ਦੇ ਢੰਗ ਤੇ ਹੁੰਜਾ ਫੇਰ ਦਿੱਤਾ। ਇਸ ਖੁਦਾਈ ਤੋਂ ਪਹਿਲਾਂ ਸਾਰੇ ਇਤਿਹਾਸ ਦੀ ਉਸਾਰੀ ਪੰਜਾਬ ਵਿੱਚ ਲਿਖੇ ਜਾਣ ਵਾਲੇ ਪਹਿਲੇ ਗ੍ਰੰਥ ਰਿਗਵੇਦ ਤੇ ਹੋਰ ਧਾਰਮਿਕ ਕਿਤਾਬਾਂ ਰਾਹੀਂ ਕੀਤੀ ਜਾ ਰਹੀ ਸੀ। ਵੇਦਾਂ, ਉਪਨਿਸ਼ਦਾਂ ਤੇ ਪੁਰਾਣਾਂ ਰਾਹੀਂ ਬ੍ਰਾਹਮਣਾਂ ਦਾ ਘੜਿਆ ਇਤਿਹਾਸ ਥੇ ਹੋ ਗਿਆ ਤੇ ਹੜੱਪਾ ਵਸੇਬ, ਜਿਹੜਾ ਰਿਗਵੇਦ ਤੋਂ ਬਹੁਤ ਪਹਿਲਾਂ ਸੀ, ਦੀ ਮਾਦੀ ਜਾਂ ਪਦਾਰਥਕ ਪੱਖ ਤੋਂ ਫੋਲਾ-ਫਾਲੀ ਸ਼ੁਰੂ ਹੋਈ, ਪਰ ਬ੍ਰਾਹਮਣਵਾਦੀਆਂ ਨੇ ਰਿਗਵੇਦ ਤੋਂ ਇਤਿਹਾਸ ਸ਼ੁਰੂ ਕਰਨ ਦੀ ਲਾਹਨਤ ਨਹੀਂ ਛੱਡੀ। ਹੜੱਪਾ ਤੇ ਮੋਹਿੰਜਾਦੜੋ ਦੀਆਂ ਖੁਦਾਈਆਂ ਨਾਲ ਇਸ ਵਸੋਂ ਦਾ ਮੁੱਢਲਾ ਇਤਿਹਾਸ ਹੀ ਬਦਲ ਗਿਆ ਤੇ ਇਹ ਮੰਨਿਆ ਜਾਣ ਲੱਗ ਪਿਆ ਕਿ ਪੰਜਾਬ ਤੇ ਸਿੰਧ ਦਾ ਵਸੇਬ ਆਪਣੇ ਵੇਲਿਆਂ ਵਿੱਚ ਸਭ ਤੋਂ ਉੱਚੀ ਥਾਂ ਤੇ ਸੀ। ਸਰ ਜੌਨ ਮਾਰਸ਼ਲ ਆਪਣੀ ਕਿਤਾਬ ਦੇ ਦਿਬਾਚੇ ਜਾਂ ਭੂਮਿਕਾ ਵਿੱਚ ਕਹਿੰਦੇ ਨੇ, ਆਰੀਆ ਦਾ ਉਦੋਂ ਕਿਸੇ ਨੇ ਨਾਂ ਵੀ ਨਹੀਂ ਸੀ ਸੁਣਿਆ ਹੋਣਾ ਜਦੋਂ 5000 ਸਾਲ ਪਹਿਲਾਂ, ਜੇ ਬਾਕੀ ਹਿੰਦੁਸਤਾਨ ਵਿੱਚ ਨਹੀਂ ਤਾਂ ਪੰਜਾਬ ਤੇ ਸਿੰਧ ਵਿੱਚ ਇੱਕੋ ਜਿਹੇ ਰੰਗ ਵਾਲੀ ਬੜੀ ਅਗਾਂਹ ਵਧੂ ਵਸੋਂ ਪ੍ਰਫੁੱਲਤ ਸੀ। ਇਹ ਮੈਸੋਪੋਟਾਮੀਆ ਤੇ ਮਿਸਰ ਦੇ ਵਸੇਬਾਂ ਜਿਹੀ ਸੀ ਤੇ ਸਗੋਂ ਉਹਨਾਂ ਤੋਂ ਵੱਧ ਸੀ। ਫੇਰ ਉਹ ਇਹ ਵੀ ਆਖਦੇ ਨੇ, ਮੋਹਨਜਾਦੜੋ ਤੇ ਹੜੱਪਾ ਦੀਆਂ ਦੋਹਾਂ ਥਾਵਾਂ ਤੋਂ ਇੱਕ ਗੱਲ ਸਾਫ਼-ਸਾਫ਼ ਬਿਨਾਂ ਕਿਸੇ ਸਵਾਲ ਜਵਾਬ ਦੇ ਸਾਹਮਣੇ ਆਉਂਦੀ ਹੈ। ਇਹਨਾਂ ਦੋਹਾਂ ਥਾਵਾਂ ਤੇ ਵਸੇਬ ਨਵਾਂ-ਨਵਾਂ ਪੈਦਾ ਨਹੀਂ ਸੀ ਹੋਇਆ, ਸਗੋਂ ਇਹ ਹੰਢਿਆ ਹੋਇਆ ਸਦੀਆਂ ਪੁਰਾਣਾ ਸੀ ਤੇ ਬੰਦੇ ਦੀਆਂ ਸ਼ਕਤੀਆਂ ਦਾ ਵਿਖਾਲਾ ਸੀ। ਇਸ ਨੂੰ ਇੰਜ ਹੀ ਮੰਨਿਆ ਜਾਣਾ ਚਾਹੀਦਾ ਹੈ ਜਿਵੇਂ ਇਰਾਨੀ, ਮੈਸੋਪੋਟਾਮੀਆ ਤੇ ਮਿਸਰ ਨੂੰ। ਪਹਿਲਾਂ ਹੜੱਪਾ ਵਸੇਬ ਦੇ 2 ਵੱਡੇ ਸ਼ਹਿਰ ਹੜੱਪਾ ਤੇ ਮੋਹਨਜਾਦੜੋ ਹੀ ਲੱਭੇ ਸਨ ਤੇ ਇਸ ਗੱਲ ਤੇ ਹੈਰਾਨੀ ਕੀਤੀ ਜਾ ਰਹੀ ਸੀ ਕਿ ਇਹ ਵਸੇਬ ਐਡੀ ਛੋਟੀ ਥਾਂ ਤੀਕਰ ਕਿਉਂ ਰਿਹਾ। ਪਰ ਫਿਰ ਗੁਜਰਾਤ, ਰਾਜਸਥਾਨ ਤੇ ਹਰਿਆਣਾ ਵਿੱਚ ਕਈ ਦਰਜਨਾਂ ਸ਼ਹਿਰ ਬਸਤੀਆਂ ਮਿਲ ਗਈਆਂ ਜਿਨ੍ਹਾਂ ਤੋਂ ਇਸ ਵਸੇਬ ਦੇ ਖਿਲਾਰ ਦਾ ਪਤਾ ਲੱਗਦਾ ਹੈ। ਇਹੀ ਨਹੀਂ, ਸਗੋਂ ਇਹ ਵੀ ਪਤਾ ਲੱਗਾ ਕਿ ਹੜੱਪਾ ਤੋਂ ਪਹਿਲਾਂ ਵੀ ਸ਼ਹਿਰੀ ਵਸੇਬ ਵਜੂਦ ਵਿੱਚ ਆ ਚੁੱਕੇ ਸਨ। 1974 ਵਿੱਚ ਇੱਕ ਫਰਾਂਸੀਸੀ ਖੋਜਕਾਰ ਟੀਮ ਨੇ ਬਲੋਚਿਸਤਾਨ ਵਿੱਚ ਮਹਿਰਗੜ੍ਹ, ਜੋ ਬਲੋਚਿਸਤਾਨ ਵਿੱਚ ਬੋਲਾਨ ਦਰਿਆ ਉੱਤੇ ਹੈ, ਦੇ ਮੁਕਾਮ ਤੇ ਖੁਦਾਈ ਕਰਕੇ ਇਹ ਸਾਬਤ ਕਰ ਦਿੱਤਾ ਕਿ ਇਹ ਥਾਂ 7000 ਸਾਲ ਈਸਾ ਪੂਰਵ ਸ਼ਹਿਰ ਦੀ ਸੂਰਤ ਵਿੱਚ ਵਸੀ ਹੋਈ ਸੀ ਤੇ ਉੱਥੇ ਵਾਹੀ ਵੀ ਹੁੰਦੀ ਸੀ। ਜਾਨਵਰਾਂ ਨੂੰ ਵੀ ਪਾਲਤੂ ਬਣਾ ਲਿਆ ਗਿਆ ਹੋਇਆ ਸੀ। ਉੱਥੇ ਕਪਾਹ ਤੇ ਹੋਰ ਧਾਤਾਂ ਦੀ ਵਰਤੋਂ ਵੀ ਹੁੰਦੀ ਸੀ। ਇਹ ਪੂਰੇ ਏਸ਼ੀਆ ਵਿੱਚ ਵਾਹੀ ਬੀਜੀ ਦੀ ਪਹਿਲੀ ਥਾਂ ਸੀ। ਇਹ ਹੀ ਵਸੋਂ ਢਹਿ ਕੇ ਬਾਅਦ ਵਿੱਚ ਹੜੱਪਾ ਦੇ ਅਗਾਂਹ ਵਧੂ ਵਸੇਬ ਵਿੱਚ ਬਦਲੀ। ਇਸ ਸਾਰੀ ਵਾਰਤਾ ਤੋਂ ਇਹ ਗੱਲ ਸਾਬਤ ਹੁੰਦੀ ਨਜ਼ਰ ਆਉਂਦੀ ਹੈ ਕਿ ਰਿਗਵੇਦ ਦੇ ਲਿਖੇ ਜਾਣ ਤੋਂ ਪਹਿਲਾਂ ਵਾਹੀ ਕਾਫੀ ਅੱਗੇ ਵੱਧ ਚੁੱਕੀ ਸੀ। ਹੜੱਪਾ ਦੀ ਵਸੋਂ ਵਿੱਚ ਜੌਂ ਤੇ ਕਣਕ ਦੇ ਨਾਲ-ਨਾਲ ਕਪਾਹ ਉਗਾਉਣ ਬਾਰੇ ਕੋਈ ਸ਼ੱਕ ਨਹੀਂ ਰਹਿ ਗਿਆ। ਹੜੱਪੇ ਵਸੇਬ ਦੀ ਜਾਣਕਾਰੀ ਤੋਂ ਬਾਅਦ ਵੀ ਕੁਝ ਵਿਚਾਰਵਾਨ ਆਰੀਆਵਾਂ ਦੇ ਆਉਣ ਨੂੰ ਮਨਘੜਤ ਕਹਾਣੀ ਕਹਿੰਦੇ ਸਨ
ਤੇ ਇਹ ਨਜ਼ਰੀਆ ਪੇਸ਼ ਕਰਦੇ ਸਨ ਕਿ ਵੇਦਾਂ ਵਿੱਚ ਦੱਸੀਆਂ ਜੰਗਾਂ ਬਾਹਰੋਂ ਆਉਣ ਵਾਲਿਆਂ ਤੇ ਮੁਕਾਮੀ ਲੋਕਾਂ ਵਿੱਚ ਨਹੀਂ, ਸਗੋਂ ਇੱਥੇ ਰਹਿਣ ਵਾਲਿਆਂ ਦੀਆਂ ਆਪਸੀ ਜੰਗਾਂ ਸਨ। 20ਵੀਂ ਸਦੀ ਵਿੱਚ ਵੀ ਪੰਜਾਬ ਦੇ ਹਿੰਦੂ ਵਿਦਵਾਨਾਂ ਤੇ ਸਿਆਸੀ ਆਗੂਆਂ ਦਾ ਨਜ਼ਰੀਆ ਸੀ ਕਿ ਆਰੀਆਵਾਂ ਦਾ ਅਸਲ ਦੇਸ਼ ਪੰਜਾਬ ਹੀ ਸੀ। ਉਹ ਇੱਥੋਂ ਹੀ ਨਿਕਲ ਕੇ ਗੰਗਾ ਜਮਨਾ ਵਾਦੀ ਵਿੱਚ ਹੀ ਨਹੀਂ, ਸਗੋਂ ਉਹਨਾਂ ਦੇ ਵਪਾਰੀ ਤਬਕੇ ਪੰਨੀ ਜਾਂ ਟਰੇਡਰਜ਼ ਨੇ ਮਿਸਰ ਤੇ ਹੋਰ ਥਾਵਾਂ ਵਿੱਚ ਨਵੇਂ ਵਸੇਬ ਉਸਾਰੇ। ਇਸ ਤਰ੍ਹਾਂ ਦੇ ਸਾਰੇ ਵਿਚਾਰ ਸਾਨੂੰ ਭਾਈ ਪਰਮਾਨੰਦ ਜੀ ਦੀ ਕਿਤਾਬ ਤਾਰੀਖ ਪੰਜਾਬ ਵਿੱਚ ਪੇਸ਼ ਕੀਤੇ ਮਿਲਦੇ ਨੇ। ਮਿਸਾਲ ਦੇ ਤੌਰ ਤੇ ਉਹ ਕਹਿੰਦੇ ਨੇ, ਪੰਜਾਬ ਹੀ ਆਰੀਆ ਵਸੇਬ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਘਰ ਸੀ। ਬਾਅਦ ਵਿੱਚ ਅਸੀਂ ਵੇਖਦੇ ਹਾਂ ਕਿ ਇਹ ਵਸੇਬ ਪੰਜਾਬ ਤੋਂ ਚੱਲ ਕੇ ਗੰਗਾ ਵਾਦੀ ਵਿੱਚ ਕਾਇਮ ਹੋ ਗਿਆ ਤੇ ਉੱਥੇ ਇਸ ਦੀ ਅਜਿਹੀ ਚੜ੍ਹਤ ਹੋਈ ਕਿ ਇਸ ਦਾ ਉਹ ਵਤਨ ਦੱਸਿਆ ਜਾਣ ਲੱਗ ਪਿਆ। ਪੰਨੀ ਜਾਂ ਵਪਾਰੀ ਲੋਕ ਸਪਤ ਸਿੰਧੂ ਤੋਂ ਵੱਖਰੇ ਹੋ ਗਏ ਤੇ ਮਾਲਾਬਾਰ ਦੇ ਕੰਢਿਆਂ ਤੇ ਆਬਾਦ ਹੋ ਗਏ। ਉੱਥੇ ਉਹਨਾਂ ਨੇ ਮੁਕਾਮੀ ਚੋਲ ਤੇ ਪਾਂਡਿਆ ਲੋਕਾਂ ਤੇ ਵੱਡਾ ਅਸਰ ਪਾਇਆ ਤੇ ਉਹਨਾਂ ਨੂੰ ਧਾਤਾਂ ਦੀ ਵਰਤੋਂ ਤੇ ਜਹਾਜ਼ ਬਣਾਉਣੇ ਸਿਖਾਏ। ਚੋਲ ਤੇ ਪਾਂਡਿਆਂ ਨੇ ਰਲ ਕੇ ਇੱਕ ਨਵੇਂ ਵਸੇਬ ਦਾ ਮੁੱਢ ਰੱਖਿਆ। ਬਾਅਦ ਵਿੱਚ ਇਹ ਦੋਵੇਂ ਨਸਲਾਂ ਮੈਸੋਪੋਟਾਮੀਆ ਤੇ ਮਿਸਰ ਵਿੱਚ ਆਬਾਦ ਹੋ ਗਈਆਂ। ਚੋਲ ਤੋਂ ਚਲਡੀਅਨ ਤੇ ਪਾਂਡਿਆਂ ਤੋਂ ਮਿਸਰ ਦਾ ਵਸੇਬ ਬਣਿਆ। ਬਾਅਦ ਵਿੱਚ ਇਹਨਾਂ ਹੀ ਸਿਮੈਟਿਕ ਜਾਂ ਯਹੂਦੀ ਤੇ ਯੂਰਪ ਦੀਆਂ ਕੌਮਾਂ ਦੇ ਵਸੇਬ ਬਣਾਉਣ ਵਿੱਚ ਹਿੱਸਾ ਪਾਇਆ। ਇਹ ਕਿਤਾਬ ਪੰਜਾਬ ਦੇ ਸਿਰਕੱਢਵੇਂ ਲੀਡਰ ਲਾਲਾ ਲਾਜਪਤ ਰਾਏ ਵੱਲੋਂ ਖਾਸ ਤੌਰ ਤੇ ਛਪਾਈ ਗਈ ਸੀ। ਕਾਫੀ ਹੱਦ ਤਾਈਂ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਉਹ ਲਾਲਾ ਲਾਜਪਤ ਰਾਏ ਨੇ ਜਿਨ੍ਹਾਂ ਆਪਣੀ ਟੀਬੀ ਨਾਲ ਮਰਨ ਵਾਲੀ ਮਾਂ ਦੇ ਨਾਂ ਤੇ ਲਾਹੌਰ ਵਿੱਚ ਗੁਲਾਬ ਦੇਵੀ ਹਸਪਤਾਲ ਬਣਵਾਇਆ ਸੀ ਤੇ ਸਭ ਤੋਂ ਪਹਿਲਾਂ ਪੰਜਾਬ ਨੂੰ ਧਰਮ ਦੀ ਪੱਧਰ ਤੇ ਹਿੰਦੂ ਤੇ ਮੁਸਲਮਾਨ ਰਿਆਸਤਾਂ ਵਿੱਚ ਵੰਡਣ ਦਾ ਮਤਾ ਦਿੱਤਾ ਸੀ। ਜਿਹੜਾ ਪਾਕਿਸਤਾਨ 1947 ਵਿੱਚ ਬਣਿਆ, ਉਹ ਸਗੋਂ ਮਹਾਸਭਾਈ ਲਾਲਾ ਲਾਜਪਤ ਰਾਏ ਦੇ 1924 ਦੇ ਮਤੇ ਮੁਤਾਬਕ ਸੀ। ਪੰਜਾਬ ਦੇ ਮਹਾਸਭਾਈਆਂ ਦਾ ਆਰੀਆਂ ਬਾਰੇ ਜੋ ਨਜ਼ਰੀਆ ਸੀ, ਉਹ ਬਹੁਤੇ ਸੱਜੇ ਧਾਰਮਿਕ ਪੱਖ ਨਾਲ ਤੇ ਖੱਬੇ ਸਮਾਜ ਦੁਸ਼ਮਣੀ ਭਾਰੋਂ ਪਾਸੇ ਦੇ ਹਿੰਦੂ ਵਿਦਵਾਨਾਂ ਨੇ ਧਮਾਉਣਾ ਸ਼ੁਰੂ ਕਰ ਦਿੱਤਾ। ਸਾਇੰਸ ਪੱਧਰ ਤੇ ਵੀ ਇਸ ਨਜ਼ਰੀਏ ਨੂੰ ਸਾਬਤ ਕਰਨ ਦਾ ਯਤਨ ਕੀਤਾ ਗਿਆ ਤੇ ਦਲੀਲ ਦਿੱਤੀ ਗਈ ਕਿ ਬਰੇ ਸਗੀਰ ਜਾਂ ਉਪ ਮਹਾਦੀਪ ਦੀਆਂ 70% ਜ਼ਨਾਨੀਆਂ ਦੇ ਜੀਨ ਇੱਕ ਹੀ ਨੇ ਤੇ ਇਸ ਲਈ ਆਰੀਆਵਾਂ ਦੇ ਬਾਹਰੋਂ ਆਉਣ ਦੀ ਕਹਾਣੀ ਦਰੁਸਤ ਨਹੀਂ। ਆਰੀਆਵਾਂ ਦੇ ਬਾਹਰੋਂ ਆਉਣ ਦੀ ਕਹਾਣੀ ਨੂੰ ਗਲਤ ਸਾਬਤ ਕਰਨਾ ਪਹਿਲਾਂ ਹਿੰਦੂ ਕੌਮ ਪ੍ਰਸਤਾਂ ਦਾ ਸਿਆਸੀ ਏਜੰਡਾ ਸੀ ਤੇ ਬਾਅਦ ਵਿੱਚ ਹਿੰਦੂਤਵਾ ਦੇ ਪ੍ਰਚਾਰਕਾਂ ਨੇ ਇਹ ਕੰਮ ਸਾਂਭ ਲਿਆ। ਕੌਮ ਪ੍ਰਸਤਾਂ ਦਾ ਮਕਸਦ ਹਰ ਕੀਮਤ ਤੇ ਹਿੰਦੁਸਤਾਨ ਨੂੰ ਇੱਕ ਕੌਮ ਸਾਬਤ ਕਰਨਾ ਸੀ ਤੇ ਹਿੰਦੂਤਵਾ ਵਾਲਿਆਂ ਦਾ ਨਿਸ਼ਾਨਾ ਸਭ ਨੂੰ ਇੱਕ ਸਾਬਤ ਕਰਕੇ ਸਿਰਫ ਮੁਸਲਮਾਨਾਂ ਨੂੰ ਦੁਸ਼ਮਣ ਤੇ ਗੈਰ ਸਾਬਤ ਕਰਨਾ ਸੀ। ਕੁਝ ਨੂੰ ਛੱਡ ਕੇ ਖੱਬੇ ਪਾਸੇ ਦੇ ਵਿਦਵਾਨ ਵੀ ਆਰੀਆਵਾਂ ਦੇ ਬਾਹਰੋਂ ਆਉਣ ਨੂੰ ਬਸਤੀਵਾਦੀਆਂ ਦਾ ਹਿੰਦੁਸਤਾਨੀਆਂ ਵਿੱਚ ਪਾੜ ਪਾਉਣ ਲਈ ਘੜਿਆ ਸਾਜ਼ਿਸ਼ੀ ਨਜ਼ਰੀਆ ਦੱਸਦੇ ਸਨ। ਇਹਨਾਂ ਸਾਰਿਆਂ ਦਾ ਸਾਂਝਾ ਮਕਸਦ ਹਿੰਦੁਸਤਾਨ ਅੰਦਰ ਵਸਦੀਆਂ ਵੱਖ-ਵੱਖ ਕੌਮਾਂ ਦੀ ਵੱਖਰੀ ਪਛਾਣ ਨੂੰ ਮੁਕਾਉਣਾ ਸੀ। ਪੰਜਾਬ ਦੀ ਕਈਆਂ ਸਦੀਆਂ ਤੀਕਰ ਆਪਣੀ ਵੱਖਰੀ ਪਛਾਣ, ਇਤਿਹਾਸ ਤੇ ਸਮਾਜੀ ਸੁਭਾਅ ਸੀ। ਜਾਲੀ ਏਕਤਾ ਘੜਨ ਵਾਲੇ ਇਹਨੂੰ ਹਿੰਦੁਸਤਾਨ ਦੇ ਖਾਤੇ ਵਿੱਚ ਪਾ ਚੁੱਕੇ ਸਨ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਇਤਿਹਾਸ ਤੇ ਵੱਡੀ ਖੋਜ ਨਹੀਂ ਹੋਈ। ਇਸ ਨਾਲ ਇਹ ਵੀ ਨੁਕਸਾਨ ਹੋਇਆ ਕਿ ਪੂਰੇ ਬਰੇ ਸਗੀਰ ਦੇ ਪਹਿਲੇ ਵਾਰਿਆਂ ਬਾਰੇ ਭੁਲੇਖੇ ਰਹੇ, ਕਿਉਂਕਿ ਮੌਰੀਆ ਸ਼ਾਹੀ ਦੇ ਵੇਲੇ ਤੀਕਰ ਤਾਂ ਪੰਜਾਬ ਹੀ ਸਿਆਸੀ ਤੇ ਸਮਾਜੀ ਅਦਲਾ ਬਦਲੀਆਂ ਦਾ ਮੁੱਢ ਬਣਦਾ ਸੀ। ਏਕਤਾ ਦੇ ਮਿਸਤਰੀਆਂ ਦਾ ਅਗਲਾ ਟੀਚਾ ਦੱਖਣੀ ਹਿੰਦੁਸਤਾਨ ਦੇ ਲੋਕਾਂ ਦੀ ਵੱਖਰੀ ਪਛਾਣ ਮੁਕਾ ਕੇ ਸਾਬਤ ਕਰਨਾ ਸੀ ਕਿ ਸਾਰੇ ਹਿੰਦੁਸਤਾਨ ਦੇ ਲੋਕਾਂ ਦਾ ਮੁੱਢ ਇੱਕ ਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰੀ ਗੱਲ ਤੇ ਪੋਚਾ ਮਾਰਨ ਵਾਲੇ ਸਿਰਫ ਸਿਆਸਤਦਾਨ ਤੇ ਧਾਰਮਿਕ ਲੋਕ ਹੀ ਨਹੀਂ ਸਨ। ਬਹੁਤ ਸਾਰੀਆਂ ਸਾਇੰਸਾਂ ਦੇ ਮਾਹਰ ਵੀ ਇਸ ਖੇਡ ਦਾ ਹਿੱਸਾ ਬਣ ਗਏ ਸਨ। ਇੰਟਰਨੈਟ ਤੇ ਲੱਭੋ ਤਾਂ ਤੁਹਾਨੂੰ ਦਰਜਨਾਂ ਕਾਢਾਂ ਮਿਲ ਜਾਵਣਗੀਆਂ ਜਿਨ੍ਹਾਂ ਵਿੱਚ ਸਾਬਤ ਕੀਤਾ ਗਿਆ ਹੈ ਕਿ ਬਾਹਰੋਂ ਆਉਣ ਵਾਲਿਆਂ ਦੀ ਕਹਾਣੀ ਕੂੜ ਹੈ ਤੇ ਸਭ ਇੱਥੋਂ ਦੇ ਹੀ ਜੰਮਪਲ ਸਨ। ਪਰ ਹੁਣ ਜੀਨੀਆਤੀ ਜਾਂ ਜੈਨੇਟਿਕਸ ਦੀ ਜਾਣਕਾਰੀ ਨੇ ਉਹਨਾਂ ਦੀਆਂ ਜਾਲੀ ਸਾਇੰਸੀ ਕਾਢਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਜੀਨੀਆਤੀ ਸਾਇੰਸ ਦੀਆਂ ਨਵੀਆਂ ਨਕੋਰ ਕਾਢਾਂ ਨੂੰ ਮੁੱਖ ਰੱਖਦਿਆਂ ਟੋਨੀ ਜੋਜ਼ਫ ਨੇ 2018 ਵਿੱਚ ਆਪਣੀ ਕਿਤਾਬ ਪਹਿਲੇ ਹਿੰਦੁਸਤਾਨੀ ਜਾਂ ਅਰਲੀ ਇੰਡੀਅਨਜ਼ ਛਾਪੀ, ਜਿਸ ਵਿੱਚ ਉਹਨਾਂ ਕਈ ਦਰਜਨ ਜੀਨੀਆਤੀ ਕਾਢਾਂ ਨੂੰ ਮੁੱਖ ਰੱਖ ਕੇ ਸਿੱਟੇ ਕੱਢੇ। ਅਸੀਂ ਆਪ ਵੀ ਉਹਨਾਂ ਦੇ ਦਿੱਤੇ ਹੋਏ ਤੇ ਦੂਜੇ ਮੁੱਢਲੇ ਵਸੀਲਿਆਂ ਨੂੰ ਫਰੋਲਿਆ, ਜਿਸ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਕਦੀਮ ਇਤਿਹਾਸ ਦੇ ਮੁਖਤਲਿਫ ਪੱਖਾਂ ਦੇ ਜਾਣੂਆਂ ਵਿਚਕਾਰ ਕੁਝ ਗੱਲਾਂ ਤੇ ਹੁਣ ਕੋਈ ਨਿਖੇੜ ਨਹੀਂ। ਇਹਨਾਂ ਮੰਨਿਆ ਪਰਮੰਨਿਆ ਸਿੱਟਿਆਂ ਦਾ ਖੁਲਾਸਾ ਇਉਂ ਹੈ। ਜੀਨੀਆਤੀ ਸਾਇੰਸ ਰਾਹੀਂ ਹੜੱਪੇ ਵਸੇਬ ਬਾਰੇ ਸਿੱਟਾ। ਪਹਿਲਾ, ਨਵੀਂ ਜੀਨੀਆਤੀ ਕਾਢ ਮੁਤਾਬਕ 17% ਮਰਦਾਂ ਦੇ ਜੀਨ ਹਿੰਦੁਸਤਾਨੀਆਂ ਨਾਲੋਂ ਵੱਖ ਨੇ ਤੇ ਉਹ ਯੂਰਪੀਆਂ ਨਾਲ ਮਿਲਦੇ ਨੇ। ਇਸ ਤੋਂ ਇਹ ਗੱਲ ਮੰਨੀ ਗਈ ਹੈ ਕਿ ਗਬਲੇ ਏਸ਼ੀਆ ਜਾਂ ਮੱਧ ਏਸ਼ੀਆ ਤੋਂ ਆਰੀਆ ਮਰਦਾਂ ਦੀ ਇੱਕ ਢਾਣੀ ਯੂਰਪ ਵੱਲ ਚਲੀ ਗਈ ਤੇ ਦੂਜੀ ਪੰਜਾਬ ਵੱਲ ਆ ਗਈ। ਸਾਡੇ ਆਪਣੇ ਵੇਲਿਆਂ ਤੱਕ ਮੁਲਕੋਂ ਬਾਹਰ ਜਾ ਕੇ ਕਮਾਈ ਦੇ ਵਸੀਲੇ ਲੱਭਣ ਵਾਲੇ ਜਾਂ ਜਵਾਨ ਮਰਦ ਹੁੰਦੇ ਨੇ
ਤੇ ਜਾਂ ਫਿਰ ਫੌਜੀ ਜਿਹੜੇ ਧਾੜਵੀ ਬਾਦਸ਼ਾਹਾਂ ਨਾਲ ਆਉਂਦੇ ਜਾਂਦੇ ਰਹਿੰਦੇ ਨੇ। ਇੱਕ 2017 ਵਿੱਚ ਕਾਢ ਛਪੀ, ਜੈਨੇਟਿਕ ਇਨਫਲਕਸ ਫਰੋਮ ਸੈਂਟਰਲ ਏਸ਼ੀਆ ਇਨ ਦ ਬ੍ਰੌਂਜ਼ ਏਜ ਵਾਜ਼ ਸਟਰੋਂਗਲੀ ਮੇਲ ਲੈਡ, ਜਿਹਦੇ ਵਿੱਚ ਦੱਸਿਆ ਗਿਆ ਕਿ ਮਰਦਾਂ ਦੀ ਹੀ ਥਾਂ ਬਦਲੀ ਮਰਦਸ਼ਾਹੀ ਨਿਜ਼ਾਮ, ਖਾਵੰਦ ਦੇ ਘਰ ਰਹਿਣ ਦੇ ਵਰਤਾਰੇ ਤੇ ਪਿਓ ਵੱਲੋਂ ਵਾਰਸ਼ਤ ਜਾਂ ਵਿਰਸਾ ਚੱਲਣ ਦੇ ਢੰਗ ਪਾਰੋਂ ਇੰਡੋ ਯੂਰਪੀਅਨ ਦੇ ਪਸ਼ੂ-ਪਾਲ ਸਮਾਜੀ ਢਾਂਚੇ ਨਾਲ ਪੂਰੀ ਤਰ੍ਹਾਂ ਜੁੜਦੀ ਏ। ਪੰਜਾਬ ਦੇ ਇਤਿਹਾਸ ਵਿੱਚ ਵੀ ਇਹੀ ਹੋਇਆ ਕਿ ਪਹਿਲਾਂ ਆਰੀਆਵਾਂ ਦੀ ਸੂਰਤ ਵਿੱਚ ਤੇ ਫੇਰ ਇਰਾਨੀਆਂ, ਯੂਰਪੀਆਂ, ਕੁਸ਼ਾਣਾਂ ਤੇ ਹੁਣਾਂ ਧਾੜਵੀਆਂ ਨਾਲ ਕੇਵਲ ਮਰਦ ਆਏ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਇੱਥੋਂ ਦੀਆਂ ਜ਼ਨਾਨੀਆਂ ਨਾਲ ਧਿੰਗੋ-ਜ਼ੋਰੀ ਜਾਂ ਕਿਸੇ ਢੰਗ ਨਾਲ ਵਿਆਹ ਕਰ ਲਏ। ਅਜੋਕੇ ਵੇਲਿਆਂ ਵਿੱਚ ਤਾਂ ਮਰਦ ਆਪਣੇ ਟੱਬਰ ਲੈ ਆਉਂਦੇ ਨੇ, ਪਰ ਆਰੀਆਵਾਂ ਦੇ ਆਉਣ ਵੇਲੇ ਤਾਂ ਇਹ ਅਣਹੋਣਾ ਕੰਮ ਹੋਵੇਗਾ। ਮਰਦਾਂ ਦੀਆਂ ਪਸ਼ੂ-ਪਾਲ ਢਾਣੀਆਂ ਤਾਂ ਆਪ ਸਦੀਆਂ ਵਿੱਚ ਇੱਥੇ ਆਈਆਂ ਹੋਣਗੀਆਂ ਤੇ ਉਹਨਾਂ ਨਾਲ ਜ਼ਨਾਨੀਆਂ ਮੁਸ਼ਕਲ ਨਾਲ ਹੀ ਹੋਵਣਗੀਆਂ। ਦੂਜਾ, ਜੀਨੀਆਤੀ ਸਾਇੰਸ ਰਾਹੀਂ ਦੁਨੀਆ ਦੇ ਵੱਖ-ਵੱਖ ਬੰਦਿਆਂ ਦੀਆਂ ਢਾਣੀਆਂ ਦੇ ਜੀਨਜ਼ ਇੱਕ ਦੂਜੇ ਨਾਲ ਮੇਚ ਕੇ ਵੇਖੇ ਜਾਂਦੇ ਨੇ। ਇਸ ਸਾਇੰਸ ਦੀ ਕਾਢ ਨਾਲ ਸਾਬਤ ਹੋਇਆ ਹੈ ਕਿ ਦੁਨੀਆ ਵਿੱਚ ਸਾਰੇ ਇਨਸਾਨ ਅਫਰੀਕਾ ਤੋਂ ਨਿਕਲ ਕੇ ਚਾਰੇ ਪਾਸੇ ਖਿਲਰੇ ਨੇ। ਤੀਜਾ, ਕੋਈ 70,000 ਈਸਾ ਪੂਰਵ ਤੋਂ ਇਨਸਾਨ ਅਫਰੀਕਾ ਤੋਂ ਨਿਕਲ ਕੇ ਬਲੋਚਿਸਤਾਨ ਤੇ ਪੰਜਾਬ ਵੱਲ ਆਉਣਾ ਸ਼ੁਰੂ ਹੋਏ ਤੇ 5,000 ਸਾਲਾਂ ਵਿੱਚ 65,000 ਈਸਾ ਪੂਰਵ ਦੇ ਨੇੜੇ-ਤੇੜੇ ਮਹਿਰਗੜ੍ਹ, ਅਜੋਕਾ ਬਲੋਚਿਸਤਾਨ ਦੇ ਇਲਾਕਿਆਂ ਤਾਈਂ ਪੁੱਜ ਗਏ। ਚੌਥਾ, ਜੀਨਾਂ ਦੀ ਸਾਇੰਸ ਰਾਹੀਂ ਸਾਬਤ ਹੋ ਚੁੱਕਿਆ ਹੈ ਕਿ ਹਿੰਦੁਸਤਾਨੀ ਔਰਤਾਂ ਦੇ 70 ਤੋਂ 90% ਜੀਨ 65,000 ਈਸਾ ਪੂਰਵ ਵਿੱਚ ਅਫਰੀਕਾ ਤੋਂ ਆਉਣ ਵਾਲੇ ਇਨਸਾਨਾਂ ਨਾਲ ਮਿਲਦੇ ਨੇ, ਜਿਸ ਦਾ ਮਤਲਬ ਹੈ ਕਿ ਇਹਨਾਂ ਸਾਰੇ ਸਾਲਾਂ ਵਿੱਚ ਬਹੁਤੇ ਤੋਂ ਬਹੁਤਾ 10 ਤੋਂ 30% ਔਰਤਾਂ ਬਾਹਰੋਂ ਆ ਕੇ ਰਲੀਆਂ। ਇਸ ਦੇ ਉਲਟ 10 ਤੋਂ 40% ਮਰਦਾਂ ਦੇ ਜੀਨ 65,000 ਸਾਲ ਪਹਿਲਾਂ ਆਉਣ ਵਾਲੇ ਇਨਸਾਨਾਂ ਨਾਲ ਮਿਲਦੇ ਨੇ, ਯਾਨੀ ਘੱਟੋ ਘੱਟ 60% ਮਰਦ ਬਾਅਦ ਵਿੱਚ ਆਏ। ਇਹ ਵੀ ਧਿਆਨ ਵਿੱਚ ਰਵੇ ਕਿ ਕ੍ਰੋਮੋਜ਼ੋਮ Y ਮਰਦਾਂ ਦਾ ਜੀਨ ਹੈ ਜਿਹੜਾ ਪਿਓ ਤੋਂ ਪੁੱਤਰ ਵੱਲ ਜਾਂਦਾ ਹੈ ਤੇ mtDNA ਉਹ ਜੀਨ ਹੈ ਜਿਹੜਾ ਮਾਂ ਤੋਂ ਧੀਆਂ ਵਿੱਚ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਬਹੁਤੀਆਂ ਔਰਤਾਂ 65,000 ਸਾਲਾਂ ਤੋਂ ਮੁਕਾਮੀ ਹੀ ਨੇ, ਪਰ ਇਹਨਾਂ ਸਦੀਆਂ ਵਿੱਚ ਬਹੁਤੇ ਮਰਦ ਬਾਹਰੋਂ ਆਏ ਨੇ। ਪੰਜਵਾਂ, ਕੋਈ 7,000 ਤੋਂ 8,000 ਈਸਾ ਪੂਰਵ ਵਿੱਚ ਈਰਾਨ ਦੇ ਇਲਾਕੇ ਜ਼ਾਗਰੋਸ ਤੋਂ ਵਾਹੀ ਬੀਜੀ ਦੇ ਜਾਣੂ ਕਬੀਲੇ ਮਹਿਰਗੜ੍ਹ ਅੱਪੜੇ ਤੇ ਉਹਨਾਂ ਮੁਕਾਮੀ ਲੋਕਾਂ ਦੀ ਰਲਤ ਨਾਲ ਪਹਿਲਾਂ ਜ਼ਰਈ ਜਾਂ ਖੇਤੀਬਾੜੀ ਵਾਲਾ ਸਮਾਜ ਕਾਇਮ ਕੀਤਾ ਤੇ ਸ਼ਹਿਰ ਵਸਾਏ। ਇਹ ਧਿਆਨ ਰਵੇ ਕਿ ਜ਼ਾਗਰੋਸ ਤੋਂ ਆਉਣ ਵਾਲਿਆਂ ਦੇ ਜੀਨ 65,000 ਸਾਲ ਪਹਿਲਾਂ ਅਫਰੀਕਾ ਤੋਂ ਆਏ ਹੋਇਆਂ ਨਾਲ ਨਹੀਂ ਰਲਦੇ। ਮਹਿਰਗੜ੍ਹ ਦਿਆਂ ਵਾਸੀਆਂ ਨੇ ਕੱਚੀਆਂ ਇੱਟਾਂ ਨਾਲ ਜੋ ਘਰ ਬਣਾਉਣੇ ਸ਼ੁਰੂ ਕੀਤੇ ਸਨ, ਉਹ ਹੜੱਪੇ ਵਿੱਚ 4500 ਸਾਲਾਂ ਜਾਂ 150 ਪੁਸ਼ਤਾਂ ਵਿੱਚ ਅੱਪੜੇ। ਛੇਵਾਂ, ਮਰਦਾਂ ਵਿੱਚ ਸਾਂਝ ਦੀ ਪਛਾਣ Y ਕ੍ਰੋਮੋਸੋਮ ਨਾਲ ਹੁੰਦੀ ਏ। ਇਸ ਦੇ ਸਭ ਤੋਂ ਵੱਡੇ ਸਿਆਣੇ ਡਾਕਟਰ ਪੀਟਰ ਏ ਐਂਡਰਲ ਤੇ ਸਾਥੀਆਂ ਨੇ 2014 ਵਿੱਚ ਇੱਕ ਕਾਢ ਛਾਪੀ, ਜਿਸ ਵਿੱਚ Y ਕ੍ਰੋਮੋਸੋਮ ਦੇ ਜੁਜ਼ R1A ਰਾਹੀਂ ਸਾਬਤ ਹੋਇਆ ਕਿ ਉੱਚੀਆਂ ਜ਼ਾਤਾਂ ਵਿੱਚ ਇਹ ਜੀਨ ਯੂਰਪੀਆਂ ਨਾਲ ਬਹੁਤਾ ਸਾਂਝਾ ਹੈ ਤੇ ਥਲੜੀਆਂ ਜ਼ਾਤਾਂ ਤੇ ਟੱਪਰੀ ਵਾਸੀਆਂ ਵਿੱਚ ਬਹੁਤ ਘੱਟ। ਯੂਰਪੀਆਂ ਨਾਲ ਇਹ ਸਾਂਝਾ ਜੀਨ ਹਿੰਦੂ ਬ੍ਰਾਹਮਣਾਂ ਵਿੱਚ ਦੂਜਿਆਂ ਨਾਲੋਂ 2 ਗੁਣਾ ਵੱਧ ਹੈ। ਖੁਦਾਈਆਂ ਰਾਹੀਂ ਮਿਲੀਆਂ ਹੜੱਪੇ ਵਸੇਬ ਦੀਆਂ ਗਵਾਹੀਆਂ। ਪਿਛਲੇ ਚਿਰਾਂ ਵਿੱਚ ਹੜੱਪੇ, ਮੋਹਨਜਾਦੜੋ ਤੇ ਹੋਰ ਥਾਵਾਂ ਦੀਆਂ ਖੁਦਾਈਆਂ ਤੋਂ ਜੋ ਗੱਲਾਂ ਸਾਹਮਣੇ ਆਈਆਂ ਨੇ, ਉਹ ਕੁਝ ਇਸ ਤਰ੍ਹਾਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਉੱਤਰੀ ਹਿੰਦੁਸਤਾਨ, ਪੰਜਾਬ, ਸਿੰਧ, ਗੁਜਰਾਤ, ਰਾਜਸਥਾਨ ਤੇ ਹਰਿਆਣਾ ਵਿੱਚ ਦਰਜਨਾਂ ਥਾਵਾਂ ਤੇ ਖੁਦਾਈ ਨਾਲ ਹੜੱਪਾ ਵਸੋਂ ਦੇ ਸ਼ਹਿਰਾਂ ਦੇ ਨਿਸ਼ਾਨ ਮਿਲੇ ਨੇ। ਹੁਣ ਅਸੀਂ ਇਹਨੂੰ ਹੜੱਪਾ ਵਸੋਂ ਸਿਰਫ ਇਸ ਲਈ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਉੱਥੇ ਹੀ ਖੁਦਾਈ ਹੋਈ ਸੀ। ਅਜੇ ਤੀਕਰ ਮਿਲਣ ਵਾਲੇ ਪੁਰਾਣੇ ਸ਼ਹਿਰਾਂ ਵਿੱਚੋਂ ਹੜੱਪਾ ਤੇ ਮੋਹਨਜਾਦੜੋ ਹੀ ਸਭ ਤੋਂ ਵੱਡੇ ਦਿਸਦੇ ਨੇ। ਹੜੱਪੇ ਦੀ ਆਬਾਦੀ ਬਾਰੇ ਅੰਦਾਜ਼ਾ ਲਾਇਆ ਗਿਆ ਕਿ ਪੂਰੀ ਤਰੱਕੀ ਦੇ ਵੇਲਿਆਂ ਵਿੱਚ ਉਹ 23,500 ਤੋਂ ਲੈ ਕੇ 30,000 ਦੇ ਲਗਭਗ ਸੀ। ਮੋਹਨਜਾਦੜੋ ਨੂੰ 40,000 ਦੀ ਆਬਾਦੀ ਦਾ ਸ਼ਹਿਰ ਕਿਹਾ ਗਿਆ ਹੈ। ਉਸ ਜ਼ਮਾਨੇ ਵਿੱਚ ਇਹ ਬੜੀ ਵੱਡੀ ਆਬਾਦੀ ਸੀ। ਗ੍ਰਾਹਮ ਕਲਾਰਕ ਹੋਣਾ ਦਾ ਕਹਿਣਾ ਹੈ ਕਿ ਪੱਥਰ ਦੇ ਜ਼ਮਾਨੇ ਵਿੱਚ ਸਾਰੇ ਬਰਤਾਨੀਆ ਤੇ ਵੇਲਜ਼ ਦੀ ਕੁੱਲ ਆਬਾਦੀ 250 ਲੋਕ ਸਨ, ਜਿਹੜੇ ਅਗਾਂਹ ਵਧੂ ਪੱਥਰ ਦੇ ਜ਼ਮਾਨੇ ਵਿੱਚ 4500 ਹੋ ਗਏ ਤੇ ਨਵੇਂ ਪੱਥਰ ਦੇ ਜ਼ਮਾਨੇ ਵਿੱਚ 20,000 ਤੇ 1,000 ਤੋਂ 2,000 ਈਸਾ ਪੂਰਵ ਵਿੱਚ ਇਸ ਤੋਂ 2 ਗੁਣਾ ਯਾਨੀ 40,000 ਤੋਂ ਵੀ ਘੱਟ ਸਨ। ਮਤਲਬ ਮੋਹਨਜਾਦੜੋ ਸ਼ਹਿਰ ਦੀ ਆਬਾਦੀ ਪੂਰੇ ਬਰਤਾਨੀਆ ਨਾਲੋਂ ਬਹੁਤੀ ਸੀ। ਤੀਜੀ, ਹੜੱਪਾ ਵਸੇਬ ਦੇ ਸ਼ਹਿਰਾਂ ਦੇ ਅਗਾਂਹ ਵਧੂ ਪ੍ਰਬੰਧ, ਘਰਾਂ ਦੀ ਬਣਤਰ, ਸੀਵਰੇਜ ਤੇ ਸ਼ਹਿਰਾਂ ਦੇ ਵਧੀਆ ਨਿਜ਼ਾਮ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ, ਜਿਸ ਦੀ ਦੁਹਰਾਈ ਦੀ ਲੋੜ ਨਹੀਂ। ਚੌਥੀ, ਇਹ ਵੀ ਸਾਬਤ ਕੀਤਾ ਜਾ ਚੁੱਕਾ ਹੈ ਕਿ ਹੜੱਪੀਆਂ ਦਾ ਮੈਸੋਪੋਟਾਮੀਆ ਜਾਂ ਇਰਾਕ ਦੀ ਵਸੋਂ ਨਾਲ ਚੋਖਾ ਕਾਰੋਬਾਰ ਸੀ।
ਮੈਸੋਪੋਟਾਮੀਆ ਦੀ ਖੁਦਾਈ ਵਿੱਚੋਂ ਹੜੱਪੀਆਂ ਦੀਆਂ ਮੋਹਰਾਂ ਮਿਲੀਆਂ ਨੇ ਤੇ ਉਹਨਾਂ ਦੀ ਜ਼ੁਬਾਨ ਵਿੱਚ ਪੰਜਾਬ ਦੇ ਲੋਕਾਂ ਨੂੰ ਮੁਲੋਹਾ ਕਿਹਾ ਗਿਆ ਹੈ। ਪੰਜਵੀਂ, ਹੜੱਪਾ ਵਿੱਚੋਂ ਜੋ ਮੋਹਰਾਂ ਮਿਲੀਆਂ ਨੇ ਉਹਨਾਂ ਉੱਤੇ ਸ਼ੇਰ ਦੀ ਤਸਵੀਰ ਹੈ, ਪਰ ਰਿਗਵੇਦ ਵਿੱਚ ਇਸ ਜਾਨਵਰ ਦਾ ਕੋਈ ਜ਼ਿਕਰ ਨਹੀਂ। ਇਸੇ ਤਰ੍ਹਾਂ ਹਾਥੀ ਵੀ ਹੈ, ਜਿਸ ਬਾਰੇ ਰਿਗਵੇਦ ਵਿੱਚੋਂ ਖਿੱਚ ਧੂ ਕੇ ਇਸ਼ਾਰੇ ਲੱਭਣ ਦੇ ਯਤਨ ਹੋਏ ਨੇ, ਪਰ ਗੌਰ ਨਾਲ ਵੇਖੋ ਤੇ ਸਾਫ਼ ਪਤਾ ਲੱਗ ਜਾਂਦਾ ਹੈ ਕਿ ਇਹ ਬਣਾਈ ਹੋਈ ਗੱਲ ਹੈ। ਛੇਵੀਂ, ਖੁਦਾਈਆਂ ਵਿੱਚੋਂ ਘੋੜੇ ਦੇ ਕੋਈ ਨਿਸ਼ਾਨ ਨਹੀਂ ਲੱਭੇ। ਜੋ ਇੱਕ ਅੱਧ ਲੱਭੇ ਵੀ ਨੇ ਉਹ ਵੀ ਸ਼ੱਕ ਸ਼ੁਬੇ ਵਾਲੇ ਨੇ। ਇਹ ਵੀ ਇਸ ਗੱਲ ਦਾ ਸਬੂਤ ਹੈ ਕਿ ਆਰੀਆ ਬਾਹਰੋਂ ਆਏ ਤੇ ਉਹਨਾਂ ਦਾ ਵਾਅਦਾ ਇਹੋ ਸੀ ਕਿ ਉਹ ਘੋੜੇ ਜੋੜਿਆਂ ਰੱਥਾਂ ਤੇ ਚੜ੍ਹ ਕੇ ਹਮਲੇ ਕਰਦੇ ਸਨ, ਜਿਸ ਦਾ ਮੁਕਾਬਲਾ ਮੁਕਾਮੀ ਲੋਕ ਨਹੀਂ ਸਨ ਕਰ ਸਕਦੇ। ਸੱਤਵੀਂ, ਹੜੱਪੇ ਵਸੇਬ ਦੀਆਂ ਖੁਦਾਈਆਂ ਤੇ ਫਰੋਲਾ ਫਰਾਲੀ ਵਿੱਚ ਨਾ ਹੀ ਕੋਈ ਮੰਦਰ ਜਾਂ ਮਹਿਲ ਮਿਲਿਆ ਤੇ ਨਾ ਹੀ ਲੜਾਈ ਦੇ ਹਥਿਆਰ। ਵੱਧ ਤੋਂ ਵੱਧ ਸ਼ਿਕਾਰ ਕਰਨ ਲਈ ਤੀਰ ਤੇ ਕਮਾਨ ਮਿਲੇ ਨੇ। ਪਰ ਮੈਸੋਪੋਟਾਮੀਆ ਦੀ ਵਸੋਂ ਦੀ ਖੁਦਾਈ ਤੋਂ ਵੱਡੇ ਮੰਦਰ, ਮਹਿਲ ਤੇ ਜੰਗਲੀ ਸਮਾਨ ਲੱਭਿਆ ਹੈ। ਇਸ ਦਾ ਮਤਲਬ ਹੈ ਕਿ ਇਸ ਵਸੇਬ ਵਿੱਚ ਮੈਸੋਪੋਟੇਮੀਆ ਵਰਗਾ ਧਰਮ ਤੇ ਹਾਕਮ ਤਬਕਾ ਨਹੀਂ ਸੀ। ਅੱਠਵੀਂ, ਮਹਿਰਗੜ੍ਹ ਦੀ ਖੁਦਾਈ ਤੋਂ 6000 ਈਸਾ ਪੂਰਵ ਵਿੱਚ ਕਪਾਹ ਦੇ ਨਿਸ਼ਾਨ ਮਿਲੇ ਨੇ। ਇਹ ਕਪਾਹ 2 ਕਬਰਾਂ ਵਿੱਚ ਤਾਂਬੇ ਦੇ ਹਾਰ ਵਿੱਚ ਫਸੀ ਹੋਈ ਲੱਭੀ ਹੈ। ਇਹ ਦੁਨੀਆ ਵਿੱਚ ਪਹਿਲੀ ਥਾਂ ਹੈ ਜਿੱਥੇ ਕਪਾਹ ਹੋਵਣ ਦੇ ਨਿਸ਼ਾਨ ਮਿਲੇ ਨੇ। 9ਵੀਂ, ਹੜੱਪਾ ਵਸੋਂ ਵਿੱਚ ਕਣਕ, ਜੌਂ, ਮਟਰ, ਤਿਲ, ਦਾਲਾਂ, ਅਲਸੀ ਤੇ ਸਰੋਂ ਉਗਾਈ ਜਾਂਦੀ ਸੀ। ਉਹਨਾਂ ਕੁੱਤਾ, ਬਿੱਲੀ, ਨਿੱਕੇ ਸਿੰਗਾਂ ਵਾਲੇ ਢੱਗੇ, ਮੱਝ, ਗਾਂ, ਸੂਰ, ਊਠ, ਕੁੱਕੜ, ਬੱਕਰੀ, ਭੇਡ ਤੇ ਖੋਤੇ ਨੂੰ ਪਾਲਤੂ ਬਣਾ ਲਿਆ ਹੋਇਆ ਸੀ। ਹਾਥੀ ਤੇ ਸ਼ੇਰ ਦੀਆਂ ਉਹਨਾਂ ਪੁਰਾਣੇ ਸਮਾਜਾਂ ਵਿੱਚ ਵੀ ਤਸਵੀਰਾਂ ਲੱਭਦੀਆਂ ਨੇ ਜਿੱਥੇ ਪੂਰਾ ਪਤਾ ਹੈ ਕਿ ਇਹ ਜਾਨਵਰ ਉੱਥੋਂ ਦੇ ਮੁਕਾਮੀ ਨਹੀਂ ਸਨ। ਤਿੱਬਤ ਵਿੱਚ ਹਾਥੀ ਦੀਆਂ ਮੂਰਤਾਂ ਲੱਭਦੀਆਂ ਨੇ, ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਉੱਥੋਂ ਦਾ ਜਾਨਵਰ ਨਹੀਂ ਸੀ। ਸਾਡਾ ਖਿਆਲ ਹੈ ਕਿ ਹਾਥੀ ਇਸ ਲਈ ਪੰਜਾਬ ਵਿੱਚ ਨਹੀਂ ਹੋ ਸਕਦਾ ਸੀ ਕਿ ਇੱਥੇ ਸੰਘਣੇ ਜੰਗਲ ਤੇ ਲੰਮੀਆਂ ਚੌੜੀਆਂ ਚਰਾਗਾਹਾਂ ਨਹੀਂ ਸਨ। ਪੰਜਾਬ ਤੇ ਸਿੰਧ ਵਿੱਚ ਵਸੇਬ ਦਾ ਮੁੱਢ ਹੀ ਇਸ ਲਈ ਬੱਝਾ ਸੀ ਕਿ ਇੱਥੇ ਨਿੱਕੀਆਂ-ਨਿੱਕੀਆਂ ਝਾੜੀਆਂ ਵਾਲੇ ਬੇਲੇ ਸਨ, ਜਿਨ੍ਹਾਂ ਨੂੰ ਲੋਹੇ ਦੇ ਹਥਿਆਰਾਂ ਬਿਨਾਂ ਵੀ ਸਾਫ਼ ਕੀਤਾ ਜਾ ਸਕਦਾ ਸੀ। ਲੋਹਾ ਬੜੇ ਚਿਰ ਬਾਅਦ ਲੱਭਿਆ ਗਿਆ ਤੇ ਉਸ ਤੋਂ ਮਗਰੋਂ ਵਸੋਂ ਦਾ ਮਰਕਜ਼ ਗੰਗਾ ਜਮਨਾ ਵਾਦੀ ਹੋ ਗਈ, ਕਿਉਂਕਿ ਉਸ ਦੇ ਸੰਘਣੇ ਜੰਗਲਾਂ ਨੂੰ ਲੋਹੇ ਦੇ ਹਥਿਆਰਾਂ ਨਾਲ ਸਾਫ਼ ਕੀਤਾ ਜਾ ਸਕਦਾ ਸੀ ਤੇ ਉੱਥੋਂ ਦੀ ਸਖਤ ਜ਼ਮੀਨ ਵਿੱਚ ਲੋਹੇ ਦੇ ਫਲ ਨਾਲ ਹਲ ਵਾਹਿਆ ਜਾ ਸਕਦਾ ਸੀ। ਕੁਝ ਸੱਜਣਾਂ ਦਾ ਖਿਆਲ ਹੈ ਕਿ ਪੰਜਾਬ ਦੇ ਪਹਾੜੀ ਇਲਾਕਿਆਂ ਨਾਲ ਸੰਘਣੇ ਜੰਗਲ ਹੋ ਸਕਦੇ ਸਨ, ਜਿਨ੍ਹਾਂ ਵਿੱਚ ਹਾਥੀ ਵੀ ਰਹਿ ਸਕਦਾ ਸੀ, ਪਰ ਖੁਦਾਈਆਂ ਵਿੱਚ ਸਵਾਤ ਵਿੱਚ ਹਲ ਵਾਹਿਆ ਹੋਇਆ ਵਾਹਣ ਮਿਲਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉੱਥੇ ਵੀ ਕਈ ਹਜ਼ਾਰ ਸਾਲਾਂ ਪਹਿਲਾਂ ਵਾਹੀ ਬੀਜੀ ਹੋ ਰਹੀ ਸੀ ਤੇ ਇਹ ਤਾਂ ਹੀ ਮੁਮਕਿਨ ਸੀ ਕਿ ਉੱਥੇ ਬਹੁਤੇ ਸੰਘਣੇ ਜੰਗਲ ਨਾ ਹੋਣ। ਹੜੱਪਾ ਦੇ ਵੱਖਰੇ ਰਹਿਣ ਸਹਿਣ, ਮਜ਼ਹਬ ਤੇ ਜ਼ੁਬਾਨ ਬਾਰੇ ਰਿਗਵੇਦ ਤੇ ਉਸ ਵੇਲੇ ਦੀਆਂ ਹੋਰ ਧਾਰਮਿਕ ਕਿਤਾਬਾਂ ਵਿੱਚ ਵੀ ਇਸ਼ਾਰੇ ਮਿਲਦੇ ਨੇ। ਮਿਸਾਲ ਦੇ ਤੌਰ ਤੇ ਕਈ ਥਾਵਾਂ ਤੇ ਰਿਗਵੇਦ ਵਿੱਚ ਆਪਣਿਆਂ ਦੇਵਤਿਆਂ, ਖਾਸ ਤੌਰ ਤੇ ਇੰਦਰ ਦੀ ਤਾਰੀਫ ਕੀਤੀ ਗਈ ਹੈ ਕਿ ਉਹ ਆਰੀਆਵਾਂ ਦੇ ਦੁਸ਼ਮਣਾਂ ਨੂੰ ਬਰਬਾਦ ਕਰਕੇ ਤੇ ਉਹਨਾਂ ਦੀ ਲੁੱਟ-ਮਾਰ ਕਰਕੇ ਆਪਣੇ ਮੰਨਣ ਵਾਲਿਆਂ ਜਾਂ ਆਰੀਆਵਾਂ ਦੀ ਰਾਖੀ ਕਰ ਰਹੇ ਨੇ ਤੇ ਉਹਨਾਂ ਤੋਂ ਲੁੱਟੀ ਹੋਈ ਦੌਲਤ ਦੇ ਰਹੇ ਨੇ। ਇਹ ਵੀ ਚੋਖਾ ਜ਼ਿਕਰ ਹੈ ਕਿ ਮਲੇਛ ਜਾਂ ਨਾਪਾਕ ਲੋਕਾਂ ਨਾਲ ਸੰਸਕ੍ਰਿਤ ਨਹੀਂ ਬੋਲੀ ਜਾਣੀ ਚਾਹੀਦੀ, ਇੱਥੋਂ ਤੀਕਰ ਕਿ ਆਪਣੀਆਂ ਤੀਵੀਆਂ ਨਾਲ ਵੀ ਨਹੀਂ, ਕਿਉਂਕਿ ਉਹ ਵੀ ਮੁਕਾਮੀ ਲੋਕਾਂ ਵਿੱਚੋਂ ਹੁੰਦੀਆਂ ਸਨ। ਇਹ ਤਾਂ ਮੰਨੀ ਹੋਈ ਗੱਲ ਹੈ ਕਿ ਥਲੜੀ ਜ਼ਾਤ ਜਾਂ ਸ਼ੂਦਰਾਂ ਨੂੰ ਵੇਦ ਤੇ ਸੰਸਕ੍ਰਿਤ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਜ਼ਾਹਰ ਗੱਲ ਹੈ ਕਿ ਦੇਵਤਾ ਇੰਦਰ ਦੇ ਹੱਥੋਂ ਮਾਰੇ ਜਾਵਣ ਵਾਲੇ ਲੋਕ ਪੁਰਾਣੇ ਹੜੱਪੀ ਹੀ ਹੋਵਣਗੇ ਤੇ ਉਹਨਾਂ ਦੀ ਕੋਈ ਜ਼ੁਬਾਨ ਵੀ ਹੋਵੇਗੀ ਜਿਸ ਨੂੰ ਮਲੇਛ ਬੋਲੀ ਸਮਝਿਆ ਜਾਂਦਾ ਸੀ। ਜੇਕਰ ਹੜੱਪਾ ਬਾਰੇ ਉੱਪਰ ਦੱਸੀਆਂ ਗੱਲਾਂ ਸ਼ਹਾਦਤ ਮੁਜਬ ਸੱਚ ਨੇ, ਤੇ ਫਿਰ ਇਹ ਵੀ ਮੰਨਣਾ ਪਏਗਾ ਕਿ ਇਸ ਵਸੋਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਬਹੁਤ ਸਾਰੀਆਂ ਆਬਾਦੀਆਂ ਹੋਵਣਗੀਆਂ, ਜਿਹੜੀਆਂ ਵਾਹੀ ਵਿੱਚ ਵਾਫਰ ਜਿਨਸਾਂ ਪੈਦਾ ਕਰਕੇ ਸ਼ਹਿਰਾਂ ਨੂੰ ਪਾਲਦੀਆਂ ਹੋਵਣਗੀਆਂ। ਇਸ ਤੋਂ ਇਹ ਗੱਲ ਵੀ ਨਿਕਲਦੀ ਹੈ ਕਿ ਵਾਹੀ ਚੋਖੀ ਅੱਗੇ ਵੱਧ ਚੁੱਕੀ ਹੋਵੇਗੀ ਤੇ ਢੱਗਿਆਂ ਨਾਲ ਜ਼ਮੀਨ ਵਿੱਚ ਹਲ ਵਾਹੁਣ ਦੀ ਤਕਨੀਕ ਵੀ ਆ ਚੁੱਕੀ ਹੋਵੇਗੀ। ਇਹ ਗੱਲ ਹੜੱਪਾ ਵਸੋਂ ਦੀ ਖੁਦਾਈ ਵਿੱਚ ਢੱਗਿਆਂ ਨੂੰ ਮੋਹਰਾਂ ਵਿੱਚ ਉਚੇਚੇ ਵਰਤੇ ਜਾਣ ਤੋਂ ਵੀ ਪਤਾ ਲੱਗਦੀ ਹੈ। ਹੜੱਪੇ ਵਸੇਬ ਦੀ ਜ਼ੁਬਾਨ ਦੀ ਪਛਾਣ। ਆਰੀਆਵਾਂ ਨੂੰ ਮੁਕਾਮੀ ਮੰਨਣ ਵਾਲੇ ਤਾਂ ਇਹੋ ਦਾਅਵਾ ਕਰਨਗੇ ਕਿ ਹੜੱਪੇ ਦੇ ਲੋਕਾਂ ਦੀ ਜ਼ੁਬਾਨ ਸੰਸਕ੍ਰਿਤ ਦੀ ਹੀ ਕੋਈ ਸ਼ਕਲ ਹੋਵੇਗੀ, ਪਰ ਜੇ ਇੰਜ ਹੁੰਦਾ ਤਾਂ ਹੜੱਪਾ ਲਿਖਤਾਂ ਪੜ੍ਹੀਆਂ ਜਾਣੀਆਂ ਚਾਹੀਦੀਆਂ ਸਨ। ਆਰੀਆਵਾਂ ਨੂੰ ਬਾਹਰਲੇ ਕਹਿਣ ਜਾਂ ਮੁਕਾਮੀ ਪਰ ਵੱਖ ਮੰਨਣ ਵਾਲੇ ਦਰਾਵੜੀਆਂ ਨੂੰ ਹੜੱਪੀਆਂ ਦੀ ਜ਼ੁਬਾਨ ਮੰਨ ਕੇ ਚੱਲਦੇ ਨੇ। ਉਹ ਦਰਾਵੜੀ ਨੂੰ ਪੰਜਾਬ ਦੇ ਲੋਕਾਂ ਦੀ ਪੁਰਾਣੀ ਜ਼ੁਬਾਨ ਸਮਝਦਿਆਂ ਉਹਦੇ ਦੂਜੀਆਂ ਜ਼ੁਬਾਨਾਂ ਤੇ ਅਸਰ ਨੂੰ ਵੀ ਮੰਨਦੇ ਨੇ। ਮਸਲਨ ਰਾਮਾ ਸ਼ੰਕਰ ਤ੍ਰਿਪਾਠੀ ਲਿਖਦੇ ਨੇ, ਦਰਾਵੜਾਂ ਦਾ ਅਸਲ ਕੁਝ ਵੀ ਹੋਵੇ, ਇਹ ਪੱਕੀ ਗੱਲ ਹੈ ਕਿ ਉਹ ਹਿੰਦੁਸਤਾਨੀ ਆਬਾਦੀ ਵਿੱਚ ਮੁੱਢਲੀ ਹੈਸੀਅਤ ਰਖਵਾਉਂਦੇ ਨੇ। ਉੱਤਰੀ ਤੇ ਦੱਖਣੀ ਹਿੰਦੁਸਤਾਨ ਵਿੱਚ ਅੱਜ ਵੀ ਉਹਨਾਂ ਦੀਆਂ ਜ਼ੁਬਾਨਾਂ ਦਾ ਅਸਰ ਹੈ। ਦਰਾਵੜੀ ਜ਼ੁਬਾਨਾਂ ਦਾ ਅਸਰ ਵੇਦਾਂ, ਕਲਾਸਕੀ ਸੰਸਕ੍ਰਿਤ, ਪ੍ਰਾਕਿਰਤਾਂ ਤੇ ਉਹਨਾਂ ਤੋਂ ਨਿਕਲੀਆਂ ਅੱਜ-ਕੱਲ੍ਹ ਦੀਆਂ ਬੋਲੀਆਂ ਵਿੱਚ ਮਿਲਦਾ ਹੈ। ਪਰ ਅਸੀਂ ਇਸ ਗੱਲ ਨੂੰ ਵਜ਼ਨਦਾਰ ਸਮਝਦੇ ਹਾਂ ਕਿ ਹੜੱਪੀਆਂ ਦੀ ਜ਼ੁਬਾਨ ਦਰਾਵੜੀ ਨਹੀਂ ਸੀ, ਇਸ ਨੂੰ ਮਲੋਹਾ ਨਾਂ ਨਾਲ ਪਛਾਣਾਂਗੇ।
ਇਸ ਦੇ ਕਾਰਨ ਇਹ ਨੇ। ਪਹਿਲਾ, ਹੜੱਪਾ ਵਸੇਬ ਦੀਆਂ ਲਿਖਤਾਂ ਨਾ ਪੜ੍ਹੇ ਜਾਣ ਕਾਰਨ ਸਾਨੂੰ ਇਸ ਇਲਾਕੇ ਤੇ ਇਸ ਦੇ ਲੋਕਾਂ ਦੇ ਨਾਂ ਦਾ ਅਜੇ ਪਤਾ ਨਹੀਂ। ਸਿਰਫ ਮੈਸੋਪੋਟਾਮੀਆ ਦੀਆਂ ਖੁਦਾਈਆਂ ਤੇ ਉਸ ਦੀਆਂ ਪੜ੍ਹੀਆਂ ਗਈਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਹੜੱਪਾ ਵਸੇਬ ਦੇ ਲੋਕਾਂ ਨੂੰ ਮਲੋਹਾ ਸੱਦਿਆ ਜਾਂਦਾ ਸੀ। ਜ਼ਾਹਰ ਗੱਲ ਹੈ ਕਿ ਇਹ ਲਫ਼ਜ਼ ਮੈਸੋਪੋਟਾਮੀਆ ਵਾਲਿਆਂ ਨੂੰ ਹੜੱਪੇ ਦੇ ਵਪਾਰੀਆਂ ਰਾਹੀਂ ਪਤਾ ਲੱਗਦਾ ਹੋਵੇਗਾ। ਇਸ ਲਈ ਜਿੰਨਾ ਚਿਰ ਹੜੱਪੇ ਦੀ ਲਿਖਾਈ ਨਹੀਂ ਪੜ੍ਹੀ ਜਾਂਦੀ, ਅਸੀਂ ਇਸ ਇਲਾਕੇ ਦੇ ਲੋਕਾਂ ਦੀ ਜ਼ੁਬਾਨ ਨੂੰ ਮਲੋਹਾ ਕਹਾਂਗੇ। ਦੂਜਾ, ਇਸ ਇਲਾਕੇ ਵਿੱਚ ਹੜੱਪਾ ਤੇ ਮੋਹਨਜਾਦੜੋ ਦੇ ਦੋ ਵੱਡੇ ਸ਼ਹਿਰ ਸਨ ਜਿਨ੍ਹਾਂ ਵਿਚਕਾਰ ਦਰਿਆਵਾਂ ਰਾਹੀਂ ਆਮ ਵਪਾਰ ਹੁੰਦਾ ਸੀ। ਇਸ ਲਈ ਸਾਡਾ ਅੰਦਾਜ਼ਾ ਹੈ ਕਿ ਇਸ ਇਲਾਕੇ ਦੀ ਇੱਕ ਜ਼ੁਬਾਨ ਵੀ ਹੋਵੇਗੀ ਜਿਹਦੀਆਂ ਅਜੋਕੀਆਂ ਸ਼ਕਲਾਂ ਸਿੰਧੀ ਤੇ ਪੰਜਾਬੀ ਵਿੱਚ ਨੇ। ਇਸ ਲਈ ਨਾ ਤੇ ਉਸ ਪੁਰਾਣੀ ਜ਼ੁਬਾਨ ਨੂੰ ਪੰਜਾਬੀ ਕਿਹਾ ਜਾ ਸਕਦਾ ਹੈ ਤੇ ਨਾ ਹੀ ਸਿੰਧੀ। ਇਸ ਲਈ ਇਹਨਾਂ ਦਾ ਸਾਂਝਾ ਨਾਂ ਮਲੋਹਾ ਮਿਥਿਆ ਗਿਆ ਹੈ। ਤੀਜਾ, ਹੁਣ ਤੀਕਰ ਕਿਹਾ ਜਾਂਦਾ ਹੈ ਕਿ ਇਸ ਇਲਾਕੇ ਦੀਆਂ ਪੰਜਾਬੀ ਤੇ ਸਿੰਧੀ ਵਰਗੀਆਂ ਜ਼ੁਬਾਨਾਂ ਸੰਸਕ੍ਰਿਤ, ਪ੍ਰਾਕ੍ਰਿਤਾਂ ਤੇ ਉਪਭਾਸ਼ਾਵਾਂ ਤੋਂ ਬਣੀਆਂ। ਪਰ ਇਹ ਸਾਰੀਆਂ ਸੂਰਤਾਂ ਤਾਂ ਆਰੀਆਵਾਂ ਦੇ ਆਉਣ ਦੇ ਮਗਰੋਂ ਦੀਆਂ ਨੇ। ਇਸ ਲਈ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਦੀ ਇਸ ਇਲਾਕੇ ਦੀ ਜ਼ੁਬਾਨ ਨੂੰ ਮਲੋਹਾ ਦੇ ਨਾਂ ਨਾਲ ਪਛਾਣਨਾ ਬਿਹਤਰ ਹੋਵੇਗਾ। ਚੌਥਾ, ਜੇਕਰ ਉਸ ਜ਼ੁਬਾਨ ਦਾ ਨਾਂ ਪੰਜਾਬ ਦੇ ਬਿਆਨ ਕੀਤੇ ਗਏ ਨਾਵਾਂ ਸਪਤ ਸਿੰਧੂ, ਵਾਹਿਕਾ, ਬਲਹਿਕਾ, ਅਭੀਰ ਵਗੈਰਾ ਰਾਹੀਂ ਕਿਹਾ ਜਾਵੇ ਤਾਂ ਇਹ ਸਾਰੇ ਨਾਂ ਆਰੀਆਵਾਂ ਦੇ ਪਾਏ ਹੋਏ ਨੇ। ਇਹ ਕਈ ਤਰ੍ਹਾਂ ਦੇ ਨਾਂ ਵੇਦਾਂ ਦੇ ਸ਼ਾਇਰਾਂ ਨੇ ਆਪਣੇ ਖਾਸ ਇਲਾਕੇ ਤੇ ਹਾਲਾਂ ਮੁਜਬ ਦਿੱਤੇ ਹੋਣਗੇ। ਇਸ ਲਈ ਅਸੀਂ ਇਹਨਾਂ ਨਾਵਾਂ ਦੀ ਥਾਂ ਮਲੋਹਾ ਇਸ ਲਈ ਮਿਥ ਰਹੇ ਹਾਂ ਕਿ ਇਹ ਇੱਕ ਤੀਸਰੀ ਧਿਰ ਵੱਲੋਂ ਆਇਆ ਹੈ। ਇਹ ਧਿਰ ਉਹਨਾਂ ਲੋਕਾਂ ਦੀ ਜਾਣੂ ਵੀ ਸੀ ਤੇ ਨਾਂ ਰੱਖਣ ਵਿੱਚ ਉਹਦੀ ਚੰਗੀ ਭੈੜੀ ਸ਼ਾਮਲ ਨਹੀਂ ਸੀ। ਬਹੁਤੇ ਇਤਿਹਾਸਕਾਰ ਤਾਂ ਦਰਾਵੜੀ ਨੂੰ ਹੀ ਪੰਜਾਬੀ ਦੀ ਪੁਰਾਣੀ ਜ਼ਬਾਨ ਮੰਨਦੇ ਨੇ। ਪਰ ਸੂਝਵਾਨਾਂ ਦੀ ਇੱਕ ਨਵੀਂ ਢਾਣੀ ਦਾ ਦਾਅਵਾ ਹੈ ਕਿ ਪੰਜਾਬ ਤੇ ਸਿੰਧ ਦੇ ਲੋਕਾਂ ਦੀ ਪੁਰਾਣੀ ਜ਼ਬਾਨ ਦਰਾਵੜੀ ਦੀ ਥਾਂ ਪੈਰਾਮੁੰਡਾ ਤੇ ਦੱਖਣੀ ਏਸ਼ੀਆ ਜਾਂ ਆਸਟਰੋ ਏਸ਼ੀਆਟਿਕ ਦੀਆਂ ਜ਼ੁਬਾਨਾਂ ਨਾਲ ਜੁੜੀ ਹੋਈ ਹੈ। ਮਲੋਹਾ ਦੀ ਇਹਨਾਂ ਜ਼ੁਬਾਨਾਂ ਨਾਲ ਸਾਂਝ ਤੇ ਕੁਝ ਹੋਰ ਗੱਲਾਂ ਨੂੰ ਸਾਹਮਣੇ ਰੱਖਦਿਆਂ ਮਾਈਕਲ ਵਿਟਜ਼ਲ ਹੋਰਾਂ ਇਹ ਨਜ਼ਰੀਆ ਉਸਾਰਿਆ ਹੈ ਕਿ ਪੰਜਾਬੀ ਤੇ ਸਿੰਧੀ ਵਰਗੀਆਂ ਬੋਲੀਆਂ ਦਰਾਵੜੀ ਜ਼ੁਬਾਨਾਂ ਦੀਆਂ ਰਿਸ਼ਤੇਦਾਰ ਨਹੀਂ ਹਨ। ਇਹਦੇ ਸਬੂਤ ਵਿੱਚ ਉਹ ਕਹਿੰਦੇ ਨੇ ਕਿ ਰਿਗਵੇਦ ਦੇ ਸਭ ਤੋਂ ਪਹਿਲੇ ਵਾਰੇ ਵਿੱਚ ਦਰਾਵੜੀ ਲਫ਼ਜ਼ ਨਹੀਂ ਆਇਆ, ਪਰ ਦੂਜੇ ਤੇ ਤੀਜੇ ਵਾਰਿਆਂ ਵਿੱਚ ਦਰਾਵੜੀ ਲਫ਼ਜ਼ ਆਉਣੇ ਸ਼ੁਰੂ ਹੋ ਜਾਂਦੇ ਨੇ। ਇਸ ਦਾ ਮਤਲਬ ਹੈ ਕਿ ਦਰਾਵੜੀ ਬੋਲਣ ਵਾਲੇ ਪਹਿਲੇ ਆਰੀਆਵਾਂ ਤੋਂ ਮਗਰੋਂ ਪੰਜਾਬ ਆਏ। ਉਹਨਾਂ ਦਾ ਖਿਆਲ ਹੈ ਕਿ ਇਹ ਦਰਾਵੜੀ ਪੂਰਬੀ ਈਰਾਨ ਤੋਂ ਸਿੰਧ ਰਾਹੀਂ ਪੰਜਾਬ ਆਏ। ਇਸ ਤੇ ਉਹ ਕਹਿੰਦੇ ਨੇ ਕਿ ਸਿੰਧ ਵਸੇਬ ਦੇ ਲੋਕਾਂ ਤੇ ਖਾਸ ਤੌਰ ਤੇ ਪੰਜਾਬ ਦੀ ਜ਼ੁਬਾਨ ਜ਼ਰੂਰ ਪੈਰਾਮੁੰਡਾ ਤੇ ਦੱਖਣੀ ਏਸ਼ੀਆ ਦੀ ਜ਼ੁਬਾਨ ਨਾਲ ਜੁੜਦੀ ਹੈ। ਇਸ ਗੱਲ ਨੂੰ ਅੱਗੇ ਵਧਾਉਂਦਿਆਂ ਉਹ ਕਹਿੰਦੇ ਨੇ ਕਿ ਮੁੱਕਦੀ ਗੱਲ ਇਹ ਹੈ ਕਿ ਰਿਗਵੇਦ ਤੋਂ ਪਹਿਲਾਂ ਪੰਜਾਬ ਅਜਿਹਾ ਇਲਾਕਾ ਹੈ ਜਿੱਥੇ ਪੈਰਾਮੁੰਡਾ ਜ਼ੁਬਾਨ ਦੇ ਥੱਲੇ ਦੀਆਂ ਤਹਿਾਂ ਜ਼ਾਹਿਰ ਤੌਰ ਤੇ ਮੌਜੂਦ ਨੇ। ਇਹ ਸਗੋਂ ਮਸੇਕਾ ਦੀ ਜ਼ੁਬਾਨ ਐਕਸ ਵਰਗੀਆਂ ਨੇ ਜਿਹੜੀ ਗੰਗਾਵਾਦੀ ਦੀ ਹਿੰਦੀ ਦੇ ਕੁਝ ਲਫ਼ਜ਼ਾਂ ਵਿੱਚ ਦਿਖਦੀ ਹੈ। ਆਮ ਤੌਰ ਤੇ ਪੈਰਾਮੁੰਡਾ ਤੇ ਜ਼ੁਬਾਨ ਐਕਸ ਦੀ ਲਫ਼ਜ਼ਾਲੀ ਵਿੱਚ ਜੋ ਉੱਗੜ ਕੇ ਸਾਹਮਣੇ ਆਉਂਦਾ ਹੈ ਉਹ ਜੜੀ ਬੂਟੀਆਂ, ਜਾਨਵਰਾਂ, ਜ਼ਰਾਇਤ, ਦਸਤਕਾਰਾਂ, ਝਾੜੇ ਪਿਸ਼ਾਬ ਦੀ ਥਾਂ, ਕੱਪੜੇ, ਘਰੋਕੀ ਸਮਾਨ ਤੇ ਨਾਚ ਦੇ ਲਫ਼ਜ਼ ਨੇ। ਇਹਨਾਂ ਵਿੱਚ ਕੁਝ ਧਾਰਮਿਕ ਅਕੀਦਿਆਂ ਬਾਰੇ ਵੀ ਸ਼ੈਵਾਂ ਹਨ। ਦਰਾਵੜੀ ਵਪਾਰੀਆਂ ਦੀ ਲਫ਼ਜ਼ਾਲੀ ਦਾ ਕੋਈ ਨਿਸ਼ਾਨ ਰਿਗਵੇਦ ਵਿੱਚ ਨਹੀਂ ਮਿਲਦਾ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਇਸ ਜ਼ੁਬਾਨ ਦੇ ਬੋਲਣ ਵਾਲੇ ਕੋਈ ਨਿਸ਼ਾਨੀ ਛੱਡੇ ਬਿਨਾਂ ਗਾਇਬ ਹੋ ਗਏ ਨੇ ਤੇ ਜਾਂ ਇਹ ਗੱਲ ਵਜ਼ਨੀ ਲੱਗਦੀ ਹੈ ਕਿ ਸਿੰਧ ਵਸੇਬ ਵਾਰੇ ਭਾਵ 2600 ਤੋਂ 1900 BC ਪੰਜਾਬ ਦੀ ਜ਼ੁਬਾਨ ਪੈਰਾਮੁੰਡਾ ਸੀ। ਮਾਈਕਲ ਵਿਟਜ਼ਲ ਦਾ ਕਹਿਣਾ ਹੈ ਕਿ ਸਿੰਧ ਵਸੇਬ ਦੀਆਂ ਲਿਖਤਾਂ ਅਜੇ ਤੀਕਰ ਇਸ ਲਈ ਨਹੀਂ ਪੜ੍ਹੀਆਂ ਗਈਆਂ ਕਿ ਸਾਰੇ ਕਾਢ ਕਰਨ ਵਾਲੇ ਦਰਾਵੜੀ ਨੂੰ ਮੁੱਢ ਬਣਾ ਕੇ ਚੱਲਦੇ ਰਹੇ ਨੇ। ਉਹਨਾਂ ਦਾ ਪੂਰਾ ਨਜ਼ਰੀਆ ਇਹ ਵੇ ਕਿ ਪੈਰਾਮੁੰਡਾ ਤੇ ਦੱਖਣੀ ਏਸ਼ੀਆਈ ਜ਼ੁਬਾਨਾਂ ਬੋਲਣ ਵਾਲੇ ਪੁਰਾਣੇ ਲੋਕਾਂ ਨੇ ਹੀ ਕੰਬੋਡੀਆ ਤੋਂ ਲੈ ਕੇ ਮੈਸੋਪੋਟਾਮੀਆ ਤੀਕਰ ਨਵੇਂ ਵਸੇਬ ਉਸਾਰੇ। ਸਿੰਧ ਦਾ ਵਸੇਬ ਵੀ ਉਹਨਾਂ ਵਸਾਇਆ ਜਿਨ੍ਹਾਂ ਦਾ ਪਹਿਲਾ ਤੇ ਮੁੱਢਲਾ ਕੇਂਦਰ ਪੰਜਾਬ ਸੀ। ਇੱਥੇ ਇਸ ਗੱਲ ਦਾ ਵੇਰਵਾ ਕਰਨ ਦੀ ਲੋੜ ਹੈ ਕਿ ਜ਼ੁਬਾਨ ਕਿਉਂ ਪੇਤਲੀ ਜਾਂ ਸੰਘਣੀ ਜਾਂ ਪਿਛਾਂਹ ਖਿੱਚੂ ਹੁੰਦੀ ਏ। ਜ਼ਾਹਰ ਗੱਲ ਹੈ ਕਿ ਜ਼ੁਬਾਨ ਬੰਦਿਆਂ ਦੀ ਜੁੜਤ ਨਾਲ ਉਸਰਦੀ ਏ ਤੇ ਉਹਨਾਂ ਦੀਆਂ ਆਪਸੀ ਲੋੜਾਂ ਦੇ ਮੁੱਢ ਤੇ ਅੱਗੇ ਵੱਧਦੀ ਏ। ਜੇਕਰ ਸਮਾਜ ਵਿੱਚ ਪੈਦਾਵਾਰੀ ਤੇ ਦੂਜੀਆਂ ਅਦਲਾ ਬਦਲੀਆਂ ਹੋਵਣ ਤਾਂ ਨਵੀਆਂ ਲੋੜਾਂ ਲਈ ਨਵੇਂ ਲਫ਼ਜ਼ ਘੜੇ ਜਾਂਦੇ ਨੇ ਜਾਂ ਪਹਿਲੇ ਤੋਂ ਮੌਜੂਦ ਸ਼ਬਦਾਵਲੀ ਨੂੰ ਨਵੀਆਂ ਘੜਤਾਂ ਰਾਹੀਂ ਬਦਲ ਕੇ ਵਰਤ ਲਿਆ ਜਾਂਦਾ ਹੈ। ਮਿਸਾਲ ਦੇ ਤੌਰ ਤੇ ਇਨਸਾਨਾਂ ਦੀ ਜਿਹੜੀ ਢਾਣੀ ਜੰਗਲ ਵਿੱਚੋਂ ਖਾਦ ਖੁਰਾਕ ਲੱਭ ਕੇ ਜਾਂ ਸ਼ਿਕਾਰ ਕਰਕੇ ਗੁਜ਼ਾਰਾ ਕਰਦੀ ਰਹੀ ਹੈ, ਉਸ ਵਿੱਚ ਪਸ਼ੂ ਪਾਲ ਜਾਂ ਵਾਹੀ ਬੀਜੀ ਦੇ ਸਮਾਜ ਦੀ ਸ਼ਬਦਾਵਲੀ ਨਹੀਂ ਹੋ ਸਕਦੀ। ਜੇਕਰ ਸਮਾਜ ਅਜੇ ਪਸ਼ੂ ਪਾਲ ਦੀ ਮੰਜ਼ਿਲ ਤੇ ਹੈ ਤਾਂ ਉਸ ਕੋਲ ਵਾਹੀ ਬੀਜੀ ਦੀ ਸ਼ਬਦਾਵਲੀ ਨਹੀਂ ਹੋਵੇਗੀ। ਪਰ ਜੇਕਰ ਪਸ਼ੂ ਪਾਲਣ ਨਾਲ ਵਾਹੀ ਬੀਜੀ ਵੀ ਹੋ ਰਹੀ ਹੈ, ਵਾਹੀ ਬੀਜੀ ਵਿੱਚ ਪਸ਼ੂ ਪਾਲਣ ਮਜਬੂਰੀ ਵੀ ਹੈ, ਤਾਂ ਫੇਰ ਜ਼ੁਬਾਨ ਦਾ ਖਿਲਾਰ ਵੀ ਮੋਕਲਾ ਹੁੰਦਾ ਜਾਵੇਗਾ। ਫੇਰ ਜ਼ੁਬਾਨ ਦੇ ਵਧਾ, ਇਕਸਾਰਤਾ ਤੇ ਖਿਲਾਰ ਦਾ ਇਸ ਨਾਲ ਮੁੱਢਲਾ ਸੰਬੰਧ ਹੈ ਕਿ ਜ਼ੁਬਾਨ ਦੇ ਬੋਲਣ ਵਾਲਿਆਂ ਦਾ ਘੇਰਾ ਕਿੰਨਾ ਵੱਡਾ ਹੈ।
ਜੇਕਰ ਲੋਕ ਆਪਣੀਆਂ ਨਿੱਕੀਆਂ-ਨਿੱਕੀਆਂ ਥਾਵਾਂ 'ਤੇ ਇੱਕ ਦੂਜੇ ਨਾਲ ਸ਼ੈਵਾਂ ਦਾ ਵਟਾਂਦਰਾ ਹੀ ਕਰਦੇ ਨੇ, ਤਾਂ ਜ਼ੁਬਾਨ ਵੀ ਉਹਨਾਂ ਦੀਆਂ ਹੱਦਾਂ ਵਿੱਚ ਰਹੇਗੀ। ਪਰ ਜੇਕਰ ਮੰਡੀ ਦੇ ਨਿਜ਼ਾਮ ਵਿੱਚ ਦੂਰੋਂ-ਦੂਰੋਂ ਹਰ ਤਰ੍ਹਾਂ ਦੇ ਲੋਕ ਆਉਂਦੇ ਹੋਵਣ, ਤਾਂ ਜ਼ੁਬਾਨ ਵਿੱਚ ਖਿਲਾਰ ਤੇ ਇਕਸਾਰਤਾ ਆਉਂਦੀ ਜਾਂਦੀ ਏ। ਇਹਨਾਂ ਮੁੱਢਲਿਆਂ ਅਸੂਲਾਂ ਨੂੰ ਸਾਹਮਣੇ ਰੱਖਦਿਆਂ ਅਸੀਂ ਪੰਜਾਬ ਦੇ ਪੁਰਾਣੇ ਇਤਿਹਾਸ ਵੱਲ ਆਉਂਦੇ ਹਾਂ। ਖੁਦਾਈਆਂ ਵਿੱਚੋਂ ਹੜੱਪਾ ਵਸੇਬ ਬਾਰੇ ਕੁਝ ਗੱਲਾਂ ਸਾਬਤ ਨੇ। ਇਹ ਕਿ ਵਾਈ ਬੀਜੀ ਦਾ ਚੋਖਾ ਅੱਗੇ ਵਧਿਆ ਨਿਜ਼ਾਮ ਸੀ ਤੇ ਉਸ ਵਿੱਚ ਵੱਡੇ ਵੱਡੇ ਸ਼ਹਿਰ ਵੀ ਸਨ। ਇਸ ਦਾ ਮਤਲਬ ਹੈ ਕਿ ਹੜੱਪਾ ਵਸੇਬ ਦੀ ਜ਼ੁਬਾਨ ਵਿੱਚ ਪਸ਼ੂ ਪਾਲਣ, ਵਾਈ ਬੀਜੀ ਤੇ ਵਪਾਰ ਰਾਹੀਂ ਪੈਦਾ ਹੋਣ ਵਾਲੀ ਲਫ਼ਜ਼ਾਲੀ ਮੌਜੂਦ ਸੀ। ਵੱਡੇ ਸ਼ਹਿਰਾਂ ਦੀ ਹੋਂਦ ਤੋਂ ਇਹ ਵੀ ਨਤੀਜਾ ਨਿਕਲਦਾ ਹੈ ਕਿ ਉਸ ਵਸੇਬ ਦੀ ਜ਼ੁਬਾਨ ਵਿੱਚ ਖਿਲਾਰ ਤੇ ਇਕਸਾਰਤਾ ਅੱਗੇ ਵੱਧ ਚੁੱਕੀ ਹੋਵੇਗੀ। ਫਿਰ ਇਹ ਵੀ ਹੈ ਕਿ ਇਸ ਤਰ੍ਹਾਂ ਦਾ ਅੱਗੇ ਵਧਿਆ ਸਮਾਜ ਸ਼ਿਕਾਰ ਕਰਨ ਜਾਂ ਪਸ਼ੂ ਪਾਲਣ ਵਾਲਿਆਂ ਤੋਂ ਬਹੁਤਾ ਪੇਚੀਦਾ ਰਹਿੰਦਾ ਹੈ ਤੇ ਉਹਨਾਂ ਦੀ ਜ਼ੁਬਾਨ ਵੀ ਬਹੁਤੀ ਸੰਘਣੀ ਤੇ ਕਈਆਂ ਪਰਤਾਂ ਵਾਲੀ ਹੁੰਦੀ ਹੈ। ਇਸ ਮੁੱਢਲੇ ਅਸੂਲ ਰਾਹੀਂ ਜਾਂਚੀਏ ਤਾਂ ਸਾਨੂੰ ਪਤਾ ਹੈ ਕਿ ਬਾਹਰੋਂ ਆਉਣ ਵਾਲੇ ਆਰੀਆ ਪਸ਼ੂ ਪਾਲਣ ਦੀ ਮੰਜ਼ਿਲ ਤੇ ਸਨ ਤੇ ਉਹਨਾਂ ਦੀ ਸਾਰੀ ਲਫ਼ਜ਼ਾਲੀ ਗਾਵਾਂ ਦੇ ਆਲੇ ਦੁਆਲੇ ਘੁੰਮਦੀ ਸੀ। ਸ਼ੁਰੂ ਵਿੱਚ ਉਹਨਾਂ ਦੀ ਜ਼ੁਬਾਨ ਵਿੱਚ ਵਾਈ ਬੀਜੀ ਤੇ ਵਪਾਰ ਦੀ ਲਫ਼ਜ਼ਾਲੀ ਨਹੀਂ ਸੀ। ਇਸੇ ਲਈ ਰਿਗਵੇਦ ਦੇ ਪਹਿਲੇ ਵਾਰੇ ਵਿੱਚ ਸਾਰੀਆਂ ਹਮਦਾਂ ਜਾਂ ਪ੍ਰਸ਼ੰਸਾ ਭਜਨ ਸਿੱਧੀਆਂ-ਸਿੱਧੀਆਂ ਤੇ ਇੱਕ ਪਾਸੜ ਨੇ, ਜਿਨ੍ਹਾਂ ਵਿੱਚ ਦੇਵਤਿਆਂ ਕੋਲੋਂ ਮਾਲ ਡੰਗਰ ਦੇ ਵਧਾ ਤੇ ਔਲਾਦ ਦੀਆਂ ਦੁਆਵਾਂ ਮੰਗੀਆਂ ਗਈਆਂ ਨੇ। ਅੱਗੇ ਜਾ ਕੇ ਅਸੀਂ ਗੱਲ ਕਰਾਂਗੇ ਕਿ ਉਸ ਵੇਲੇ ਉਹਨਾਂ ਦੇ ਦੇਵਤਾ ਵੀ ਬੰਦਿਆਂ ਵਰਗੇ ਹੀ ਨੇ, ਕਿਉਂਕਿ ਉਹ ਉਸ ਤੋਂ ਵੱਧ ਸੋਚਣ ਜੋਗੇ ਹੀ ਨਹੀਂ ਸਨ। ਫਿਰ ਜਿਵੇਂ-ਜਿਵੇਂ ਉਹਨਾਂ ਦਾ ਸਮਾਜ ਅੱਗੇ ਵਧਿਆ, ਉਹਨਾਂ ਦੇ ਦੇਵਤੇ ਵੀ ਬੰਦਿਆਂ ਨਾਲੋਂ ਬਹੁਤੇ ਵੱਖ ਤੇ ਖਿਆਲੀ ਹੁੰਦੇ ਗਏ। ਸਗੋਂ ਇਹ ਵੀ ਇਹ ਕਿ ਪਹਿਲੇ ਵਾਰੇ ਦੇ ਵੱਡੇ ਦੇਵਤਾ ਜਿਵੇਂ ਇੰਦਰ ਬਾਅਦ ਦੇ ਵਾਰੇ ਵਿੱਚ ਮੁੱਢੋਂ ਹੀ ਗਾਇਬ ਹੋ ਗਏ। ਇਸ ਗੱਲ ਨੂੰ ਸਮਝਣ ਲਈ ਪੰਜਾਬ ਦਾ ਪਿਛਲੇ 500 ਵਰ੍ਹਿਆਂ ਦਾ ਇਤਿਹਾਸ ਵੇਖ ਲਓ। ਪੰਜਾਬ ਦੇ ਚੜ੍ਹਦੇ ਤੇ ਗਵਲੇ ਹਿੱਸੇ ਵਿੱਚ ਵਾਈ ਬੀਜੀ ਤੇ ਮਾੜੀ ਮੋਟੀ ਮੰਡੀ ਦਾ ਨਿਜ਼ਾਮ ਵੀ ਸੀ। ਬਹੁਤੇ ਸ਼ਹਿਰ ਵੀ ਇਸੇ ਇਲਾਕੇ ਵਿੱਚ ਹੀ ਉਸਰੇ। ਲਹਿੰਦਾ ਪੰਜਾਬ ਪਸ਼ੂ ਪਾਲਣ ਦੀ ਮੰਜ਼ਿਲ ਤੇ ਹੀ ਸੀ ਤੇ ਵਾਹੀ ਬਹੁਤ ਹੀ ਘੱਟ ਸੀ। ਇਸ ਲਈ ਤੁਸੀਂ ਵੇਖੋ 15ਵੀਂ ਸਦੀ ਤੇ ਬਾਬਾ ਗੁਰੂ ਨਾਨਕ ਤੋਂ ਲੈ ਕੇ 20ਵੀਂ ਸਦੀ ਤਾਈਂ ਆਉਣ ਵਾਲੇ ਬਹੁਤੇ ਸ਼ਾਇਰ ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਪੀਲੂ, ਹਾਫਿਜ਼ ਬਰਖੁਰਦਾਰ, ਹਾਸ਼ਮ ਸ਼ਾਹ, ਕਾਦਰਯਾਰ, ਮੀਆਂ ਮੁਹੰਮਦ ਤੇ ਮੌਲਵੀ ਗੁਲਾਮ ਰਸੂਲ ਤਾਈਂ ਕੋਈ ਵੀ ਲਹਿੰਦੇ ਪੰਜਾਬ ਦੇ ਪਸ਼ੂ ਪਾਲ ਸਮਾਜ ਵਿੱਚੋਂ ਨਹੀਂ ਆਇਆ। ਸੁਲਤਾਨ ਬਾਹੂ ਹੋਰਾਂ ਦੀ ਵੀ ਪੜ੍ਹਾਈ ਚੜ੍ਹਦੇ ਪੰਜਾਬ ਤੇ ਦਿੱਲੀ ਵਿੱਚ ਹੋਈ ਸੀ। ਦਮੋਦਰ ਦਾਸ ਹੋਰਾਂ ਦੇ ਹੀਰ ਦੇ ਪਿੰਡ ਹੱਟੀ ਪਾਉਣ ਨੂੰ ਖਿਆਲੀ ਮੰਨ ਲਈਏ ਤਾਂ ਇਹ ਦੱਸਣਾ ਮੁਸ਼ਕਲ ਹੈ ਕਿ ਉਹ ਕਿੱਥੋਂ ਦੇ ਸਨ। ਲਹਿੰਦੇ ਪੰਜਾਬ ਵਿੱਚ 19ਵੀਂ ਸਦੀ ਦੇ ਆਖਰੀ ਹਿੱਸੇ ਵਿੱਚ ਵੱਡੇ ਸ਼ਾਇਰ ਖਵਾਜਾ ਗੁਲਾਮ ਫਰੀਦ ਹੋਏ, ਪਰ ਉਹਨਾਂ ਦੀ ਸ਼ਾਇਰੀ ਵਿੱਚ ਵੀ ਰਿਗਵੇਦ ਦੇ ਪਹਿਲੇ ਵਾਰਿਆਂ ਦੀ ਤਰ੍ਹਾਂ ਸਾਰੀਆਂ ਸੈਨਤਾਂ ਪਸ਼ੂ ਪਾਲ ਸਮਾਜ ਦੀਆਂ ਨੇ ਤੇ ਵਾਈ ਬੀਜੀ ਜਾਂ ਹੋਰ ਵਸਤਾਂ ਦੀ ਦੱਸ ਨਹੀਂ ਪੈਂਦੀ। ਪਰ ਇਸ ਵਿੱਚ ਮਾਣ ਜਾਂ ਹੀਣਤਾ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸਮਾਜ ਦੇ ਪੈਦਾਵਾਰੀ ਨਿਜ਼ਾਮ ਨਾਲ ਹੀ ਸਮਾਜੀ ਤੇ ਜ਼ੁਬਾਨ ਦੀਆਂ ਲੋੜਾਂ ਜੁੜੀਆਂ ਹੋਈਆਂ ਨੇ। ਇਸ ਸਾਰੇ ਪਿਛੋਕੜ ਵਿੱਚ ਵੇਖੋ ਤੇ ਇਸ ਗੱਲ ਦਾ ਨਿਤਾਰਾ ਕੋਈ ਮੁਸ਼ਕਲ ਨਹੀਂ ਕਿ ਬਾਹਰੋਂ ਆਉਣ ਵਾਲੇ ਪਸ਼ੂ ਪਾਲ ਆਰੀਆਵਾਂ ਦੀ ਜ਼ੁਬਾਨ ਹੜੱਪੇ ਵਸੇਬ ਦੇ ਲੋਕਾਂ ਦੀ ਜ਼ੁਬਾਨ ਤੋਂ ਬਹੁਤ ਪਿੱਛੇ ਹੋਵੇਗੀ। ਮੁਕਾਮੀ ਲੋਕਾਂ ਤੇ ਕਬਜ਼ੇ ਪਾਰੋਂ ਉਹਨਾਂ ਦੀ ਜ਼ੁਬਾਨ ਨੂੰ ਯਾਦ ਕਰਨ ਤੇ ਅੱਗੇ ਵਧਾਉਣ ਵਾਲੇ ਤਬਕਿਆਂ ਦੀ ਲਗਾਤਾਰ ਹੋਂਦ ਨਾਲ ਵੇਦਾਂ ਦੀ ਸ਼ਕਲ ਵਿੱਚ ਪੁਸਤਕਾਂ ਵੀ ਬਣ ਗਈਆਂ। ਇਹ ਇੰਝ ਹੀ ਹੈ ਜਿਵੇਂ ਮੁਸਲਮਾਨਾਂ ਦੇ ਵਾਰੇ ਦੀਆਂ ਸਾਰੀਆਂ ਮੁੱਢਲੀਆਂ ਪੁਸਤਕਾਂ ਫਾਰਸੀ ਵਿੱਚ ਬਣੀਆਂ ਤੇ ਇਸ ਵਾਰੇ ਜਾਂ ਸਮੇਂ ਬਾਰੇ ਕਾਢ ਕਰਨ ਵਾਲੇ ਉਹਨਾਂ ਤੋਂ ਹੀ ਲਾਭ ਲੈਂਦੇ ਨੇ। ਇਸੇ ਤਰ੍ਹਾਂ ਹੀ ਪੁਰਾਣੇ ਪੰਜਾਬ ਤੇ ਕਾਢ ਕਰਨ ਵਾਲਿਆਂ ਕੋਲ ਵੇਦਾਂ ਤੋਂ ਵੱਖ ਕੁਝ ਹੈ ਹੀ ਨਹੀਂ ਸੀ। ਇਸ ਲਈ ਸਭ ਨੇ ਉਹਨਾਂ ਪੇਤਲੀਆਂ ਜਿਹੀਆਂ ਹਮਦਾਂ ਵਿੱਚੋਂ ਹੀ ਸਭ ਕੁਝ ਲੱਭਣ ਦਾ ਢਿੱਲ ਲਾਇਆ। ਹਕੀਕਤ ਇਹ ਵੇ ਕਿ ਜਿਹੜੀ ਜ਼ੁਬਾਨ ਪੁਰਾਣੀ ਸੰਸਕ੍ਰਿਤ ਹਮਦਾਂ ਤੇ ਫਿਰ ਮਗਰੋਂ ਹਾਕਮ ਮੇਲ ਜਾਂ ਹਾਕਮ ਜਮਾਤ ਦੀਆਂ ਲੋੜਾਂ ਲਈ ਬਣੀ, ਉਹ ਲੁਕਾਈ ਦੀ ਜ਼ੁਬਾਨ ਤੋਂ ਮੁੱਢੋਂ ਵੱਖ ਸੀ। ਜਦ ਆਰੀਆਵਾਂ ਦੀਆਂ ਪੈਦਾਵਾਰੀ ਤੇ ਸਮਾਜੀ ਲੋੜਾਂ ਵਧੀਆਂ ਤੇ ਉਹਨਾਂ ਨੂੰ ਮਜਬੂਰਨ ਮੁਕਾਮੀ ਜ਼ੁਬਾਨਾਂ ਤੋਂ ਸ਼ਬਦਾਵਲੀ ਲੈਣੀ ਪਈ। ਰਿਗਵੇਦ ਦੇ ਪਹਿਲੇ ਵਾਰੇ ਤੇ ਪਾਣਨੀ ਦੀ ਸ਼ਬਦਾਵਲੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਪਾਣਨੀ ਦੇ ਵੇਲੇ ਤੀਕਰ ਸੰਸਕ੍ਰਿਤ ਮੁਕਾਮੀ ਜ਼ੁਬਾਨਾਂ ਦੀ ਢੇਰ ਸ਼ਬਦਾਵਲੀ ਲੈ ਚੁੱਕੀ ਸੀ। ਪਰ ਇਹ ਸਭ ਕੁਝ ਕਰਕੇ ਵੀ ਸੰਸਕ੍ਰਿਤ ਲੁਕਾਈ ਦੀ ਜ਼ੁਬਾਨ ਨਾ ਬਣੀ ਤੇ ਅਖੀਰ ਕਿਤੇ ਉਤਲੇ ਖਾਨਿਆਂ ਵਿੱਚ ਕੈਦ ਹੋ ਗਈ। ਸੰਸਕ੍ਰਿਤ ਤੇ ਸਭ ਤੋਂ ਨੇੜੇ ਹਿੰਦੀ ਜ਼ੁਬਾਨ ਹੈ, ਪਰ ਉਹਦੇ ਵਿੱਚ ਵੀ 80% ਲਫ਼ਜ਼ ਦੂਜੀਆਂ ਬੋਲੀਆਂ ਤੋਂ ਲਏ ਗਏ ਨੇ। ਇਹ ਗੱਲ ਮੰਨਣਯੋਗ ਹੈ ਕਿ ਮੁਕਾਮੀ ਜ਼ੁਬਾਨਾਂ ਨੇ ਜੇ ਸੰਸਕ੍ਰਿਤ ਤੋਂ ਸ਼ਬਦਾਵਲੀ ਲਈ ਤਾਂ ਫਾਰਸੀ ਅਰਬੀ ਤੋਂ ਵੀ ਘੱਟ ਨਹੀਂ ਲਈ, ਪਰ ਅਖੀਰ ਤੇ ਪੰਜਾਬੀ ਵਰਗੀ ਲੋਕ ਜ਼ੁਬਾਨ ਨੇ ਆਪਣੀ ਪਛਾਣ ਕਾਇਮ ਰੱਖੀ। ਹੁਣ ਗੁੰਝਲ ਇਹ ਪਈ ਕਿ ਸੰਸਕ੍ਰਿਤ ਵਿੱਚ ਪੁਸਤਕਾਂ ਵੀ ਬਣ ਗਈਆਂ। ਹਾਕਮ ਜਮਾਤ ਦੇ ਅਸ਼ਰਾਫੀਆ ਜਾਂ ਕੁਲੀਨ ਵਰਗ ਦਾ ਰੋਹਬ ਵੀ ਸੀ ਤੇ ਇਸ ਦੇ ਪਿੱਛੇ ਇੱਕ ਲੰਮਾ ਚੌੜਾ ਪੰਡਤਵਾਦੀਆਂ ਦਾ ਪ੍ਰਚਾਰ ਵੀ। ਇਸ ਲਈ ਸਾਰੀਆਂ ਲੋਕ ਜ਼ੁਬਾਨਾਂ ਤੇ ਕਾਢ ਕਰਨ ਵਾਲਿਆਂ ਹਰ ਲਫ਼ਜ਼ ਦਾ ਮੁੱਢ ਸੰਸਕ੍ਰਿਤ ਵਿੱਚੋਂ ਲੱਭਣਾ ਸ਼ੁਰੂ ਕਰ ਦਿੱਤਾ। ਇਹ ਉਲਟਾ ਗੇੜ ਸੀ ਕਿ ਜਿਨ੍ਹਾਂ ਜ਼ੁਬਾਨਾਂ ਤੋਂ ਸੰਸਕ੍ਰਿਤ ਨੇ ਲਫ਼ਜ਼ ਲਏ ਸਨ, ਉਹਨਾਂ ਨੇ ਹੀ ਆਪਣੀਆਂ ਟੱਬਰੀ ਜ਼ੁਬਾਨਾਂ ਦੀ ਥਾਂ ਸੰਸਕ੍ਰਿਤ ਤੋਂ ਲਫ਼ਜ਼ ਮੰਗਣੇ ਸ਼ੁਰੂ ਕਰ ਦਿੱਤੇ।
ਇਸੇ ਹੀ ਪਿਛੋਕੜ ਵਿੱਚ ਇਹ ਦਾਅਵਾ ਵੀ ਸੱਚਾ ਲੱਗਣ ਲੱਗ ਪਿਆ ਕਿ ਸੰਸਕ੍ਰਿਤ ਹੀ ਹਿੰਦੁਸਤਾਨ ਦੀਆਂ ਜ਼ੁਬਾਨਾਂ ਦੀ ਮਾਂ ਹੈ। ਸੰਸਕ੍ਰਿਤ ਵਰਤਣ ਵਾਲੇ ਹਾਕਮ ਤੇ ਪੁਜਾਰੀ ਮੇਲ ਨੇ ਰਲ ਕੇ ਸਾਰੇ ਹਿੰਦੁਸਤਾਨ ਤੇ ਰਾਜ ਕੀਤਾ ਸੀ। ਇਸ ਲਈ ਉਹਨਾਂ ਸਾਰਿਆਂ ਇਲਾਕਿਆਂ ਦੀਆਂ ਜ਼ੁਬਾਨਾਂ ਵਿੱਚੋਂ ਲਫ਼ਜ਼ ਲਏ। ਇਸ ਨਾਲ ਇਹ ਭੁਲੇਖਾ ਜੰਮਿਆ ਕਿ ਸੰਸਕ੍ਰਿਤ ਉਹਨਾਂ ਜ਼ੁਬਾਨਾਂ ਦਾ ਮੁੱਢ ਹੈ। ਇਹੀ 700 ਸਾਲ ਦੇ ਫਾਰਸੀ ਗਲਬੇ ਨਾਲ ਹੋਇਆ ਕਿ ਇਸ ਇਲਾਕੇ ਦੀ ਹਰ ਜ਼ੁਬਾਨ ਵਿੱਚ ਸੈਂਕੜੇ ਅਰਬੀ ਤੇ ਫਾਰਸੀ ਲਫ਼ਜ਼ ਆ ਗਏ। ਇਸ ਲਈ ਇੱਥੇ ਜੰਮਣ ਵਾਲੀ ਉਰਦੂ ਜ਼ੁਬਾਨ ਦੇ ਹਰ ਲਫ਼ਜ਼ ਦਾ ਮੁੱਢ ਅਰਬੀ ਫਾਰਸੀ ਵਿੱਚੋਂ ਲੱਭਣ ਦਾ ਵਰਤਾਰਾ ਸ਼ੁਰੂ ਹੋ ਗਿਆ। ਪਾਕਿਸਤਾਨ ਵਿੱਚ ਇਸ ਵਰਤਾਰੇ ਦੇ ਨਾਲ-ਨਾਲ ਹਰ ਨਵੀਂ ਇਲਮੀ ਲੋੜ ਲਈ ਫਾਰਸੀ ਤੇ ਅਰਬੀ ਡਿਕਸ਼ਨਰੀਆਂ ਨੂੰ ਹੀ ਮੁੱਢ ਮੰਨਿਆ ਗਿਆ। ਚੜ੍ਹਦੇ ਪੰਜਾਬ ਵਿੱਚ ਆਲਮਾਂ ਫਾਜ਼ਲਾਂ ਨੇ ਇਹੋ ਜਿਹੀਆਂ ਲੋੜਾਂ ਲਈ ਸੰਸਕ੍ਰਿਤ ਤੇ ਹਿੰਦੀ ਦਾ ਵਿਰਦ ਸ਼ੁਰੂ ਕਰ ਦਿੱਤਾ। ਸੰਸਕ੍ਰਿਤ ਦੀ ਇਸ ਮੁੱਢਲੀ ਹੈਸੀਅਤ ਨੂੰ ਕੁਝ ਆਲਮਾਂ ਨੇ ਨਾ ਸਿਰਫ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਹੈ, ਸਗੋਂ 2 ਸਦੀਆਂ ਤੋਂ ਬਣੇ ਹੋਏ ਨਜ਼ਰੀਏ, ਵਿਸ਼ਵਾਸ ਤੇ ਈਮਾਨ ਬਾਰੇ ਸਵਾਲ ਵੀ ਚੁੱਕੇ ਨੇ। ਵਿਟਜ਼ਲ ਨੇ ਇਸ ਬਾਰੇ ਕਿਹਾ, ਰਿਗਵੇਦ ਦੇ 700 ਸਾਲਾਂ ਵਿੱਚ ਪੰਜਾਬ ਅੰਦਰ ਪਸ਼ੂ ਪਾਲਣਾ ਵੱਧਦਾ ਰਿਹਾ, ਜਿਸ ਵਿੱਚ ਸਿਰਫ ਦਰਿਆਵਾਂ ਦੇ ਨਾਂ ਬਦਲੇ ਗਏ। ਪਰ ਕੁਝ ਹੜੱਪੇ ਵਸੇਬ ਦੇ ਮਗਰੋਂ ਦੇ ਪੇਂਡੂ ਲੋਕਾਂ ਨੇ ਵਾਹੀ ਬੀਜੀ ਜਾਰੀ ਰੱਖੀ, ਖਾਸ ਕਰ ਉਹਨਾਂ ਇਲਾਕਿਆਂ ਵਿੱਚ ਜਿੱਥੇ ਵੇਲੇ-ਵੇਲੇ ਨਾਲ ਹੜ੍ਹ ਪੈਂਦੇ ਸਨ ਜਾਂ ਪਾਣੀ ਲਾਉਣ ਦਾ ਕੋਈ ਹੋਰ ਪ੍ਰਬੰਧ ਹੋ ਸਕਦਾ ਸੀ। ਇਹ ਲੋਕ ਮੁੱਢੋਂ ਆਰੀਆਵਾਂ ਤੋਂ ਵੱਖ ਸਨ ਤੇ ਬਕੌਲ ਕਾਇਪਰ ਵਾਹੀ ਬੀਜੀ ਦੀ ਸਾਰੀ ਲਫ਼ਜ਼ਾਲੀ ਗੈਰ ਆਰੀਆਵਾਂ ਵੱਲੋਂ ਆਈ। ਇਸ ਗੱਲ ਤੇ ਵੀ ਗੌਰ ਕਰੋ ਕਿ ਰਿਗਵੇਦ ਦੇ ਅਖੀਰੀ ਵਾਰੇ ਵਿੱਚ ਵੀ ਵਿਸ਼ਵਾਮਿੱਤਰ ਤੇ ਉਹਦਾ ਪੁੱਤਰ ਕੀਕਟ ਨਾਂ ਦੇ ਮੁਕਾਮੀ ਲੋਕਾਂ ਦੀ ਘੱਟ ਮੱਤ ਬਾਰੇ ਕਹਿੰਦੇ ਨੇ ਕਿ ਕੀਕਟਾਂ ਨੂੰ ਗਾਵਾਂ ਦੀ ਕੀ ਸਾਰ ਹੋ ਸਕਦੀ ਏ। ਜ਼ਾਹਰ ਗੱਲ ਹੈ ਕਿ ਕੀਕਟ ਕਬੀਲੇ ਦੇ ਮੁਕਾਮੀ ਹੜੱਪੀ ਲੋਕ ਵਾਹੀ ਬੀਜੀ ਵਾਲੇ ਸਨ ਤੇ ਉਹਨਾਂ ਨੂੰ ਗਾਵਾਂ ਦੀ ਆਰੀਆਵਾਂ ਵਾਲੀ ਚਿੰਤਾ ਨਹੀਂ ਹੋ ਸਕਦੀ ਸੀ। ਕਾਇਪਰ ਨੇ ਆਪਣੀ ਗੱਲ ਨੂੰ ਸਾਬਤ ਕਰਨ ਲਈ 380 ਲਫ਼ਜ਼ਾਂ ਦੀ ਲਿਸਟ ਦਿੱਤੀ ਹੈ, ਜਿਹੜੇ ਕਿਸੇ ਵੀ ਤਰ੍ਹਾਂ ਇੰਡੋ ਯੂਰਪੀਅਨ ਜਾਂ ਆਰੀਆਵਾਂ ਦੇ ਨਹੀਂ ਹੋ ਸਕਦੇ। ਕਾਇਪਰ ਦਾ ਤਾਂ ਇਹ ਵੀ ਦਾਅਵਾ ਹੈ ਕਿ ਰਿਗਵੇਦ ਦੀਆਂ ਹਮਦਾਂ ਵਿੱਚ ਵੀ ਲਫ਼ਜ਼ਾਂ ਦੀ ਰਲਤ ਹੈ। ਉਹ ਫਰੈਂਕਲਿਨ ਸਾਊਥਵਰਥ ਦੇ ਇਸ ਨਤੀਜੇ ਦੀ ਵੀ ਹਮਾਇਤ ਕਰਦੇ ਨੇ ਕਿ ਸੰਸਕ੍ਰਿਤ ਤੇ ਮੁਕਾਮੀ ਜ਼ੁਬਾਨਾਂ ਦੀ ਰਲਤ ਉਤਲੀ ਪੱਧਰ ਦੀ ਥਾਂ ਥਲੜੇ ਲੋਕਾਂ ਦੇ ਮੇਲ-ਜੋਲ ਨਾਲ ਹੋਈ। ਇਸ ਤੋਂ ਵਿਟਜ਼ਲ ਇਹ ਨਤੀਜਾ ਕੱਢਦੇ ਨੇ ਕਿ ਇਹ ਥਲੜੀ ਪੱਧਰ ਦੇ ਉਹਨਾਂ ਲੋਕਾਂ ਰਾਹੀਂ ਹੋਈ ਜਿਹੜੇ ਮੁਕਾਮੀ ਜ਼ੁਬਾਨਾਂ ਦੇ ਜਾਣਨ ਦੇ ਨਾਲ-ਨਾਲ ਸੰਸਕ੍ਰਿਤ ਵੀ ਜਾਣਦੇ ਸਨ। ਅਸੀਂ ਅੱਗੇ ਜਾ ਕੇ ਦੱਸਾਂਗੇ ਕਿ ਇਹਨਾਂ ਵਿੱਚ ਮੁਕਾਮੀ ਜ਼ੁਬਾਨਾਂ ਦੇ ਗਵਈਏ ਵੀ ਸਨ, ਜਿਹੜੇ ਆਰੀਆਵਾਂ ਦੀ ਇਬਾਦਤ ਵੇਲੇ ਹਮਦਾਂ ਵੀ ਪੜ੍ਹਦੇ ਸਨ। ਇਹ ਇੰਝ ਹੀ ਏ ਜਿਵੇਂ ਮਹਿਦੀ ਹਸਨ ਤੇ ਗੁਲਾਮ ਅਲੀ ਖਾਂਦੇ-ਪੀਂਦੇ ਤਬਕਿਆਂ ਤੋਂ ਕਮਾਈ ਕਰਨ ਲਈ ਗਜ਼ਲਾਂ ਗਾਉਂਦੇ ਹੋਣ। ਸਵਾਲ ਇਹ ਵੇ ਕਿ ਜੇ ਅਸੀਂ ਸੰਸਕ੍ਰਿਤ ਨੂੰ ਪੰਜਾਬੀ ਦੀ ਮਾਂ ਮੰਨਣ ਦੀ ਬਜਾਏ ਇਹ ਮੰਨੀਏ ਕਿ ਇਹ ਬੋਲੀ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਪੂਰੀ ਲੋਕ ਜ਼ੁਬਾਨ ਸੀ, ਤਾਂ ਫਿਰ ਇਹ ਵੇਖਿਆ ਜਾਣਾ ਚਾਹੀਦਾ ਹੈ ਕਿ ਉਸ ਵੇਲੇ ਇਸ ਤਰ੍ਹਾਂ ਹੋਰ ਕਿੰਨੀਆਂ ਜ਼ੁਬਾਨਾਂ ਸਨ। ਮਤਲਬ ਇਹ ਕਿ ਪੰਜਾਬੀ ਕਿਹੜੇ ਟੱਬਰ ਦੀ ਜ਼ੁਬਾਨ ਸੀ। ਪਿੱਛੇ ਗੱਲ ਛੋਈ ਗਈ ਸੀ ਕਿ ਵਿਟਜ਼ਲ ਦਾ ਨਜ਼ਰੀਆ ਹੈ ਕਿ ਪੰਜਾਬੀ ਮੁੰਡਾ ਤੇ ਦੱਖਣੀ ਏਸ਼ੀਆਈ ਜ਼ੁਬਾਨਾਂ ਦੇ ਟੱਬਰ ਵਿੱਚੋਂ ਏ। ਉਹਨਾਂ ਦੇ ਇਸ ਨਜ਼ਰੀਏ ਨੂੰ ਜਾਂਚਣ ਲਈ ਅਸੀਂ ਕੁਝ ਠੁੰਗੇ ਮਾਰ ਕੇ ਵੇਖਿਆ ਤੇ ਪਤਾ ਲੱਗਦਾ ਹੈ ਕਿ ਉਹਨਾਂ ਦੇ ਦਾਅਵੇ ਵਿੱਚ ਵਜ਼ਨ ਹੈ। ਮਿਸਾਲ ਦੇ ਤੌਰ ਤੇ ਅੱਜ ਵੀ ਪੰਜਾਬ ਤੋਂ ਦੁਰਾਡੇ ਕਈ ਹਿੰਦੁਸਤਾਨੀ ਇਲਾਕਿਆਂ ਵਿੱਚ ਬੋਲੀਆਂ ਜਾਵਣ ਵਾਲੀਆਂ ਜ਼ੁਬਾਨਾਂ ਦੇ ਲਫ਼ਜ਼ ਪੰਜਾਬੀ ਨਾਲ ਸਾਂਝੇ ਨੇ। ਇਹਨਾਂ ਵਿੱਚ ਸੰਥਾਲੀ ਜ਼ੁਬਾਨ ਵੀ ਏ, ਜਿਹੜੀ ਅਸਾਮ, ਬਿਹਾਰ, ਝਾਰਖੰਡ, ਮਿਜ਼ੋਰਮ, ਉੜੀਸਾ ਤੇ ਬੰਗਾਲ ਦੇ ਕਈ ਇਲਾਕਿਆਂ ਵਿੱਚ ਬੋਲੀ ਜਾਂਦੀ ਏ। ਇਸ ਦੇ ਪੰਜਾਬੀ ਨਾਲ ਸਾਂਝੇ ਲਫ਼ਜ਼ ਵੇਖੋ ਤੇ ਪਤਾ ਲੱਗਦਾ ਹੈ ਕਿ ਕਈ ਹਜ਼ਾਰ ਨੇ। ਉਂਝ ਤੇ ਦੋਹਾਂ ਜ਼ੁਬਾਨਾਂ ਵਿੱਚ ਹੀ ਸੰਸਕ੍ਰਿਤ, ਹਿੰਦੀ, ਫਾਰਸੀ ਤੇ ਅਰਬੀ ਦੇ ਬਹੁਤ ਸਾਰੇ ਲਫ਼ਜ਼ ਵੜ ਗਏ ਨੇ ਤੇ ਉਹ ਸਾਂਝੇ ਵੀ ਨੇ, ਪਰ ਅਸੀਂ ਸਿਰਫ ਇੱਥੇ ਕੁਝ ਅਜਿਹੇ ਲਫ਼ਜ਼ ਹੀ ਦਿਆਂਗੇ ਜਿਹੜੇ ਦੋਹਾਂ ਜ਼ੁਬਾਨਾਂ ਤੋਂ ਵੱਖ ਕਿਤੇ ਘੱਟ ਮਿਲਦੇ ਨੇ, ਜਿਵੇਂ ਕੁੜੀ, ਇੱਟ, ਰੰਡੀ, ਬੇਵਾ, ਝੋਲਾ, ਬੁੱਢੀ, ਬਾਲ, ਦੁਖੜਾ, ਦਾਮੁੜ ਜਾਂ ਧਮੋੜੀ, ਜੋਤਾ, ਵਾਹੁਣ ਦੀ ਸ਼ਿਫਟ, ਰਾਂਝਾ ਜੋਤਰਾ ਵਾਹ ਕੇ ਥੱਕ ਰਿਹਾ, ਜੋਤਰ, ਲੋਹ ਜਾਂ ਰੋਟੀਆਂ ਪਕਾਉਣ ਵਾਲਾ ਬਹੁਤ ਵੱਡਾ ਤਵਾ ਤੇ ਉਹਨਾਂ, ਉਹ ਵਗੈਰਾ। ਫਿਰ ਲਫ਼ਜ਼ਾਂ ਦੀ ਇੱਕ ਉਹ ਲੜੀ ਏ ਜੋ ਇਹਨਾਂ ਜ਼ੁਬਾਨਾਂ ਤੋਂ ਸੰਸਕ੍ਰਿਤ ਤੇ ਹਿੰਦੀ ਵਿੱਚ ਗਈ ਹੋਵੇਗੀ, ਜਿਵੇਂ ਕਾਂਸਾ ਜਾਂ ਪਿੱਤਲ, ਪਿੱਪਲ, ਪਿੱਤਲ, ਜਾਲਣ ਭਾਵ ਅੱਗ ਬਾਲਣਾ, ਮੋਰ, ਘਾਹ, ਕੋਹਣੀ, ਛੜੀ, ਬਾਰਗੀ ਜਾਂ ਭਾਜੀ, ਕਾਹੂ ਜਾਂ ਕਾਂ, ਦਾੜੀ, ਸਾਨਮ ਜਾਂ ਸਾਲਮ, ਪੰਖੜ, ਪਖੇਰੂ ਜਾਂ ਪੰਛੀ, ਸਾਏ ਭਾਵ 100, ਬਾਗਣ ਭਾਵ ਬਾਗ, ਜਵਾਈ, ਕਹਿਣੀ ਭਾਵ ਕਹਾਣੀ, ਦੁੱਖ, ਬਾਹਰੇ ਭਾਵ ਬਾਹਰ, ਬੈਰੀ, ਵੈਰੀ ਜਾਂ ਦੁਸ਼ਮਣ, ਦਿਨਮ ਜਾਂ ਹਰ ਰੋਜ਼, ਚੁੱਲ੍ਹਾ, ਜਾਲਾ ਜਾਂ ਜਾਲ, ਜਵਾਨ, ਕਾਤਬ, ਕਾਤਬ ਭਾਵ ਉਂਗਲੀ ਵਗੈਰਾ। ਪਰ ਇਸ ਤੋਂ ਵੀ ਵੱਧ ਇਹ ਹੈ ਕਿ ਸੰਥਾਲੀ ਦੇ ਬਹੁਤ ਸਾਰੇ ਲਫ਼ਜ਼ ਪੰਜਾਬੀ ਲਫ਼ਜ਼ਾਂ ਦੇ ਮੁੱਢ ਦਾ ਪਤਾ ਦੱਸਦੇ ਨੇ। ਸੰਥਾਲੀ ਵਿੱਚ ਜੰਗੀ ਜਾਂ ਜੰਗਾਂ ਪੈਰ ਲਈ ਹੈ, ਜਿਹੜਾ ਬਾਬਾ ਫਰੀਦ ਨੇ ਵਰਤਿਆ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ।
ਤੇ ਵਾਰਸ ਸ਼ਾਹ ਹੋਰਾਂ ਪਹਾੜੀ ਲਹਿਜੇ ਦੇ ਡਾਇਲਾਗ ਵਿੱਚ ਲਿਖਿਆ ਹੈ, ਕਦੇ ਕਦੇ ਵੰਜੀ ਛੱਕੇ ਮਾਣੂਆਂ ਵੋ ਚੰਗੀ ਕਾਪ ਸੁੱਟੂ ਜਿਵੇਂ ਕੰਟਕਾਰਾ। ਪੰਜਾਬੀ ਵਿੱਚ ਝੰਗੀ ਦਾ ਮਤਲਬ ਲੱਤਾਂ ਲਿਆ ਜਾਂਦਾ ਹੈ, ਪਰ ਇਸ ਦਾ ਮੁੱਢ ਪੈਰ ਹੈ। ਸੰਥਾਲੀ ਵਿੱਚ ਪੇਟ ਲਈ ਗੋਬਰੀ ਦਾ ਲਫ਼ਜ਼ ਹੈ ਤੇ ਲੱਗਦਾ ਹੈ ਕਿ ਗੋਬਰ ਜਾਂ ਗੋਹਾ ਇੱਥੋਂ ਹੀ ਨਿਕਲਿਆ ਹੈ। ਇਸੇ ਤਰ੍ਹਾਂ ਇਸ ਜ਼ੁਬਾਨ ਵਿੱਚ ਸੱਪ ਲਈ ਬੀਨ ਦਾ ਲਫ਼ਜ਼ ਹੈ ਤੇ ਇਹ ਸੱਪਾਂ ਵਾਲਿਆਂ ਦੀ ਵਜਾਵਣ ਵਾਲੀ ਬੀਨ ਦਾ ਮੁੱਢ ਜਾਪਦਾ ਹੈ। ਗਾਵਣ ਲਈ ਸਰਨ ਤੇ ਜ਼ੁਬਾਨ ਲਈ ਅਲਨ ਦੇ ਲਫ਼ਜ਼ਾਂ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਗਾਉਣ ਦੀ ਸੁਰ ਲਾਉਣਾ ਇੱਥੋਂ ਬਣਿਆ ਤੇ ਇਲਾਵਨ ਤੋਂ ਇਲਵਾਨਾ ਤੇ ਅਲਾਪ ਵਗੈਰਾ ਨਿਕਲੇ ਨੇ। ਸੰਥਾਲੀ ਦੇ ਲਫ਼ਜ਼ਾਂ ਦਾ ਇੱਕ ਜ਼ਖੀਰਾ ਹੈ ਜਿਹੜਾ ਪੰਜਾਬੀ ਲਫ਼ਜ਼ਾਲੀ ਦੇ ਮੁੱਢ ਦੀ ਦੱਸ ਪਾਉਂਦਾ ਹੈ। ਸੰਥਾਲੀ ਪੈਰਾਮੁੰਡਾ ਜਾਂ ਦੱਖਣੀ ਏਸ਼ੀਆਈ ਜ਼ੁਬਾਨਾਂ ਦੇ ਟੱਬਰ ਵਿੱਚੋਂ ਮੰਨੀ ਜਾਂਦੀ ਹੈ। ਬੇਵਾ ਔਰਤ ਲਈ ਰੰਡੀ ਦਾ ਲਫ਼ਜ਼ ਪੰਜਾਬੀ ਤੋਂ ਵੱਖ ਘੱਟ ਜ਼ੁਬਾਨਾਂ ਵਿੱਚ ਹੀ ਲੱਭਦਾ ਹੈ। ਇਹਨਾਂ ਵਿੱਚ ਵੇਖੋ ਕਿ ਕੁੜੀ, ਰੰਡੀ ਤੇ ਇੱਟ ਜਿਹੇ ਲਫ਼ਜ਼ ਤਾਂ ਪੰਜਾਬੀ ਦੇ ਸਭ ਤੋਂ ਨੇੜੇ ਦੀ ਜ਼ੁਬਾਨ ਸਿੰਧੀ ਵਿੱਚ ਵੀ ਨਹੀਂ ਹਨ। ਸਿੰਧੀ ਵਿੱਚ ਕੁੜੀ ਨੂੰ ਛੋਰੀ, ਇੱਟ ਨੂੰ ਸਰ ਤੇ ਬੇਵਾ ਨੂੰ ਜ਼ਾਲ ਰਨ ਜਾਂ ਵਿਧਵਾ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਕਈ ਅਜਿਹੇ ਇਜ਼ਹਾਰ ਨੇ ਜਿਨ੍ਹਾਂ ਦਾ ਅੱਗਾ ਪਿੱਛਾ ਪਤਾ ਨਹੀਂ ਲੱਗਦਾ, ਜਿਵੇਂ ਅੱਕੜ ਬੱਕੜ ਬੰਨੇ ਪੌ ਹੈ। ਸੰਥਾਲੀ ਵਿੱਚ ਅੱਕੜ ਬੱਕੜ ਦਾ ਮਤਲਬ ਹੈ ਬਿਨਾਂ ਕਿਸੇ ਸਿਲਸਿਲੇ ਦੇ ਜਾਂ ਰੈਂਡਮ ਗਿਣਨਾ ਜਾਂ ਗੱਲ ਕਰਨਾ ਤੇ ਪੌ ਦਾ ਮਾਇਨਾ ਹੈ ਖੋਦਣਾ ਜਾਂ ਲੱਭਣਾ। ਇਸੇ ਤਰ੍ਹਾਂ ਨੀਲ ਕਰਾਈਆਂ ਨੀਲਕਾਂ ਦਾ ਇਜ਼ਹਾਰ ਹੈ। ਸੰਥਾਲੀ ਵਿੱਚ ਨੀਲ ਦਾ ਮਤਲਬ ਕਿਸੇ ਨੂੰ ਨੀਝ ਨਾਲ ਵੇਖਣਾ, ਜਾਣਨਾ ਤੇ ਪਛਾਣਨਾ ਹੈ, ਜਿਸ ਨੂੰ ਅਸੀਂ ਪੰਜਾਬੀ ਦਾ ਅੱਖ ਲੱਗਣਾ ਵੀ ਕਹਿ ਸਕਦੇ ਹਾਂ। ਤੇ ਨੀਲਕਾਂ ਦਾ ਮਤਲਬ ਮੇਲਾ ਹੈ। ਇਸ ਲਈ ਇਹਦਾ ਮਤਲਬ ਨਿਕਲਿਆ ਕਿ ਅੱਖ ਲੱਗੀ ਤੇ ਮੇਲਾ ਲੱਗਾ, ਯਾਨੀ ਮੇਲ ਹੋ ਗਿਆ। ਸੰਥਾਲੀ ਵਿੱਚ ਤੇ ਪੰਜਾਬੀ ਵਿੱਚ ਇੱਕ ਹੀ ਤਰ੍ਹਾਂ ਕਿਸੇ ਲਫ਼ਜ਼ ਦੇ ਨਾਲ ਅਲਫ ਗੁਰਮੁਖੀ ਵਿੱਚ ਐੜਾ ਜਾਂ ਨਾ ਲਾ ਕੇ ਉਲਟਾਇਆ ਜਾਂਦਾ ਹੈ, ਜਿਵੇਂ ਭਾਗਾ ਕਿਸਮਤ ਵਾਲਾ ਤੋਂ ਅਭਾਗਾ ਬਦਕਿਸਮਤ ਬੰਦਾ ਹੈ। ਪੰਜਾਬੀ ਵਿੱਚ ਲਫ਼ਜ਼ ਨੂੰ ਦੋਹਰਾ ਰੂਪ ਦੇਣਾ ਬੜਾ ਆਮ ਹੈ, ਜਿਵੇਂ ਰੋਟੀ ਛੋਟੀ, ਪਾਣੀ ਵਾਣੀ, ਕੰਮ ਵਮ ਵਗੈਰਾ। ਪੰਜਾਬੀ ਵਿੱਚ ਤਾਂ ਇਹ ਸਿਰਫ ਬੋਲਣ ਵਿੱਚ ਆਉਂਦਾ ਹੈ, ਪਰ ਸੰਥਾਲੀ ਵਿੱਚ ਇਸ ਨਾਲ ਲਿਖੇ ਜਾਣ ਵਾਲੇ ਲਫ਼ਜ਼ ਬਣਦੇ ਨੇ। ਇਸ ਤਰ੍ਹਾਂ ਅਸੀਂ ਮੁੰਡਾ ਟੱਬਰ ਦੀ ਇੱਕ ਹੋਰ ਜ਼ੁਬਾਨ ਖਾਸੀ ਤੇ ਉੜਦੀ ਜਿਹੀ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਏ। ਉਸ ਵਿੱਚ ਅਸੀਂ ਬਹੁਤੇ ਲਫ਼ਜ਼ ਤਾਂ ਨਹੀਂ ਲੱਭ ਸਕੇ, ਪਰ ਕੁਝ ਲੱਭੇ ਲਫ਼ਜ਼ ਪੰਜਾਬੀ ਦੀ ਮੁੱਢਲੀ ਲਫ਼ਜ਼ਾਲੀ ਨਾਲ ਸਾਂਝ ਦਾ ਇਸ਼ਾਰਾ ਦਿੰਦੇ ਨੇ। ਖਾਸੀ ਵਿੱਚ ਦਰਿਆ ਲਈ ਵਾਹ ਤੇ ਸੰਥਾਲੀ ਵਿੱਚ ਦਰਿਆਓ ਹੈ, ਜਿਹੜਾ ਪੰਜਾਬੀ ਵਿੱਚ ਵੀ ਵਰਤਿਆ ਜਾਂਦਾ ਹੈ। ਜਦੋਂ ਤੀਕਰ ਹੈ ਜ਼ਮੀਨ ਅਸਮਾਨ ਕਾਇਮ, ਤਦੋਂ ਤੱਕ ਇਹ ਵਾਹ ਸਭ ਵਹਿਣਗੇ ਨੀ। ਵਾਰਸ ਸ਼ਾਹ ਬੰਦ 391। ਇੱਥੋਂ ਹੀ ਪੰਜਾਬੀ ਦਾ ਲਫ਼ਜ਼ ਵਹਿਣੀ ਜਾਂ ਨਾਲੀ ਨਿਕਲਿਆ ਹੈ। ਖਾਸੀ ਤੇ ਪੰਜਾਬੀ ਵਿੱਚ ਪਿਸ਼ਾਬ ਲਈ ਮੂਤ ਦਾ ਇੱਕ ਹੀ ਲਫ਼ਜ਼ ਹੈ। ਖਾਸੀ ਵਿੱਚ ਹੜ੍ਹ ਲਈ ਵੇਹ ਦਾ ਲਫ਼ਜ਼ ਹੈ ਤੇ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਤੋਂ 5-6 ਮੀਲ ਦੂਰ ਤੱਕ ਵਿਆਹ ਜਾਂ ਵੇਹਾ ਨਾਂ ਦਾ ਨਾਲਾ ਸੀ, ਜਿਸ ਵਿੱਚ ਹੜ੍ਹ ਦੇ ਦਿਨਾਂ ਵਿੱਚ ਪਾਣੀ ਆਉਂਦਾ ਸੀ। ਖਾਸੀ ਵਿੱਚ ਹੜ੍ਹ ਲਈ ਡਾਕ ਦਾ ਲਫ਼ਜ਼ ਵੀ ਹੈ, ਜਿਹੜਾ ਪੰਜਾਬੀ ਵਿੱਚ ਡੱਕਾ ਲੱਗਣ ਨਾਲ ਪਾਣੀ ਉੱਪਰ ਚੜ੍ਹਨ ਲਈ ਵੀ ਵਰਤਿਆ ਜਾਂਦਾ ਸੀ। ਖਾਸੀ ਵਿੱਚ ਭਰਾ ਲਈ ਭਾ, ਮੈਂ ਆਪਣੇ ਵੱਡੇ ਭਰਾਵਾਂ ਨੂੰ ਭਾ ਹੀ ਕਹਿੰਦਾ ਸਾਂ, ਤੇ ਭਰਾ ਚੜ੍ਹਦੇ ਪੰਜਾਬ ਵਿੱਚ ਭਰਾ ਨੂੰ ਭਰਾ ਕਹਿੰਦੇ ਨੇ। ਭੈਣ ਲਈ ਬਣੀਮਨ, ਹਾਥੀ ਲਈ ਹਾਥੀ, ਸ਼ੇਰ ਲਈ ਸਿੰਘ ਤੇ ਸੱਪ ਲਈ ਸਬੀਨ ਦੇ ਲਫ਼ਜ਼ ਨੇ। ਸੰਥਾਲੀ ਵਿੱਚ ਸੱਪ ਨੂੰ ਬੀਨ, ਸੱਪਾਂ ਵਾਲਿਆਂ ਦੇ ਵਜਾਵਣ ਵਾਲੀ ਕਿਹਾ ਜਾਂਦਾ ਹੈ, ਜਿਹੜਾ ਖਾਸੀ ਵਿੱਚ ਸਬੀਨ ਹੋ ਗਿਆ ਹੈ। ਖਾਸੀ ਵਿੱਚ ਨਾਗ ਲਈ ਵਿਉ ਦਾ ਲਫ਼ਜ਼ ਹੈ, ਜਿਹਦਾ ਪੰਜਾਬੀ ਵਿੱਚ ਮਤਲਬ ਸੱਪ ਦਾ ਜ਼ਹਿਰ ਹੈ। ਅੱਗੇ ਨਿੱਕੀ ਜਿਹੀ ਲਫ਼ਜ਼ਾਲੀ ਦੀ ਲਿਸਟ ਦੇ ਰਹੇ ਹਾਂ। ਇਹ ਵੀ ਧਿਆਨ ਰਹੇ ਕਿ ਹੋ ਸਕਦਾ ਹੈ ਕਿ ਸੰਸਕ੍ਰਿਤ ਤੇ ਹੋਰ ਜ਼ੁਬਾਨਾਂ ਵਿੱਚ ਮੁੰਡਾ ਤੇ ਦੱਖਣੀ ਏਸ਼ੀਆ ਦੀਆਂ ਜ਼ੁਬਾਨਾਂ ਵਿੱਚੋਂ ਲਫ਼ਜ਼ ਗਏ ਹੋਵਣ। ਵਿਉ ਨਾਗ, ਪੰਜਾਬੀ ਵਿੱਚ ਸੱਪ ਦਾ ਜ਼ਹਿਰ। ਲੋਈ ਅੱਖ, ਜਿਨ ਲੋਇਣ ਜਗ ਮੋਇਆ ਬਾਬਾ ਫਰੀਦ। ਕੋਤਨੋ ਕਿੰਨਾ, ਇੱਲ ਕੰਮ ਦੇਣਾ ਜਾਂ ਨੌਕਰੀ ਦੇਣਾ। ਅੰਨਾ ਭਾਵ ਝੱਲਾ, ਅੰਤਰੋ ਭਾਵ ਕੋਰਸ ਅਫੀਮ ਮਾਮਲਾ। ਅਸ਼ਾਰ ਭਾਵ ਅਚਾਰ ਜਾਂ ਆਟਾ। ਅਤੂਰ ਭਾਵ ਇਤਰ। ਆਵਾਜ਼ ਭਾਵ ਆਵਾਜ਼ ਵਾਜ। ਅਤ ਭਾਵ ਭਰਨਾ ਵੈਰ। ਭਾ ਭਾਵ ਭਰਾ, ਸੰਥਾਲੀ ਵਿੱਚ ਵੀ। ਭਾਓ ਭਾਵ ਭੌ ਜਾਂ ਖੌਫ, ਤਨਹਾ ਨਹੀਂ ਭੌ ਜੰਮਦਾ। ਬਾਹਮਣ ਭਾਵ ਬਾਹਮਣ ਜਾਂ ਬ੍ਰਹਿਮਣ। ਬਾਣ ਭਾਵ ਕਿਸੇ ਤੇ ਜ਼ੁਲਮ ਕਰਨਾ, ਕਿਸੇ ਤੇ ਥੱਪਣਾ। ਬਾਣੀਆਂ ਭਾਵ ਸੁਨਿਆਰਾ। ਬਾਰ ਭਾਵ ਬਾਹਰ। ਬਰਾਂਡੋ ਭਾਵ ਬਰਾਂਡਾ। ਬਾਂਸਲੀ ਭਾਵ ਬਾਂਸੁਰੀ। ਬਤਾਈ ਭਾਵ ਬਿਆਨ ਕਰਨਾ। ਭਾ ਭਾਵ ਹਿੱਸਾ ਜਾਂ ਭਾਲ ਜਾਂ ਹਿੱਸੇ ਵੰਡਣਾ। ਭਾਈ ਭਾਵ ਯਾਰ ਬੇਲੀ ਭੋਤ। ਵਿਆਹ ਭਾਵ ਵਿਆਹ। ਬਦੇਸੀ ਭਾਵ ਬੇਹਾ। ਵਿਉ ਭਾਵ ਜ਼ਹਿਰ। ਬਸਤੀ ਭਾਵ ਮਾਸ਼ਕੀ ਜਾਂ ਬਹਿਸ਼ਤੀ। ਬੋਇਤ ਭਾਵ ਬੁੱਤਾ ਜਾਂ ਚਲਾਕੀ। ਕਦਾਮ
ਭਾਵ ਜ਼ੋਰ ਨਾਲ ਵਧਣਾ, ਮਾਟੀ ਕੁਦਮ ਕਰੇਂਦੀ। ਖਾ ਭਾਵ ਪਿਓ ਵੱਲੋਂ, ਇਸ ਤੋਂ ਖਾਨਦਾਨ। ਖਾਲਾ ਭਾਵ ਕਹੀ ਨਾਲ ਮਿੱਟੀ ਸੁੱਟਣਾ। ਖਲਾਸ ਭਾਵ ਖਿਲਕੀ, ਖਲਕੀ, ਖਿੜਕੀ। ਖੁਰਾ ਭਾਵ ਲੱਭਣ ਦੇ ਨਿਸ਼ਾਨ, ਪੰਜਾਬੀ ਵਿੱਚ ਖੁਰ ਤੋਂ। ਖੱਡ ਭਾਵ ਖੁੱਡੀ ਜਾਂ ਖਜੂਰ। ਖਪੋਜਾ ਭਾਵ ਚਾਵਲ ਉਬਾਲਣਾ ਜਾਂ ਖਾਜਾ। ਖੋਰਸ਼ਾ ਭਾਵ ਖਰਚਾ। ਖਰਾ ਭਾਵ ਘੜਾ। ਖੁਰਨ ਭਾਵ ਖੈਰ ਹੋਣਾ, ਖੈਰੀਅਤ। ਖਰੂ ਭਾਵ ਜਾਨਵਰਾਂ ਦਾ ਧੱਪ ਧੱਪ ਖੁਰੀਆਂ ਮਾਰਨਾ, ਇਸ ਤੋਂ ਖੌਰੂ ਤੇ ਖੌਰੂ ਪਾਵਣਾ ਨਿਕਲਿਆ ਹੈ। ਖੁਰਾ ਭਾਵ ਖੁਰਾ ਕੱਢਣਾ ਜਾਂ ਲੱਭਣਾ, ਇਹ ਵੀ ਜਾਨਵਰਾਂ ਦੇ ਖੁਰ ਤੋਂ ਨਿਕਲਿਆ। ਅਤੇ ਆਮ ਵਰਤਿਆ ਜਾਣ ਵਾਲਾ ਲਫ਼ਜ਼ ਖੁੱਤੀ। ਅਸਲ ਵਿੱਚ ਪੰਜਾਬੀ ਤੇ ਸਿੰਧੀ ਦੀ ਮੁੱਢਲੀ ਲਫ਼ਜ਼ਾਲੀ, ਖਾਸ ਤੌਰ ਤੇ ਜੋ ਜ਼ਰਈ ਪੈਦਾਵਾਰ ਅਮਲ ਨਾਲ ਸੰਬੰਧਿਤ ਸੀ, ਦਾ ਕੋਈ ਇਨਸਾਈਕਲੋਪੀਡੀਆ ਜਾਂ ਡਾਟਾ ਨਹੀਂ ਬਣਿਆ। ਇਸ ਕਰਕੇ ਵੀ ਹੜੱਪਾ ਵਸੇਬ ਤੇ ਕਾਢ ਕਰਨ ਵਾਲੇ ਇਤਿਹਾਸਕਾਰ ਜਾਂ ਜ਼ੁਬਾਨਾਂ ਦੇ ਮਾਹਰ ਮੁੱਢਲਾ ਨਿਤਾਰਾ ਨਹੀਂ ਕਰ ਸਕਦੇ। ਉਹ ਹਰ ਲਫ਼ਜ਼ ਦਾ ਮੁੱਢ ਲੱਭਣ ਲਈ ਆਰੀਆਵਾਂ ਦੇ ਲਿਖੇ ਰਿਗਵੇਦ ਜਾਂ ਇਸ ਤਰ੍ਹਾਂ ਦੀਆਂ ਧਾਰਮਿਕ ਕਿਤਾਬਾਂ ਨੂੰ ਹੀ ਵੇਖਦੇ ਨੇ। ਹਾਲਾਂਕਿ ਪੁਰਾਣੀ ਪੰਜਾਬੀ ਤੇ ਸਿੰਧੀ ਜ਼ੁਬਾਨਾਂ ਦਾ ਬੜਾ ਘੱਟ ਹਿੱਸਾ ਇਹਨਾਂ ਲਿਖਤਾਂ ਵਿੱਚ ਆਇਆ। ਤੁਸੀਂ ਪੰਜਾਬੀ ਵਿੱਚ ਵਾਹੀ ਬੀਜੀ ਦੀ ਥੋੜ੍ਹੀ ਜਿਹੀ ਲਫ਼ਜ਼ਾਲੀ ਵੇਖੋ ਤੇ ਪਤਾ ਲੱਗੇਗਾ ਕਿ ਇਹਨਾਂ ਵਿੱਚੋਂ ਕੁਝ ਲਫ਼ਜ਼ ਤਾਂ ਸੰਸਕ੍ਰਿਤ ਨੇ ਲੈ ਲਏ ਨੇ, ਪਰ ਬਹੁਤਿਆਂ ਦਾ ਮੁੱਢ ਅਜੇ ਵੀ ਉਸ ਜ਼ੁਬਾਨ ਵਿੱਚ ਨਹੀਂ ਲੱਭਦਾ। ਜੇਕਰ ਪੈਦਾਵਾਰੀ ਢੰਗ ਤੇ ਜਿਨਸਾਂ ਨੂੰ ਵੇਖੋ ਤੇ ਇਹ ਪਤਾ ਲੱਗਦਾ ਹੈ ਕਿ ਹੜੱਪੀ ਕਈ ਫਸਲਾਂ ਉਗਾਉਂਦੇ ਸਨ। ਵਾਹੀ ਲਈ ਢੱਗਿਆਂ ਦੀ ਵਰਤੋਂ ਚੋਖੇ ਯਕੀਨ ਨਾਲ ਕਹੀ ਜਾ ਸਕਦੀ ਹੈ, ਕਿਉਂਕਿ ਇਸ ਤੋਂ ਬਿਨਾਂ ਢੱਗੇ ਦੇ ਵਡਿਆਏ ਜਾਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ। ਵਾਹੀ ਕਰਨ ਲਈ ਹਲ ਤੋਂ ਬਿਨਾਂ ਵਾਫਰ ਪੈਦਾਵਾਰ ਬਹੁਤੀ ਔਖੀ ਗੱਲ ਹੈ। ਰਿਗਵੇਦ ਵਿੱਚ ਹਲ ਨੂੰ ਲੰਘਾਲਾ ਤੇ ਸਿਰਵਰ ਕਿਹਾ ਗਿਆ, ਪਰ ਫਾਲੇ ਲਈ ਫਾਲੇ ਦਾ ਲਫ਼ਜ਼ ਹੀ ਵਰਤਿਆ ਗਿਆ। ਰਿਗਵੇਦ ਤੋਂ ਮਗਰੋਂ ਲਿਖੇ ਜਾਵਣ ਵਾਲੇ ਅਥਰਵ ਵੇਦ ਵਿੱਚ ਬੜਾ ਹਾਲਾ ਤੇ ਮਹਾਹਾਲਾ ਭਾਵ ਵੱਡਾ ਹਲ ਦੇ ਨਾਲ ਢੱਗੇ ਜੋਵਣ ਲਈ ਯੋਗਾ ਦੇ ਲਫ਼ਜ਼ ਵੀ ਵਰਤੇ ਗਏ ਨੇ, ਤੇ ਜ਼ਮੀਨ ਲਈ ਬੋਡਣ ਵਰਤਿਆ ਗਿਆ, ਜਿਹੜਾ ਪੰਜਾਬੀ ਵਿੱਚ ਭੂਈ ਹੋ ਗਿਆ। ਵਾਹੀ ਲਈ ਉਹਨਾਂ ਨੂੰ ਕੋਈ ਵੱਖ ਬਹੁਤੇ ਲਫ਼ਜ਼ ਨਹੀਂ ਮਿਲਦੇ, ਪਰ ਜੇ ਤੁਸੀਂ ਪੰਜਾਬੀ ਵਿੱਚ ਜੋੜਾਂ ਨੂੰ ਹੀ ਲੈ ਲਵੋ ਤੇ ਇਸ ਤੋਂ ਨਿਕਲਣ ਵਾਲੇ ਲਫ਼ਜ਼ ਵੇਖੋ। ਜੋਗ ਦੋ ਢੱਗਿਆਂ ਦੀ ਜੋੜੀ। ਜੂਲਾ ਢੱਗਿਆਂ ਦੀਆਂ ਗਰਦਨਾਂ ਤੇ ਪਾ ਕੇ ਹਲ ਖਿੱਚਣ ਲਈ ਬਣਾਇਆ ਲੱਕੜੀ ਦਾ ਫਰੇਮ। ਜੋਤਰ ਢੱਗਿਆਂ ਨੂੰ ਜੂਲੇ ਵਿੱਚ ਰੱਖਣ ਲਈ ਬਾਹਰ ਪਾਇਆ ਗਿਆ ਰੱਸਾ। ਤੇ ਜੋਤਰਾ ਇੱਕ ਵਾਰ ਵਿੱਚ ਹਲ ਵਾਹੁਣ ਦਾ ਸੈਸ਼ਨ ਜਾਂ ਅਮਲ। ਜੋਗ ਦਾ ਮਤਲਬ ਜੋੜਨਾ ਹੈ ਤੇ ਇੱਥੋਂ ਹੀ ਜੋਗੀ ਦਾ ਲਫ਼ਜ਼ ਬਣਿਆ। ਹਲ ਵਿੱਚ ਲੋਹੇ ਦੇ ਫਾਲੇ ਦੇ ਥੱਲੇ ਲੱਗਾ ਲੱਕੜੀ ਦਾ ਚੋਅ ਤੇ ਢੱਗਿਆਂ ਨੂੰ ਜੂਲੇ ਦੇ ਅੰਦਰ ਰੱਖਣ ਲਈ ਲੱਕੜੀ ਦੀਆਂ ਬਣੀਆਂ ਅਰਲੀਆਂ ਇਸ ਤੋਂ ਵੱਖ ਨੇ, ਜਿਨ੍ਹਾਂ ਦਾ ਵੇਦਾਂ ਵਿੱਚ ਕੋਈ ਜ਼ਿਕਰ ਨਹੀਂ ਹੈ। ਅਸਲ ਵਿੱਚ ਪੈਦਾਵਾਰੀ ਸੰਦਾਂ ਤੇ ਪੈਦਾਵਾਰੀ ਅਮਲ ਲਈ ਵਰਤੀ ਜਾਣ ਵਾਲੀ ਪੂਰੀ ਲਫ਼ਜ਼ਾਲੀ ਨਾ ਹੀ ਵੇਦਾਂ ਤੇ ਉਪਨਿਸ਼ਦਾਂ ਵਗੈਰਾ ਵਿੱਚ ਹੈ ਤੇ ਨਾ ਹੀ ਇਹਨਾਂ ਦੀਆਂ ਜੜ੍ਹਾਂ ਫਾਰਸੀ ਤੇ ਅਰਬੀ ਵਿੱਚ ਨੇ। ਕਣਕ ਦਾ ਲਫ਼ਜ਼ ਕਿੱਥੋਂ ਤੇ ਕਦੋਂ ਆਇਆ, ਇਸ ਦਾ ਕੋਈ ਪਤਾ ਨਹੀਂ। ਕਣਕ ਪੈਦਾ ਹੋਵਣ ਦੇ ਅਮਲ ਦੀ ਮੋਟੀ ਲਫ਼ਜ਼ਾਲੀ ਵੇਖੋ। ਜ਼ਮੀਨ ਸੁੰਜੀ ਜਾਂ ਸਿੰਜਣਾ। ਜ਼ਮੀਨ ਸੁੰਜੀ ਜਾਂਦੀ ਏ। ਜ਼ਮੀਨ ਵੱਤਰ ਤੇ ਆਵੇ ਤਾਂ ਹਲ ਫੇਰ ਕੇ ਬੀ ਖਿਲਾਰਿਆ ਜਾਂਦਾ ਹੈ ਤੇ ਉਸ 'ਤੇ ਸੁਹਾਗਾ ਫੇਰਿਆ ਜਾਂਦਾ ਹੈ। ਜਦ ਕਣਕ ਪੱਕ ਜਾਂਦੀ ਏ ਤੇ ਲਾਵੇ ਉਸ ਨੂੰ ਵੱਢਦੇ ਨੇ, ਭਰੀਆਂ ਬੰਨ੍ਹ ਕੇ ਪਿੜ ਬਣਾਇਆ ਜਾਂਦਾ ਹੈ। ਢੱਗਿਆਂ ਦੇ ਪਿੱਛੇ ਫਲੇ ਪਾ ਕੇ ਕਣਕ ਨੂੰ ਗਾਹਿਆ ਜਾਂਦਾ ਹੈ। ਇਸ ਨੂੰ ਗਾਹ ਪਾਉਣਾ ਕਹਿੰਦੇ ਨੇ। ਫੇਰ ਗਾਹੀ ਹੋਈ ਕਣਕ ਦੀ ਧੜ ਬਣਾਈ ਜਾਂਦੀ ਏ, ਜਿਸ ਨੂੰ ਉਡਾਵੇ ਛੱਜਾਂ ਨਾਲ ਹਵਾ ਵਿੱਚ ਉਡਾ ਕੇ ਦਾਣੇ ਤੇ ਤੂੜੀ ਵੱਖ-ਵੱਖ ਕਰਦੇ ਨੇ। ਦਾਣਿਆਂ ਦਾ ਢੇਰ ਬਣਾਇਆ ਜਾਂਦਾ, ਜਿਸ ਨੂੰ ਬੋਲ ਕਹਿੰਦੇ ਨੇ, ਤੇ ਤੂੜੀ ਦੇ ਢੇਰ ਨੂੰ ਸਾਂਭਣ ਲਈ ਕਣਕ ਦੇ ਨਾੜਾਂ ਨਾਲ ਮੂਸਲ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਗੰਨਾ ਬੀਜਿਆ ਜਾਂਦਾ ਹੈ, ਉਸ ਦੀ ਗੋਡੀ ਹੁੰਦੀ ਏ। ਨਵੇਂ ਬੀਜੇ ਕਮਾਦ ਨੂੰ ਲਹਿਰਾ ਤੇ ਪਿਛਲੇ ਸਾਲਾਂ ਦੇ ਮੁੱਢਾਂ ਵਿੱਚੋਂ ਉੱਗੇ ਨੂੰ ਮੂਢਾ ਕਿਹਾ ਜਾਂਦਾ ਹੈ। ਗੰਨੇ ਛਿੱਲੇ ਜਾਂਦੇ ਨੇ ਤੇ ਉੱਤੋਂ ਲੱਥਣ ਵਾਲੇ ਸੁੱਕੇ ਪੱਤਰਾਂ ਨੂੰ ਖੋਰੀ ਤੇ ਉਹਨਾਂ ਦਾ ਹਰਾ ਹਿੱਸਾ ਆਗ ਵੱਖ ਕਰਕੇ ਵੇਲਣੇ ਵਿੱਚ ਪੀੜੇ ਜਾਂਦੇ ਨੇ। ਵੇਲਣੇ ਨੂੰ ਚਲਾਵਣ ਲਈ ਢੱਗੇ ਦੀ ਅੱਖ ਤੇ ਖੋਪੇ ਬੰਨੇ ਜਾਂਦੇ ਨੇ। ਗੰਨਿਆਂ ਵਿੱਚੋਂ ਰੋਹ ਨਿਕਲਦੀ ਏ, ਜਿਸ ਨੂੰ ਚੁੰਬੇ ਤੇ ਵੱਡੇ ਕੜਾਏ ਵਿੱਚ ਉਬਾਲਿਆ ਜਾਂਦਾ ਹੈ। ਚੁੰਬੇ ਵਿੱਚ ਅੱਗ ਬਾਲਣ ਲਈ ਕੱਖ ਕਾਨੇ ਸੁੱਟਣ ਵਾਲੇ ਨੂੰ ਝੋਕਾ ਆਖਿਆ ਜਾਂਦਾ ਹੈ। ਜਦੋਂ ਰੋਹ ਉਬਲ ਕੇ ਗਾੜੀ ਹੋ ਜਾਂਦੀ ਏ ਤੇ ਉਸ ਨੂੰ ਪੱਤ ਕਿਹਾ ਜਾਂਦਾ ਹੈ, ਤੇ ਪੱਤ ਨੂੰ ਗੰਢ ਵਿੱਚ ਉਲੱਦਿਆ ਜਾਂਦਾ ਹੈ ਤੇ ਉਸ ਦੇ ਠੰਡਾ ਹੋਵਣ ਤੇ ਖੁਰਪੀ ਨਾਲ ਗੁੜ ਦੀਆਂ ਪੇਸੀਆਂ ਬਣਾਈਆਂ ਜਾਂਦੀਆਂ ਨੇ ਜਾਂ ਮਲ ਕੇ ਸ਼ੱਕਰ ਬਣਾਈ ਜਾਂਦੀ ਏ। ਸ਼ੀਰਾ ਜਮਾ ਕੇ ਉਸ ਤੋਂ ਖੰਡ ਵੀ ਬਣਾਈ ਜਾਂਦੀ ਏ। ਇਸ ਤਰ੍ਹਾਂ ਕਪਾਹ ਬਾਰੇ ਦੱਸਿਆ ਜਾ ਸਕਦਾ ਹੈ। ਇਸ ਤੋਂ ਤੁਸੀਂ ਵੇਖੋ ਕਿ ਜਿਨਸਾਂ ਦੇ ਪੈਦਾ ਹੋਵਣ ਦੀ ਹਰ ਮੰਜ਼ਲ ਲਈ ਵੱਖਰੀ ਲਫ਼ਜ਼ਾਲੀ ਏ, ਜਿਹੜੀ ਪੂਰੀਆਂ ਲਿਖਤਾਂ ਵਿੱਚ ਨਹੀਂ ਲੱਭਦੀ। ਇਸ ਵਿੱਚੋਂ ਕੁਝ ਲਫ਼ਜ਼ਾਲੀ 4ਵੀਂ ਸਦੀ ਈਸਵੀ ਪੂਰਵ ਦੇ ਪਾਨਣੀ ਵਿੱਚ ਲੱਭ ਜਾਂਦੀ ਏ, ਪਰ ਇਹ ਪਤਾ ਨਹੀਂ ਲੱਗਦਾ ਕਿ ਇਹ ਮੁਕਾਮੀ ਜ਼ਬਾਨਾਂ ਬੋਲਣ ਵਾਲਿਆਂ ਵੱਲੋਂ ਆਈ ਜਾਂ ਬਾਹਰੋਂ ਆਉਣ ਵਾਲੇ ਨਾਲ ਲੈ ਕੇ ਆਏ। ਇਹ ਗੱਲ ਤੇ ਬਹੁਤੇ ਮੰਨਦੇ ਨੇ ਕਿ ਪਾਨਣੀ ਦੇ ਵੇਲਿਆਂ ਤੀਕਰ ਵੀ ਸੰਸਕ੍ਰਿਤ ਉਤਲੀ ਪੱਧਰ ਦੇ ਪੜ੍ਹੇ ਲਿਖੇ ਤਬਕਿਆਂ ਵਿੱਚ ਹੀ ਸੀ, ਪਰ ਫਿਰ ਵੀ ਮੁਕਾਮੀ ਬੋਲੀਆਂ ਨੇ ਸੰਸਕ੍ਰਿਤ ਤੇ ਅਸਰ ਪਾਇਆ ਹੋਵੇਗਾ। ਜੇ ਪੈਦਾਵਾਰੀ ਅਮਲ ਵਿੱਚ ਆਰੀਆਵਾਂ ਦੇ ਪਸ਼ੂ ਪਾਲ ਸਮਾਜ ਕੋਲ ਕੋਈ ਲਫ਼ਜ਼ ਨਹੀਂ ਹੈ
ਤਾਂ ਉਹ ਬਾਹਰੋਂ ਕਿਸੇ ਹੋਰ ਬੋਲੀ ਵਿੱਚੋਂ ਹੀ ਲਿਆ ਗਿਆ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਆਰੀਆ ਵਾਈ ਬੀਜੀ ਨੂੰ ਘਟੀਆ ਕੰਮ ਸਮਝਦੇ ਸਨ। ਇਸ ਤੋਂ ਹੋਰ ਵੀ ਸਾਬਤ ਹੁੰਦਾ ਹੈ ਕਿ ਵਾਈ ਬੀਜੀ ਤੇ ਹੋਰ ਪੈਦਾਵਾਰੀ ਢੰਗਾਂ ਦੀ ਲਫ਼ਜ਼ਾਲੀ ਪੁਰਾਣੇ ਹੜੱਪੀਆਂ ਵੱਲੋਂ ਹੀ ਆਈ ਹੋਵੇਗੀ। ਅਸੀਂ ਅੱਗੇ ਜਾ ਕੇ ਦੱਸਾਂਗੇ ਕਿ ਹੜੱਪੇ ਦੇ ਉਜਾੜੇ ਮਗਰੋਂ ਜਿਹੜੇ ਲੋਕੀ ਦੱਖਣ ਵੱਲ ਚਲੇ ਗਏ, ਉਹਨਾਂ ਨੂੰ ਦਰਾਵੜ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਦਰਾਵੜੀ ਜ਼ੁਬਾਨਾਂ ਦਾ ਬਾਕੀ ਸਾਰੀਆਂ ਬੋਲੀਆਂ ਤੇ ਅਸਰ ਪਿਆ, ਜਿਸ ਬਾਰੇ ਕੈਂਬਰਿਜ ਹਿਸਟਰੀ ਆਫ ਇੰਡੀਆ ਵਿੱਚ ਵੀ ਲਿਖਿਆ ਗਿਆ। ਕੈਂਬਰਿਜ ਹਿਸਟਰੀ ਆਫ ਇੰਡੀਆ ਜਿਲਦ ਪਹਿਲੀ ਸਫਾ 42। ਕ੍ਰਿਸ਼ਨ ਤ੍ਰਿਪਾਠੀ ਹੋਰੀ ਉਸ ਨੂੰ ਮੰਨਦਿਆਂ ਲਿਖਦੇ ਨੇ, ਦਰਾਵੜਾਂ ਦੇ ਨਿਸ਼ਾਨ ਵੈਦਿਕ, ਸੰਸਕ੍ਰਿਤ, ਪ੍ਰਾਕ੍ਰਿਤਾਂ, ਦੂਜੀਆਂ ਲੋਕ ਬੋਲੀਆਂ ਤੇ ਉਹਨਾਂ ਤੋਂ ਨਿਕਲੀਆਂ ਮੁਕਾਮੀ ਜ਼ਬਾਨਾਂ ਵਿੱਚ ਦਿਸਦੇ ਨੇ। ਇਸ ਲਈ ਇਹ ਗੱਲ ਪੱਕੇ ਪੱਧਰ ਤੇ ਕਹੀ ਜਾ ਸਕਦੀ ਹੈ ਕਿ ਹਿੰਦੀ ਆਰੀਆਵਾਂ ਤੋਂ ਪਹਿਲਾਂ ਦਰਾਵੜੀ ਹੀ ਉੱਤਰ ਤੇ ਦੱਖਣ ਵਿੱਚ ਗਾਲਬ ਸਨ। ਵਾਈ ਬੀਜੀ ਨਾਲ ਜੁੜੀ ਲਫ਼ਜ਼ਾਲੀ ਤਾਂ ਪੰਜਾਬੀ ਕਲਾਸੀਕਲ ਅਦਬ ਵਿੱਚ ਵੀ ਸਵਾਏ ਵਾਰਸ ਸ਼ਾਹ ਤੋਂ ਬਹੁਤ ਘੱਟ ਨਜ਼ਰ ਆਉਂਦੀ ਹੈ। ਬਾਬਾ ਫਰੀਦ ਵਿੱਚ ਸ਼ਾਇਦ ਇੱਕ ਥਾਂ ਤੇ ਇੱਕ ਰਾਹੇਦੇ ਰਹਿ ਗਏ, ਇੱਕ ਰਾਧੀ ਗਏ ਉਜਾੜ ਵਿੱਚ ਫਸਲ ਬੀਜਣ ਤੇ ਉਜਾੜੇ ਜਾਵਣ ਦਾ ਜ਼ਿਕਰ ਹੋਇਆ ਹੈ। ਸ਼ਾਹ ਹੁਸੈਨ ਨੇ ਚਰਖੇ ਤੇ ਕੱਤਣ ਦੇ ਅਮਲ ਦੇ ਹਰ ਹਿੱਸੇ ਦਾ ਜ਼ਿਕਰ ਕੀਤਾ ਹੈ, ਪਰ ਵਾਈ ਬੀਜੀ ਦਾ ਸ਼ਾਇਦ ਇੰਨਾ ਹੀ ਹੈ ਕਿ ਚੀਨਾ ਰੇਤ ਨਾ ਗੜਵੇ ਅੜਿਆ। ਬੁੱਲੇ ਸ਼ਾਹ ਹੋਰਾਂ ਵੀ ਕੱਤਣ ਦੇ ਅਮਲ ਦੀਆਂ ਸੈਨਤਾਂ ਬਣਾਈਆਂ ਨੇ। ਵਾਰਸ ਸ਼ਾਹ ਹੋਰਾਂ ਆਪਣੀ ਹੀਰ ਵਿੱਚ ਕਈਆਂ ਥਾਵਾਂ ਤੇ ਵਾਈ ਦੇ ਕਈ ਪੱਖਾਂ ਦਾ ਜ਼ਿਕਰ ਕੀਤਾ ਹੈ, ਜਿਵੇਂ ਰਾਂਝਾ ਜੋਤਰਾ ਵਾਹ ਕੇ ਥੱਕ ਰਿਹਾ, ਲਾ ਅਰਲੀਆਂ ਛਾਉਂ ਨੂੰ ਆਉਂਦਾ ਹੈ। ਗਾਵਣ ਹੋਰ ਤੇ ਰਾਹਕ ਨੇ ਹੋਰ ਇਸ ਦੇ, ਖਾਵੰਦ ਹੋਰ ਦਮ ਹੋਰ ਨਾ ਮਾਰਨੇ ਨੀ, ਕਿਸੇ ਡਾਹ ਕੇ ਮੋਟਰਾ ਜੋ ਭਾਬੋ। ਵਾਰਸ ਸ਼ਾਹ ਨੂੰ ਛੱਡ ਕੇ ਕਿਸੇ ਵੀ ਕਲਾਸੀਕਲ ਸ਼ਾਇਰ ਦਾ ਵਾਹੀ ਬੀਜੀ ਦੀ ਲਫ਼ਜ਼ਾਲੀ ਨੂੰ ਨਾ ਵਰਤਣ ਤੋਂ ਇਹ ਨਤੀਜਾ ਤਾਂ ਨਹੀਂ ਨਿਕਲ ਸਕਦਾ ਕਿ 12ਵੀਂ ਤੇ 18ਵੀਂ ਸਦੀ ਵਿਚਕਾਰ ਹਲ ਨਾਲ ਵਾਹੀ ਨਹੀਂ ਸੀ ਕੀਤੀ ਜਾ ਰਹੀ। ਇਸ ਤੋਂ ਸਿਰਫ ਇਹ ਨਤੀਜਾ ਨਿਕਲ ਸਕਦਾ ਹੈ ਕਿ ਇਹਨਾਂ ਵਿੱਚੋਂ ਬਹੁਤੇ ਸ਼ਾਇਰ ਸ਼ਹਿਰੀ ਸਨ ਤੇ ਵਾਹੀ ਬੀਜੀ ਨਾਲ ਉਹਨਾਂ ਦਾ ਸੰਬੰਧ ਘੱਟ ਸੀ। ਇਸ ਤੋਂ ਇਹ ਨਤੀਜਾ ਵੀ ਕੱਢਿਆ ਜਾ ਸਕਦਾ ਹੈ ਕਿ ਵੇਦਾਂ ਤੇ ਉਪਨਿਸ਼ਦਾਂ ਦੇ ਲਿਖਣ ਵਾਲੇ ਆਰੀਆਵਾਂ ਦਾ ਵਾਹੀ ਬੀਜੀ ਨਾਲ ਮੁੱਢੋਂ ਤਾਲੁਕ ਨਹੀਂ ਸੀ। ਇਸ ਤੋਂ ਇਹ ਨਤੀਜਾ ਵੀ ਕੱਢਿਆ ਜਾ ਸਕਦਾ ਹੈ ਕਿ ਵੇਦਾਂ ਤੇ ਉਪਨਿਸ਼ਦਾਂ ਦੇ ਲਿਖਣ ਵਾਲੇ ਆਰੀਆਵਾਂ ਦਾ ਵਾਹੀ ਬੀਜੀ ਨਾਲ ਮੁੱਢੋਂ ਤਾਲੁਕ ਨਹੀਂ ਸੀ। ਜੇ ਇਹ ਗੱਲ ਹੈ ਤਾਂ ਫਿਰ ਸੰਸਕ੍ਰਿਤ ਦੀਆਂ ਡਿਕਸ਼ਨਰੀਆਂ ਵਿੱਚੋਂ ਇਸ ਲਫ਼ਜ਼ਾਲੀ ਦੀਆਂ ਜੜ੍ਹਾਂ ਕਦੀ ਲੱਭ ਹੀ ਨਹੀਂ ਸਕਦੀਆਂ। ਹੜੱਪਾ ਵਸੇਬ ਵਿੱਚ ਟੱਬਰ ਦੀ ਬਣਤਰ। ਇਹ ਗੱਲ ਵੀ ਚੋਖੀ ਮੰਨੀ ਜਾਂਦੀ ਹੈ ਕਿ ਹੜੱਪੀਆਂ ਵਿੱਚ ਮਾਨਵੀ ਜਾਂ ਮਾਦਰੀ ਜਾਂ ਮੇਟਰੀਆਰਕੀ ਨਿਜ਼ਾਮ ਸੀ ਤੇ ਔਰਤ ਹੀ ਘਰ ਦੀ ਪ੍ਰਧਾਨ ਸੀ। ਇਸ ਬਾਰੇ ਲੈਵਨਲ ਡੀ ਬਾਰੰਟ ਦਾ ਕਹਿਣਾ ਹੈ, ਦਰਾਵੜੀ ਸਮਾਜ ਬੜੀ ਹੱਦ ਤਾਈਂ ਮਾਨਵੀ ਜਾਂ ਮਾਦਰੀ ਸੀ। ਜੇ ਵਿਆਹ ਦੀ ਰੀਤ ਕਿਤੇ ਹੈ ਵੀ ਸੀ ਤਾਂ ਉਹ ਮਾਂਵਾਦੀ ਸੀ, ਭਾਵ ਮਰਦ ਔਰਤ ਦੇ ਘਰ ਆ ਕੇ ਰਹਿੰਦਾ ਸੀ। ਇਹ ਬੜਾ ਢਿੱਲਾ ਜਿਹਾ ਜੋੜ ਹੁੰਦਾ ਸੀ ਜਿਸ ਨੂੰ ਕਿਸੇ ਵੇਲੇ ਵੀ ਮੁਕਾਇਆ ਜਾ ਸਕਦਾ ਸੀ। ਇਸ ਲਈ ਬੰਦੇ ਦੀ ਪਛਾਣ ਔਰਤ ਦੀ ਲੜੀ ਵੱਲੋਂ ਹੀ ਹੁੰਦੀ ਸੀ। ਇਸ ਬਾਰੇ ਵਿੱਚ ਟੱਬਰ ਦੀ ਬਣਤਰ ਤੇ ਉਸ ਵਿੱਚ ਵੱਖ-ਵੱਖ ਸਾਕਾਂ ਦੀ ਨਿਖੇੜ ਵੀ ਵੇਖੋ। ਪੰਜਾਬੀ ਵਿੱਚ ਬੀਵੀ ਲਈ ਘਰਵਾਲੀ, ਤੀਵੀਂ, ਵਹੁਟੀ, ਜ਼ਾਲ, ਬੁੱਢੀ ਵਗੈਰਾ ਵਰਤਿਆ ਜਾਂਦਾ ਸੀ। ਇਸ ਤੋਂ ਵੱਖ ਹਰ ਰਿਸ਼ਤੇ ਦਾ ਇੱਕ ਆਪਣਾ ਨਾਂ ਹੈ, ਜਿਵੇਂ ਪਿਓ, ਮਾਂ, ਨਾਨਾ, ਨਾਨੀ, ਦਾਦਾ, ਦਾਦੀ, ਭਰਾ, ਵੀਰ, ਭੈਣ, ਭੂਆ, ਤਾਈ, ਚਾਚਾ, ਚਾਚੀ, ਮਾਮਾ, ਮਾਮੀ, ਫੁੱਫੀ, ਫੁੱਫੜ, ਮਾਸੀ, ਮਾਸੜ, ਭਾਣਜੀ, ਭਾਣਜਾ, ਸਾਲਾ, ਸਾਲੇਹਾਰ, ਸਾਲੀ, ਸਾਂਢੂ, ਨਨਾਣ, ਨਣੋਈਆ ਜਾਂ ਨਣਦੋਈਆ, ਜੇਠ, ਦਿਓਰ, ਜਠਾਣੀ, ਦੇਵਰਾਣੀ, ਪੋਤਰਾ, ਪੋਤਰੀ, ਦੋਹਤਾ, ਦੋਹਤਰੀ, ਜਵਾਈ, ਸੱਸ, ਸਹੁਰਾ, ਕੁੜਮ, ਕੁੜਮਣੀ ਵਗੈਰਾ। ਪੰਜਾਬ ਦੇ ਜਟਕਿਆਂ ਵਿੱਚ ਜਿਹੜੇ ਹੋਰ ਵੀ ਪੁਰਾਣੀ ਜ਼ਬਾਨ ਬੋਲਦੇ ਨੇ, ਕਜ਼ਨਾਂ ਲਈ ਵੱਖ-ਵੱਖ ਨਾਂ ਨੇ, ਜਿਵੇਂ ਮਸੇਰ, ਫਫੇਰ, ਪੁਤਰੇਰ ਤੇ ਮਲਵੇਰ ਵਗੈਰਾ। ਸਵਾਲ ਇਹ ਵੇ ਕਿ ਕੀ ਸੰਸਕ੍ਰਿਤ ਵਿੱਚ ਇੰਜ ਦੀ ਵੰਡ ਹੈ? ਸਾਨੂੰ ਇਹ ਪਤਾ ਹੈ ਕਿ ਤਮਿਲ ਵਿੱਚ ਤਾਂ ਹੈ, ਪਰ ਯੂਰਪੀਅਨ ਜ਼ਬਾਨਾਂ ਵਿੱਚ ਇੰਜ ਦਾ ਨਿਖੇੜ ਨਹੀਂ ਹੈ। ਇਸ ਦਾ ਮਤਲਬ ਹੈ ਕਿ ਪੰਜਾਬੀ ਦਾ ਇਹ ਨਿਖੇੜ ਇੰਡੋ ਯੂਰਪੀਅਨ ਜ਼ਬਾਨਾਂ ਤੋਂ ਮੁੱਢੋਂ ਵੱਖ ਹੈ। ਮਾਂ, ਪਿਓ ਤੇ ਭਰਾ ਜਿਹੇ ਲਫ਼ਜ਼ ਤੇ ਯੂਰਪੀਅਨ ਜ਼ਬਾਨਾਂ ਨਾਲ ਮੇਲ ਖਾ ਜਾਂਦੇ ਨੇ, ਪਰ ਅੱਗੇ ਤੇ ਦੂਰ ਦੇ ਰਿਸ਼ਤਿਆਂ ਦੇ ਨਹੀਂ। ਇਸ ਨਾਲ ਇਹ ਗੱਲ ਹੋਰ ਵੀ ਪੱਕੀ ਹੁੰਦੀ ਲੱਗਦੀ ਹੈ ਕਿ ਆਰੀਆ ਸਿਰਫ ਮਰਦਾਂ ਦੇ ਤੌਰ ਤੇ ਆਏ ਸਨ। ਕੁਝ ਮੁੱਢਲਿਆਂ ਰਿਸ਼ਤਿਆਂ ਦੇ ਨਾਂ ਉਹਨਾਂ ਕੋਲ ਹੈ ਸਨ ਤੇ ਬਾਕੀ ਰਿਸ਼ਤਿਆਂ ਦੀ ਲਫ਼ਜ਼ਾਲੀ ਹੜੱਪੀ ਲੋਕਾਂ ਵੱਲੋਂ ਆਈ। ਵਾਈ ਤੇ ਟੱਬਰ ਬਾਰੇ ਵਰਤੀ ਜਾਵਣ ਵਾਲੀ ਲਫ਼ਜ਼ਾਲੀ ਦੀ ਲੰਬੀ ਗੱਲ ਇਸ ਲਈ ਕੀਤੀ ਗਈ ਹੈ ਕਿ ਇਸ ਮਫਰੂਜ਼ੇ ਜਾਂ ਪਰਿਕਲਪਨਾ ਨੂੰ ਪੱਕਾ ਕੀਤਾ ਜਾ ਸਕੇ ਕਿ ਇਹ ਲਫ਼ਜ਼ਾਲੀ ਹੜੱਪੀਆਂ ਵੱਲੋਂ ਆਈ ਹੋਵੇਗੀ, ਕਿਉਂਕਿ ਆਰੀਆਵਾਂ ਦੇ ਆਵਣ ਮਗਰੋਂ ਹੜੱਪੀ ਲੋਕ ਪੰਜਾਬ ਵਿੱਚ ਵਸ ਰਹੇ ਸਨ ਤੇ ਉਹਨਾਂ ਦਾ ਆਪਣਾ ਵਰਤਾਰਾ ਮੁੱਕਾ ਨਹੀਂ ਸੀ। ਇੱਥੇ ਅਸੀਂ ਹੜੱਪੀਆਂ ਬਾਰੇ ਇੱਕ ਮੁਹਿੰਮੇ ਜਾਂ ਇੱਕ ਜਟਿਲ ਚੀਜ਼ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਾਂ। ਹੜੱਪਾ ਤੋਂ ਮਿਲਣ ਵਾਲੀਆਂ ਕਈ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ ਕਿ ਅਜੇ ਉੱਥੇ ਮਾਨਵੀ ਜਾਂ ਮਾਦਰੀ ਨਿਜ਼ਾਮ ਚਾਲੂ ਸੀ ਜਾਂ ਔਰਤ ਦਾ ਦਰਜਾ ਉੱਤੇ ਸੀ। ਸਾਰੀਆਂ ਮੂਰਤੀਆਂ ਵਿੱਚ ਔਰਤ ਹੀ ਦੇਵੀ ਅਤੇ ਇਸ ਤਰ੍ਹਾਂ ਦੇ ਹੋਰ ਰੂਪਾਂ ਵਿੱਚ ਨਜ਼ਰ ਆਉਂਦੀ ਹੈ।
ਪਰ ਜੇ ਹੜੱਪਾ ਦੀ ਵਸੋਂ ਵਿੱਚ ਵਾਧੂ ਜਿਣਸਾਂ ਤੇ ਵਸਤਾਂ ਪੈਦਾ ਹੁੰਦੀਆਂ ਸਨ ਤੇ ਕਾਰੋਬਾਰ ਵੀ ਹੁੰਦਾ ਸੀ, ਤਾਂ ਇਸ ਦਾ ਮਤਲਬ ਇਹ ਹੈ ਕਿ ਤਬਕਾਤੀ ਜਾਂ ਜਮਾਤੀ ਨਿਜ਼ਾਮ ਵੀ ਆ ਚੁੱਕਿਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਪੋਲੀਟੀਕਲ ਇਕੋਨਮੀ ਰਾਹੀਂ ਵੇਖ ਲਵੋ ਤਾਂ ਇਹ ਸਾਬਤ ਹੈ ਕਿ ਵਾਧੂ ਪੈਦਾਵਾਰ ਨਾਲ ਤਬਕਾਵਾਰ ਵੰਡ ਹੁੰਦੀ ਏ। ਔਰਤਾਂ ਵਾਹੀ ਦੇ ਨਿਜ਼ਾਮ ਦੇ ਸ਼ੁਰੂ ਵਿੱਚ ਤਾਂ ਉੱਪਰਲੇ ਦਰਜੇ ਤੇ ਹੋ ਜਾਂਦੀਆਂ ਨੇ, ਕਿਉਂਕਿ ਇਹ ਉਹਨਾਂ ਦੀ ਕਾਢ ਸੀ। ਪਰ ਜਦ ਜਾਨਵਰਾਂ ਜਾਂ ਢੱਗਿਆਂ ਰਾਹੀਂ ਵਾਹੀ ਸ਼ੁਰੂ ਹੋ ਜਾਵੇ ਤਾਂ ਉਹ ਮਰਦ ਕਰਦੇ ਨੇ ਤੇ ਉਹਨਾਂ ਦੀ ਲੱਤ ਥੋੜ੍ਹੀ ਉੱਤੇ ਹੋ ਜਾਂਦੀ ਏ। ਇਸ ਲਈ ਇਹ ਗੱਲ ਕਾਢਯੋਗ ਹੈ ਕਿ ਹੜੱਪੀਆਂ ਦੇ ਅਗਾਂਹ ਵਧੂ ਵਾਹੀ ਦੇ ਨਿਜ਼ਾਮ ਵਿੱਚ ਮਾਨਵੀ ਨਿਜ਼ਾਮ ਕਿਵੇਂ ਕਾਇਮ ਰਿਹਾ। ਇਹ ਵੀ ਹਕੀਕਤ ਹੈ ਕਿ ਵਾਹੀ ਦੇ ਨਿਜ਼ਾਮ ਵਿੱਚ ਔਰਤਾਂ ਦਾ ਹਿੱਸਾ ਚੋਖਾ ਹੁੰਦਾ ਹੈ ਤੇ ਇਸ ਲਈ ਉਹ ਬਹੁਤ ਥੱਲੇ ਵੀ ਨਹੀਂ ਹੁੰਦੀਆਂ। ਪਰ ਹੱਦੋਂ ਵੱਧ ਵਾਫਰ ਪੈਦਾਵਾਰ ਤੇ ਵਿਹਲੜ ਤਬਕੇ, ਜਿਨ੍ਹਾਂ ਵਿੱਚ ਪੇਸ਼ਾਵਰ ਲੜਾਕੇ ਤੇ ਪ੍ਰੋਹਤ ਸ਼ਾਮਲ ਨੇ, ਬਹੁਤ ਵੱਧ ਜਾਵਣ ਤਾਂ ਔਰਤ ਦੀ ਗੁਲਾਮੀ ਵੀ ਵੱਧ ਜਾਂਦੀ ਏ। ਸਾਡੇ ਆਪਣੇ ਜ਼ਮਾਨਿਆਂ ਵਿੱਚ ਉਹ ਲੋਕੀ ਆਪਣੀਆਂ ਔਰਤਾਂ ਨੂੰ ਪਰਦਾ ਕਰਵਾਉਂਦੇ ਸਨ ਜਿਨ੍ਹਾਂ ਦਾ ਪੇਸ਼ਾ ਵਾਹੀ ਨਹੀਂ ਸੀ। ਇਸ ਪੱਖ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਹੜੱਪੀਆਂ ਵਿੱਚ ਵਾਹੀ ਤੇ ਅੱਗੇ ਵੱਧ ਚੁੱਕੀ ਸੀ, ਪਰ ਅਜੇ ਬਹੁਤੇ ਵਿਹਲੜ ਤਬਕੇ ਨਹੀਂ ਬਣੇ ਸਨ ਤੇ ਇਸ ਲਈ ਮਾਨਵੀ ਜਾਂ ਮਾਦਰੀ ਨਿਜ਼ਾਮ ਅਜੇ ਮੁੱਕਿਆ ਨਹੀਂ ਸੀ। ਅਸੀਂ ਇਹ ਗੱਲ ਪਹਿਲਾਂ ਵੀ ਕੀਤੀ ਸੀ ਕਿ ਹੜੱਪਾ ਵਸੇਬ ਦੀਆਂ ਬਹੁਤ ਸਾਰੀਆਂ ਖੁਦਾਈਆਂ ਵਿੱਚੋਂ ਮੰਦਰ ਵਗੈਰਾ ਤੇ ਬਿਲਕੁਲ ਨਹੀਂ ਲੱਭੇ। ਜੰਗਲੀ ਹਥਿਆਰ ਤੇ ਵੱਡੇ ਵੱਡੇ ਮਹੱਲਾਂ ਦੀ ਵੀ ਕੋਈ ਦੱਸ ਨਹੀਂ ਪਈ। ਅਸੀਂ ਪਿੱਛੇ ਜ਼ੁਬਾਨ ਦੇ ਸਿਲਸਿਲੇ ਵਿੱਚ ਪੰਜਾਬੀ ਤੇ ਖਾਸੀ ਜ਼ੁਬਾਨ ਦੀ ਸਾਂਝ ਦੀ ਗੱਲ ਕੀਤੀ ਸੀ। ਖਾਸੀ ਕਬੀਲੇ ਦੀ ਹੜੱਪੀਆਂ ਨਾਲ ਸਾਂਝ ਇਸ ਤੋਂ ਹੋਰ ਉੱਗੜ ਕੇ ਸਾਹਮਣੇ ਆਉਂਦੀ ਏ ਕਿ ਉਹ ਦੁਨੀਆ ਵਿੱਚ ਵਾਹਦ ਕਬੀਲਾ ਸੀ ਜਿਹਦੇ ਵਿੱਚ ਮਾਨਵੀ ਜਾਂ ਮਾਦਰੀ ਨਿਜ਼ਾਮ 1973 ਤੀਕਰ ਤਾਂ ਪੂਰੀ ਤਰ੍ਹਾਂ ਕਾਇਮ ਸੀ, ਪਰ 2004 ਦੀ ਇੱਕ ਰਿਪੋਰਟ ਮੁਤਾਬਕ ਉਹਨਾਂ ਦੇ ਮਾਨਵੀ ਨਿਜ਼ਾਮ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ ਸੀ। ਪਰ ਸਾਡੀ ਕਾਢ ਤੇ ਇਸ ਨਾਲ ਫਰਕ ਨਹੀਂ ਪੈਂਦਾ। ਆਰਥਿਕ ਪੱਧਰ ਤੇ ਉਹ ਵਾਹੀ ਬੀਜੀ ਦੀ ਉਸ ਪਹਿਲੀ ਪੱਧਰ ਤੇ ਰਹੇ ਨੇ ਜਿੱਥੇ ਅਜੇ ਹਲ ਵੀ ਵਰਤੇ ਜਾਣੇ ਸ਼ੁਰੂ ਨਹੀਂ ਸਨ ਹੋਏ। ਇਸ ਲਈ ਉਹਨਾਂ ਦੇ ਮੁੱਢ ਦਾ ਨਿਜ਼ਾਮ ਮਾਨਵੀ ਜਾਂ ਮਾਦਰੀ ਸੀ। ਉਹਨਾਂ ਬਾਰੇ ਲਿਖਦਿਆਂ ਗਾਰਡਨ ਨੇ ਲਾਇਲ ਦਾ ਹਵਾਲਾ ਦਿੱਤਾ ਹੈ। ਉਹਨਾਂ ਦਾ ਸਮਾਜੀ ਨਿਜ਼ਾਮ ਅਜੇ ਤੀਕਰ ਕਾਇਮ ਮਾਦਰੀ ਅਦਾਰਿਆਂ ਦੀ ਮੁਕੰਮਲ ਮਿਸਾਲ ਹੈ। ਨਾ ਸਿਰਫ ਮਾਂ ਟੱਬਰ ਦੀ ਆਗੂ, ਜੁੜਤ ਤੇ ਇਕੱਠ ਦਾ ਵਿਖਾਲਾ ਹੁੰਦੀ ਏ, ਸਗੋਂ ਉਹ ਹਕੀਕੀ ਜਾਇਦਾਦ ਦੀ ਮਾਲਕ ਹੁੰਦੀ ਏ। ਉਹਦੇ ਨਾਲ ਹੀ ਵਿਰਾਸਤ ਅੱਗੇ ਟੁਰਦੀ ਏ। ਪਿਓ ਦੀ ਔਲਾਦ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਕਿਉਂਕਿ ਪਿਓ ਆਪ ਆਪਣੀ ਮਾਂ ਦੇ ਕਬੀਲੇ ਨਾਲ ਜੁੜਿਆ ਹੁੰਦਾ ਹੈ। ਉਹ ਜੋ ਕੁਝ ਕਮਾਉਂਦਾ ਹੈ ਉਹਦੀ ਮਾਂ ਦੇ ਟੱਬਰ ਨੂੰ ਜਾਂਦਾ ਹੈ ਤੇ ਉਹਦੇ ਮਰਨ ਤੇ ਉਹਦੀਆਂ ਹੱਡੀਆਂ ਉਹਦੀ ਮਾਂ ਦੇ ਰਿਸ਼ਤੇਦਾਰਾਂ ਨਾਲ ਜਾਂਦੀਆਂ ਨੇ। ਅਸਾਮ ਦੇ ਖਾਸੀ ਕਬੀਲੇ ਵਾਲੇ ਇਲਾਕੇ ਜਵਾਲ ਵਿੱਚ ਮਰਦ ਨਾ ਆਪਣੀ ਬੀਵੀ ਦੇ ਘਰ ਰਹਿੰਦਾ ਨਾ ਹੀ ਉੱਥੇ ਖਾਂਦਾ ਹੈ ਤੇ ਉਹ ਹਨੇਰਿਓਂ ਬਾਅਦ ਆਉਂਦਾ ਹੈ। ਉਹਨਾਂ ਵਿੱਚ ਬਿਮਾਰੀ ਜਾਂ ਮੌਤ ਨੂੰ ਔਰਤਾਂ ਦੇ ਹਿੱਸੇ ਵਿੱਚ ਪਾਇਆ ਜਾਂਦਾ ਹੈ ਤੇ ਉਹਨਾਂ ਦੀ ਹੀ ਪੂਜਾ ਕੀਤੀ ਜਾਂਦੀ ਏ। ਕੁਰਬਾਨੀਆਂ ਦੀ ਅਗਵਾਈ ਵੀ ਮਜ਼ਹਬੀ ਪ੍ਰੋਹਤ ਜਨਾਨੀਆਂ ਕਰਦੀਆਂ ਨੇ ਤੇ ਮਰਦ ਸਿਰਫ ਉਹਨਾਂ ਦੇ ਨਾਇਬ ਹੀ ਹੁੰਦੇ ਨੇ। ਇੱਕ ਖਾਸ ਰਿਆਸਤ ਖੈਰਮ ਵਿੱਚ ਔਰਤ ਹੀ ਸਭ ਤੋਂ ਵੱਡੀ ਮਜ਼ਹਬੀ ਆਗੂ ਹੁੰਦੀ ਏ ਤੇ ਉਹੋ ਹੀ ਰਿਆਸਤ ਦੀਆਂ ਸਰਬਰਾਹ ਹੁੰਦੀਆਂ ਨੇ। ਇਸ ਦੇ ਮੁੱਢੋਂ ਉਲਟ ਤਾਮਿਲਨਾਡੂ ਦੇ ਨੀਲਗਿਰੀ ਹਿੱਲ ਵਿੱਚ ਰਹਿਣ ਵਾਲਾ ਟੋਡਾ ਕਬੀਲਾ ਏ, ਜਿਹੜਾ ਪੁਰਾਣੇ ਜ਼ਮਾਨਿਆਂ ਵਾਂਗੂ 100% ਪਸ਼ੂ ਪਾਲ ਏ। ਉਹ ਮੱਝਾਂ ਪਾਲਦੇ ਨੇ ਤੇ ਦੁੱਧ ਦੀਆਂ ਬਣੀਆਂ ਸ਼ੈਵਾਂ ਦੇ ਬਦਲੇ ਹੋਰ ਵਸਤਾਂ ਦਾ ਵਟਾਂਦਰਾ ਕਰਦੇ ਨੇ। ਇਹਨਾਂ ਦਾ ਦੇਵਤਾ ਵੀ ਮੱਝ ਏ ਤੇ ਸਭ ਤੋਂ ਵੱਡਾ ਪੁਰੋਹਿਤ ਵੀ ਚਰਵਾਲ, ਜੋ ਪੰਜਾਬੀ ਵਿੱਚ ਚਰਵਾਹਾ ਜਾਂ ਮਾਹੀ ਕਹਾਉਂਦਾ ਹੈ। ਇਹਨਾਂ ਦਾ ਟੱਬਰੀ ਨਿਜ਼ਾਮ ਪੂਰਾ ਮਰਦਸ਼ਾਹੀ ਜਾਂ ਪਿੱਤਰ ਸੱਤਾ ਵਾਲਾ ਏ ਤੇ ਇਹਨਾਂ ਵਿੱਚ ਕਈ ਖਸਮੀ ਭਾਵ ਬਹੁਪਤੀ ਜਾਂ ਪੋਲੀਐਂਡਰੀ ਨਿਜ਼ਾਮ ਵੀ ਕੁਝ ਚਿਰ ਪਹਿਲੇ ਤਾਈਂ ਹੈ ਸੀ। ਇਹ ਕੁੜੀਆਂ ਨੂੰ ਮਾਰ ਦਿੰਦੇ ਸਨ ਤੇ ਮੱਝਾਂ ਦੇ ਬਦਲੇ ਸਾਰੇ ਭਰਾ ਇੱਕ ਹੀ ਔਰਤ ਨਾਲ ਵਿਆਹ ਕਰ ਲੈਂਦੇ ਸਨ। ਟੋਡਿਆਂ ਦੀ ਮਿਸਾਲ ਤੋਂ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਦਰਾਵੜੀ ਟੋਡਿਆਂ ਦੇ ਪਸ਼ੂ ਪਾਲ ਮੁਕੰਮਲ ਮਰਦਸ਼ਾਹੀ ਨਿਜ਼ਾਮ ਤੋਂ ਇਹ ਪਤਾ ਲੱਗਦਾ ਹੈ ਕਿ ਸਾਰੇ ਦਰਾਵੜਾਂ ਵਿੱਚ ਮਾਨਵੀ ਨਿਜ਼ਾਮ ਨਹੀਂ ਸੀ। ਇਸ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਮਾਨਵੀ ਨਿਜ਼ਾਮ ਵਾਲੇ ਦਰਾਵੜ ਦੀ ਥਾਂ ਮੁੰਡਾ ਤੇ ਜਨੂਬੀ ਜਾਂ ਦੱਖਣੀ ਏਸ਼ੀਆਈ ਜ਼ੁਬਾਨਾਂ ਬੋਲਣ ਵਾਲੇ ਸਨ, ਜਿਵੇਂ ਉੱਤੇ ਦੱਸਿਆ ਗਿਆ ਖਾਸੀ ਕਬੀਲਾ ਹੈ। ਦੂਜੀ ਗੱਲ ਇਹ ਉਗੜਦੀ ਏ ਕਿ ਪਸ਼ੂ ਪਾਲਣ ਦੀ ਮੰਜ਼ਿਲ ਤੇ ਮਰਦਸ਼ਾਹੀ ਨਿਜ਼ਾਮ ਹੀ ਹੋ ਸਕਦਾ ਹੈ, ਕਿਉਂਕਿ ਪਸ਼ੂ ਪਾਲਣਾ ਮਰਦਾਂ ਦਾ ਹੀ ਕੰਮ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਰੀਆ ਪਸ਼ੂ ਪਾਲਣ ਵਾਲੇ ਸਨ ਤੇ ਇਸ ਲਈ ਮਰਦਸ਼ਾਹੀ ਨਿਜ਼ਾਮ ਨੂੰ ਹੀ ਮੰਨਦੇ ਸਨ। ਇਹ ਵਾਈ ਬੀਜੀ ਨੂੰ ਥਲੜੀ ਪੱਧਰ ਦੇ ਫਤਿਹ ਕੀਤੇ ਲੋਕਾਂ ਦਾ ਪੇਸ਼ਾ ਸਮਝਦੇ ਸਨ। ਉਹਨਾਂ ਬਾਰੇ ਬ੍ਰੇਫੋਲਟ ਦਾ ਕਹਿਣਾ ਹੈ, ਇਹਨਾਂ ਵੈਦਿਕ ਲੋਕਾਂ ਦਾ ਸਮਾਜ ਚਰਵਾਲ ਤੇ ਜੰਗ ਕਰਨ ਵਾਲਿਆਂ ਵਾਲਾ ਸੀ, ਜਿਨ੍ਹਾਂ ਨੇ ਸ਼ੁਮਾਲੀ ਜਾਂ ਉੱਤਰੀ ਹਿੰਦੁਸਤਾਨ ਦੇ ਜ਼ਰਖੇਜ਼ ਇਲਾਕਿਆਂ ਤੇ ਕਬਜ਼ਾ ਕਰ ਲਿਆ ਸੀ। ਉਹਨਾਂ ਨੇ ਵਾਹੀ ਕਦੇ ਨਹੀਂ ਕੀਤੀ ਤੇ ਇਹ ਕੰਮ ਮੁਕਾਮੀ ਲੋਕਾਂ ਤੇ ਛੱਡ ਦਿੱਤਾ। ਉਹ ਬਾਕੀ ਚਰਵਾਲ ਜੰਗਬਾਜ਼ਾਂ ਵਾਂਗ ਢਿੱਡੋਂ ਜ਼ਰਾਇਤ ਨਾਲ ਨਫ਼ਰਤ ਕਰਦੇ ਸਨ ਤੇ ਇਸ ਨੂੰ ਫਤਿਹ ਕੀਤੇ ਹੋਏ ਲੋਕਾਂ ਦਾ ਕੰਮ ਸਮਝਦੇ ਸਨ। ਹੜੱਪੇ ਵਸੇਬ ਦਾ ਵਪਾਰ। ਹੜੱਪਾ ਵਸੋਂ ਦੇ ਪ੍ਰਫੁੱਲਤ ਹੋਣ ਤੋਂ ਪਹਿਲਾਂ ਮਹਿਰਗੜ੍ਹ ਦੇ ਮੁੱਕਣ ਦਾ ਕੋਈ ਪੱਕਾ ਕਾਰਨ ਨਹੀਂ ਲੱਭਦਾ, ਪਰ ਇਹ ਵੀ ਹਕੀਕਤ ਹੈ ਕਿ ਇਹ ਵਸੇਬ ਅੱਗੇ ਜਾ ਕੇ ਹੜੱਪਾ ਤੇ ਮੋਹਨਜਾਦੜੋ ਵਰਗੇ ਸ਼ਹਿਰਾਂ ਦਾ ਵਖਾਲਾ ਬਣਿਆ।
ਕਈ ਤਰ੍ਹਾਂ ਦੀ ਕਾਢ ਨਾਲ ਇਹ ਸਾਬਤ ਹੈ ਕਿ ਹੜੱਪਾ ਦੇ ਵਸੇਬ ਅੰਦਰ ਵਪਾਰ ਦਰਿਆਵਾਂ ਰਾਹੀਂ, ਜਹਾਜ਼ਾਂ ਤੇ ਬੇੜੀਆਂ ਰਾਹੀਂ ਹੁੰਦਾ ਸੀ। ਫਿਰ ਉਹਨਾਂ ਸ਼ਹਿਰਾਂ ਵਿੱਚੋਂ ਮੋਰ, ਹਾਥੀ ਦੰਦ ਤੇ ਹਾਥੀ ਦੰਦ ਦੀਆਂ ਬਣੀਆਂ ਕੰਘੀਆਂ, ਸਫੈਦ ਸੰਗਮਰਮਰ, ਅਬਰਕ, ਘੁੰਗੇ, ਮੁੰਗਾ, ਅਤੀਕ, ਸੰਗ ਲਾਜੁਰਦ ਪੱਥਰ, ਸੰਗ ਇਮਾਨੀ, ਚਾਂਦੀ, ਸੋਨਾ, ਸਿੱਕਾ, ਨਾਕਸ ਅਤੀਕ, ਭੁਰਭੁਰਾ ਪੱਥਰ, ਚੂਨਾ, ਜੈਸਲਮੇਰ ਦਾ ਪੀਲਾ ਪੱਥਰ, ਚਕਮਾਕ, ਕੱਚਾ ਲੋਹਾ, ਮਰਮਰ ਸਿਆਹ, ਸੱਪ ਦੇ ਡੰਗ ਦੀ ਦਵਾ, ਸ਼ਤੀਰ, ਸੈਂਖੀਆ, ਫਰਸ਼ੀ ਪੱਥਰ, ਸੰਗ ਖਾਰਾ, ਸੰਗ ਅਬਰੀ ਮੈਸੋਪੋਟਾਮੀਆ ਜਾਂ ਇਰਾਕ ਭੇਜੇ ਜਾਂਦੇ ਸਨ। ਹੜੱਪੇ ਵਸੇਬ ਤੋਂ ਮੈਸੋਪੋਟਾਮੀਆ ਜਾਵਣ ਦੇ ਰਾਹ ਵਿੱਚ ਤਿਲਮੁਨ ਜਾਂ ਦਿਲਮੁਨ, ਜੋ ਅੱਜ ਦਾ ਬਹਿਰੀਨ ਹੈ, ਜਜ਼ੀਰੇ ਵਿੱਚ ਰੁਕਣ ਲਈ ਸੈਂਟਰ ਬਣਾਇਆ ਹੋਇਆ ਸੀ। ਬਹਿਰੀਨ ਵਿੱਚ ਵੀ ਖੁਦਾਈ ਤੋਂ ਹੜੱਪਾ ਦੀਆਂ ਮੋਹਰਾਂ ਮਿਲੀਆਂ ਨੇ। ਮੈਸੋਪੋਟਾਮੀਆ ਜਾਵਣ ਵਾਲੇ ਵਪਾਰੀਆਂ ਦੇ ਜਹਾਜ਼ ਸਮੁੰਦਰ ਦੇ ਕੰਢੇ-ਕੰਢੇ ਚੱਲਦੇ ਸਨ। ਜੇ ਵੱਡੇ ਤੂਫਾਨ ਨਾਲ ਜਹਾਜ਼ ਸਮੁੰਦਰ ਵਿੱਚ ਧੱਕੇ ਜਾਂਦੇ ਸਨ ਤਾਂ ਜਹਾਜ਼ੀ ਨਾਲ ਲਿਆਂਦੇ ਕਾਂ ਛੱਡਦੇ ਸਨ ਤਾਂ ਕਿ ਸਭ ਤੋਂ ਨੇੜੇ ਜ਼ਮੀਨ ਦੇ ਕੰਢੇ ਦਾ ਪਤਾ ਲੱਗ ਜਾਵੇ। ਹਜ਼ਰਤ ਨੂਹ ਦੀ ਕਹਾਣੀ ਵਿੱਚ ਵੀ ਹੈ ਕਿ ਉਹਨਾਂ ਨੇ ਜ਼ਮੀਨ ਦਾ ਕੰਢਾ ਲੱਭਣ ਲਈ ਪਹਿਲਾਂ ਕਾਂ ਛੱਡਿਆ ਸੀ ਤੇ ਫਿਰ ਜ਼ਮੀਨ ਦੀ ਜ਼ਰਖੇਜ਼ੀ ਦਾ ਪਤਾ ਲਗਾਉਣ ਲਈ ਕਬੂਤਰ ਉਡਾਇਆ ਸੀ। ਇਹ ਗੱਲ ਵੀ ਹੈ ਕਿ ਹੜੱਪੇ ਵਸੇਬ ਵਿੱਚੋਂ ਮੈਸੋਪੋਟਾਮੀਆ ਦੀਆਂ ਮੋਹਰਾਂ ਨਹੀਂ ਲੱਭੀਆਂ ਤੇ ਅੰਦਾਜ਼ਾ ਲਾਇਆ ਗਿਆ ਹੈ ਕਿ ਉੱਥੇ ਕਾਂ ਵੀ ਨਹੀਂ ਸੀ ਤੇ ਉੱਥੋਂ ਜਹਾਜ਼ਾਂ ਰਾਹੀਂ ਕੋਈ ਸਮਾਨ ਵੀ ਨਹੀਂ ਆਉਂਦਾ ਸੀ। ਪੰਜਾਬੀ ਦੇ ਲੋਕ ਗੀਤਾਂ ਵਿੱਚ ਕਾਂ, ਕਬੂਤਰ, ਪ੍ਰਾਹੁਣੇ ਦੇ ਆਉਣ ਦੀ ਖਬਰ ਦੱਸਣ ਵਾਲਾ ਹੜੱਪੀ ਵਸੋਂ ਵਿੱਚ ਆਇਆ। ਮਾਏ ਨੀ ਕਾਗ ਬਨੇਰੇ ਉੱਤੇ ਬੋਲਿਆ। ਵੇਲਾ ਗੁਜ਼ਰਨ ਨਾਲ ਕਾਂ ਦੀ ਅਲਾਮਤ ਪੁੱਠੀ ਪੈ ਗਈ ਤੇ ਉਸ ਨੂੰ ਚਲਾਕ ਤੇ ਝਪੱਟਾ ਮਾਰ ਕੇ ਖੋਹਣ ਖੁੱਸਣ ਵਾਲਾ ਬਣਾ ਦਿੱਤਾ ਗਿਆ। ਮੈਸੋਪੋਟਾਮੀਆ ਨਾਲ ਕੀਤੇ ਜਾਵਣ ਵਾਲੇ ਵਪਾਰ ਤੋਂ ਇਹ ਗੱਲ ਤਾਂ ਨਿਕਲਦੀ ਏ ਕਿ ਹੜੱਪੀ ਬਹੁਤ ਸਾਰੀਆਂ ਵਾਫਰ ਵਸਤਾਂ ਹੀ ਪੈਦਾ ਕਰਦੇ ਜਾਂ ਬਣਾਉਂਦੇ ਨਹੀਂ ਸਨ, ਸਗੋਂ ਉਹ ਜਹਾਜ਼ ਬਣਾਉਣ ਤੇ ਉਸ ਨੂੰ ਸਮੁੰਦਰ ਵਿੱਚ ਚਲਾਉਣ ਦੇ ਵੀ ਮਾਹਰ ਸਨ। ਇਸ ਬਾਰੇ ਡੀ ਕੋਸਾਂਬੀ ਹੋਰਾਂ ਕਾਫੀ ਕੁਝ ਲਿਖਿਆ ਹੈ। ਹੜੱਪੀਆਂ ਦੀ ਅਗੋਹੀ ਜਾਂ ਅਗਾਂਹ ਵਧੂ ਜਾਣਕਾਰੀ। ਪਰ ਇੱਥੇ ਇਹ ਗੱਲ ਪੱਕੀ ਕਰ ਲਈ ਜਾਵੇ ਕਿ ਬਹੁਤ ਸਾਰੇ ਹੜੱਪੀ ਲੋਕ ਪੰਜਾਬ ਵਿੱਚ ਹੀ ਰਹੇ ਹੋਣਗੇ। ਸਵਾਲ ਇਹ ਵੇ ਕਿ ਕੀ ਹੜੱਪੀ ਕਬੀਲੇ ਪਿੰਡ ਪਾ ਕੇ ਵਾਹੀ ਕਰਦੇ ਰਹੇ ਜਾਂ ਟੱਪਰੀ ਵਾਸਾਂ ਦੇ ਢੰਗ ਵਿੱਚ ਜੰਗਲ ਤੋਂ ਖਾਦ ਇਕੱਠੀ ਕਰਕੇ ਜਾਂ ਸ਼ਿਕਾਰ ਕਰਕੇ ਗੁਜ਼ਾਰਾ ਕਰਦੇ ਰਹੇ। ਇਸ ਬਾਰੇ ਵਿੱਚ ਕੋਸੰਬੀ ਹੋਰਾਂ ਦਾ ਕਹਿਣਾ ਹੈ ਕਿ ਸਵਾਲ ਇਹ ਹੈ ਕਿ ਵਾਦੀ ਸਿੰਧ ਵਸੇਬ ਦਾ ਕਿੰਨਾ ਹਿੱਸਾ ਸ਼ਹਿਰਾਂ ਦੀ ਬਰਬਾਦੀ ਤੋਂ ਮਗਰੋਂ ਬਚਿਆ ਰਿਹਾ। ਇਹ ਗੱਲ ਪੱਕੀ ਹੈ ਕਿ ਕਾਰੀਗਰੀ ਤੇ ਵਪਾਰੀ ਜਾਣਕਾਰੀ ਦਾ ਵੱਡਾ ਹਿੱਸਾ ਬਚਿਆ ਰਿਹਾ। ਬਾਅਦ ਦੇ ਹਿੰਦੁਸਤਾਨ ਵਿੱਚ ਵਜ਼ਨ ਤੇ ਮਾਪਣ ਦੇ ਪੈਮਾਨੇ ਉਹ ਰਹੇ ਜਿਹੜੇ ਮੋਹਿੰਜਾਦੜੋ ਤੇ ਹੜੱਪਾ ਵਿੱਚ ਸਨ। ਇੱਥੇ ਇਹ ਗੱਲ ਵੀ ਦੱਸਦੇ ਜਾਈਏ ਕਿ ਹੜੱਪੀਆਂ ਦੀ ਜਾਣਕਾਰੀ ਕਿਸ ਪੱਧਰ ਤੇ ਸੀ ਜਿਸ ਨੂੰ ਵਰਤ ਕੇ ਆਰੀਆਵਾਂ ਦੇ ਆਉਣ ਤੋਂ ਮਗਰੋਂ ਨਵਾਂ ਵਸੇਬ ਉਸਾਰਿਆ ਗਿਆ। ਇਸ ਬਾਰੇ ਤਰਪਾਠੀ ਲਿਖਦੇ ਨੇ, ਦਰਾਵਿੜ ਧਾਤਾਂ ਦਾ ਬੜਾ ਇਲਮ ਰਖਾਉਂਦੇ ਸਨ। ਉਹਨਾਂ ਦੇ ਭਾਂਡੇ ਬੜੇ ਪੱਧਰੇ ਸਨ ਤੇ ਉਹ ਵਾਹੀ ਬੀਜੀ ਦੇ ਵੀ ਜਾਣੂ ਜਾਣ ਸਨ। ਫਸਲਾਂ ਨੂੰ ਪਾਣੀ ਦੇਵਣ ਲਈ ਦਰਿਆਵਾਂ ਤੇ ਬੰਨ੍ਹ ਬਣਾਉਣ ਵਾਲੇ ਵੀ ਇਹ ਪਹਿਲੇ ਲੋਕ ਸਨ। ਇਸ ਗੱਲ ਨੂੰ ਇਸ ਲਈ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਆਮ ਕਹਾਣੀ ਤਾਂ ਇਹ ਦੱਸੀ ਜਾਂਦੀ ਹੈ ਕਿ ਹੜੱਪੇ ਵਸੇਬ ਦੀ ਬਰਬਾਦੀ ਤੋਂ 600 ਸਾਲਾਂ ਦੇ ਪਿਛੋਂਹੇ ਜਾਂ ਪਿਛਾਂਹ ਖਿੱਚੂ ਧੱਕੇ ਤੋਂ ਮਗਰੋਂ ਜਿਹੜੀ ਵਸੋਂ ਬਣੀ ਉਹ ਆਰੀਆਵਾਂ ਨੇ ਬਣਾਈ ਸੀ। ਅਸੀਂ ਅੱਗੇ ਵੇਖਾਂਗੇ ਕਿ ਇਹ ਗੱਲ ਤਾਂ ਠੀਕ ਹੈ ਕਿ ਨਵੀਂ ਉਸਾਰੀ ਵੇਲੇ ਆਰੀਆ ਹਾਕਮ ਸਨ, ਪਰ ਵਾਹੀ ਬੀਜੀ ਤੇ ਹੋਰ ਵਸਤਾਂ ਬਣਾਉਣਾ ਸਿਰਫ ਹੜੱਪੀਆਂ ਨੂੰ ਹੀ ਆਉਂਦਾ ਸੀ। ਆਰੀਆ ਵੀ ਬਾਅਦ ਵਿੱਚ ਆਉਣ ਵਾਲੇ ਮੁਸਲਮਾਨ ਹਾਕਮਾਂ ਵਾਂਗੂ ਸਨ, ਜਿਨ੍ਹਾਂ ਨੂੰ ਆਪ ਕੋਈ ਖਾਸ ਕੰਮ ਨਹੀਂ ਸੀ ਆਉਂਦਾ ਤੇ ਸਿਰਫ ਤਲਵਾਰ ਦੇ ਜ਼ੋਰ ਤੇ ਮੁਫਤ ਵਿੱਚ ਐਸ਼ ਕਰਦੇ ਸਨ। ਅਸੀਂ ਜ਼ੁਬਾਨ ਬਾਰੇ ਗੱਲ ਕਰਦਿਆਂ ਪਹਿਲਾਂ ਹੀ ਜ਼ਿਕਰ ਕਰ ਹਟੇ ਹਾਂ ਕਿ ਜਦੋਂ ਆਰੀਆ ਪੰਜਾਬ ਵਿੱਚ ਸਿਰਫ ਗਾਵਾਂ ਪਾਲ ਰਹੇ ਸਨ, ਮੁਕਾਮੀ ਲੋਕ ਪਿੰਡਾਂ ਵਿੱਚ ਵਾਹੀ ਬੀਜੀ ਕਰਦੇ ਸਨ, ਜਿਸ ਤੇ ਉਹਨਾਂ ਨੂੰ ਮੂਰਖ ਸਮਝਿਆ ਜਾਂਦਾ ਸੀ ਕਿ ਉਹਨਾਂ ਨੂੰ ਗਾਵਾਂ ਦੀ ਕਦਰ ਨਹੀਂ ਹੈ। ਪਰ ਅਖੀਰ ਵੇਖੋ ਤੇ ਗਾਵਾਂ ਚਰਾਉਣ ਦਾ ਕੰਮ ਵੀ ਹੜੱਪੀ ਗੁਲਾਮਾਂ ਕੋਲੋਂ ਹੀ ਕਰਵਾਇਆ ਗਿਆ। ਹਕੀਕਤ ਇਹ ਹੈ ਕਿ ਆਰੀਆਵਾਂ ਨੇ ਹੜੱਪੀਆਂ ਨੂੰ ਗੁਲਾਮ ਬਣਾ ਕੇ ਉਹਨਾਂ ਦੀ ਜਾਣਕਾਰੀ ਤੋਂ ਲਾਭ ਲੈਂਦਿਆਂ ਹੀ ਬਹੁਤੀ ਤਰੱਕੀ ਕੀਤੀ। ਆਰੀਆਵਾਂ ਲਈ ਇਹ ਜੰਨਤ ਸੀ ਕਿ ਉਹ ਗੁਲਾਮਾਂ ਦੀ ਤਕਰੀਬਨ ਮੁਫਤ ਮਿਹਨਤ ਨਾਲ ਸੌਖੇ ਹੋ ਗਏ। ਅੱਗੇ ਜਾ ਕੇ ਅਸੀਂ ਦੱਸਾਂਗੇ ਕਿ ਪਾਣਨੀ ਦੇ ਮੁਤਾਬਕ ਆਰੀਆ ਸਿਰਫ ਖਾਣਾ ਦੇ ਕੇ ਸਾਰਾ ਦਿਨ ਵਾਹੀ ਬੀਜੀ ਦਾ ਕੰਮ ਕਰਵਾਉਂਦੇ ਸਨ। ਵਾਹੀ ਬੀਜੀ ਤੋਂ ਵੱਖ ਹਰ ਕੰਮ ਦੇ ਕਾਰੀਗਰ ਜੁਲਾਹੇ, ਮੋਚੀ, ਘੁਮਿਆਰ, ਤਰਖਾਣ, ਧੋਬੀ, ਮਾਸ਼ਕੀ ਜੋ ਪਾਣੀ ਭਰਨ ਵਾਲੇ ਸਨ ਵਗੈਰਾ ਹੜੱਪੀ ਲੋਕ ਹੀ ਸਨ। ਇੱਥੋਂ ਤੀਕਰ ਕਿ ਆਰੀਆਵਾਂ ਦੀਆਂ ਇਬਾਦਤਾਂ ਵੇਲੇ ਗਾਉਣ ਵਾਲੇ ਵੀ ਮੁਕਾਮੀ ਹੀ ਸਨ। ਇਹਨਾਂ ਸਾਰਿਆਂ ਕੋਲੋਂ ਕੰਮ ਵੀ ਲਿਆ ਜਾਂਦਾ ਸੀ ਤੇ ਉਹਨਾਂ ਨੂੰ ਬਸਤੀਆਂ ਤੋਂ ਵੀ ਬਾਹਰ ਰੱਖਿਆ ਜਾਂਦਾ ਸੀ। ਵੇਦਾਂ ਤੋਂ ਬਾਅਦ ਮਹਾਭਾਰਤ ਦੀ ਲਿਖਤ ਇਤਿਹਾਸ ਦਾ ਵੱਡਾ ਵਸੀਲਾ ਸਮਝੀ ਜਾਂਦੀ ਏ। ਉਂਝ ਤੇ ਮਹਾਭਾਰਤ ਇੱਕ ਵੱਡੇ ਯੁੱਧ ਦੀ ਕਥਾ ਏ, ਪਰ ਇਸ ਅੰਦਰ ਸੈਂਕੜੇ ਕਹਾਣੀਆਂ ਅਜੋੜ ਢੰਗ ਵਿੱਚ ਲਿਖੀਆਂ ਹੋਈਆਂ ਨੇ। ਡੀ ਕੋਸੰਬੀ ਹੋਰਾਂ ਦਾ ਇਹ ਕਹਿਣਾ ਠੀਕ ਲੱਗਦਾ ਹੈ ਕਿ ਪੇਸ਼ਾਵਰ ਭਾਟ ਜਾਂ ਭੱਟ ਹੀ ਉਸ ਵੇਲੇ ਤੀਕਰ ਸ਼ਾਇਰ ਤੇ ਗਾਉਣ ਵਾਲੇ ਹੁੰਦੇ ਸਨ ਤੇ ਇਹ ਉਹਨਾਂ ਦੀ ਸਿਰਜਣਾ ਲੱਗਦੀ ਏ। ਇਸ ਲਿਖਣ ਢੰਗ ਵਿੱਚ ਜਿਵੇਂ ਸ਼ੁਰੂ ਵਿੱਚ ਵੱਡਿਆਂ ਬੰਦਿਆਂ ਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਨੇ, ਉਹ ਵੀ ਭੱਟਾਂ ਦੇ ਤਰੀਕਿਆਂ ਵੱਲ ਸੈਨਤ ਮਾਰਦੀਆਂ ਨੇ।
ਲੱਗਦਾ ਹੈ ਕਿ ਭੱਟ ਸ਼ਾਇਰਾਂ ਤੇ ਗਾਉਣ ਵਾਲਿਆਂ ਨੇ ਕਈ ਸਦੀਆਂ ਤਾਈਂ ਇਸ ਵਿੱਚ ਵਾਧੇ ਕੀਤੇ। ਕਲਾਸੀਕਲ ਰਾਗਾਂ ਦੀ ਸ਼ੁਰੂਆਤ ਵੇਦਾਂ ਦੇ ਗਾਉਣ ਤੋਂ ਹੀ ਹੋਈ ਸੀ। ਖਾਸ ਤੌਰ ਤੇ ਬਾਅਦ ਵਿੱਚ ਲਿਖਿਆ ਜਾਣ ਵਾਲਾ ਸਾਮ ਵੇਦ ਤਾਂ ਬਣਾਇਆ ਹੀ ਗਾਉਣ ਬਣਤਰਾਂ ਤੇ ਹੈ। ਇਸ ਵਿੱਚ ਰਿਗਵੇਦ ਦੇ ਕੁਝ ਹਿੱਸੇ ਵੀ ਬੰਦਸ਼ਾਂ ਵਿੱਚ ਲਿਆਂਦੇ ਗਏ ਨੇ। ਅਸੀਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਕਬਾਇਲੀ ਨਿਜ਼ਾਮ ਦੇ ਅੰਦਰ ਟੁੱਟ ਭੱਜ ਨਾਲ ਵੇਦ ਗਾਉਣ ਦਾ ਕੰਮ ਹੜੱਪੀ ਪੇਸ਼ਾਵਰ ਗਵਈਆਂ ਕੋਲ ਚਲਿਆ ਗਿਆ। ਇਸ ਦਾ ਇੱਕ ਸਬੂਤ ਵੀ ਹੈ ਕਿ ਜਿਹੜੀ ਸਾਂਝ ਇੰਡੋ ਯੂਰਪੀਅਨ ਜ਼ੁਬਾਨਾਂ ਦੇ ਕੁਝ ਲਫ਼ਜ਼ਾਂ ਵਿੱਚ ਦਿਸਦੀ ਏ, ਉਹ ਰਾਗਾਂ ਵਿੱਚ ਨਹੀਂ ਦਿਸਦੀ। ਯੂਰਪ ਤੇ ਪੰਜਾਬ ਦੀ ਰਾਗਕਾਰੀ ਇੱਕ ਦੂਜੇ ਤੋਂ ਮੁੱਢੋਂ ਅੱਡਰੀ ਏ। ਇਸ ਦੀ ਇਹ ਵਜ੍ਹਾ ਹੋ ਸਕਦੀ ਏ ਕਿ ਰਾਗਾਂ ਦਾ ਬਹੁਤਾ ਕੰਮ ਹੜੱਪੀ ਲੋਕਾਂ ਕੋਲ ਸੀ ਤੇ ਉਹਨਾਂ ਆਪਣੀ ਪੁਰਾਣੀ ਰੀਤ ਨੂੰ ਜਾਰੀ ਰੱਖਿਆ, ਜਿਹੜੀ ਆਰੀਆਵਾਂ ਨਾਲੋਂ ਵੱਖ ਸੀ। ਜੇਕਰ ਰਾਗਾਂ ਦਾ ਮੁੱਢ ਆਰੀਆਵਾਂ ਰੱਖਿਆ ਹੁੰਦਾ ਤਾਂ ਜ਼ੁਬਾਨਾਂ ਵਾਂਗ ਉਹਦੀ ਯੂਰਪੀ ਰਾਗ ਅੰਗਾਂ ਨਾਲ ਬੜੀ ਗੂੜੀ ਸਾਂਝ ਹੁੰਦੀ। ਰਿਗਵੇਦ ਵਿੱਚ ਇਬਾਰਤ ਦੀਆਂ ਹਮਦਾਂ ਪੜ੍ਹਨ ਨੂੰ ਯੱਜ ਕਰਨਾ ਕਿਹਾ ਜਾਂਦਾ ਹੈ। ਤਬਕਾਵਾਰੀ ਵੰਡ ਵਧਣ ਨਾਲ ਉਤਲੇ ਤਬਕਿਆਂ ਦਿਆਂ ਲੋਕਾਂ ਪੇਸ਼ਾਵਰ ਲੋਕਾਂ ਕੋਲੋਂ ਯੱਜ ਕਰਵਾਉਣਾ ਸ਼ੁਰੂ ਕੀਤਾ ਤੇ ਉਹ ਆਪਣੇ ਆਪ ਨੂੰ ਯਜਮਾਨ ਅਖਵਾਉਣ ਲੱਗੇ। ਸਵਾਲ ਇਹ ਹੈ ਕਿ ਯੱਜ ਕਰਨ ਵਾਲੇ ਪੇਸ਼ਾਵਰ ਗਵਈਏ ਤੇ ਸ਼ਾਇਰ ਕੌਣ ਸਨ? ਪੰਜਾਬ ਵਿੱਚ ਸਿਰਫ ਤੇ ਸਿਰਫ ਮਰਾਸੀ ਹਨ ਜਿਹੜੇ ਮਾਲਕੀ ਵਾਲੇ ਤਬਕਿਆਂ ਨੂੰ ਯਜਮਾਨ ਕਹਿ ਕੇ ਬੁਲਾਉਂਦੇ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਡੀਡੀ ਕੋਸੰਬੀ ਭੱਟ ਕਹਿੰਦੇ ਨੇ। ਪੰਜਾਬ ਵਿੱਚ ਸਾਰੇ ਮਜ਼ਹਬਾਂ ਦੀਆਂ ਹਮਦਾਂ ਪੜ੍ਹਨ ਵਾਲੇ ਜਾਂ ਯੱਜ ਕਰਨ ਵਾਲੇ ਬਹੁਤੇ ਮਰਾਸੀ ਹੀ ਹੁੰਦੇ ਨੇ। ਜੇਕਰ ਰਿਗਵੇਦ ਦੇ ਜ਼ਮਾਨੇ ਵਿੱਚ ਹੀ ਯੱਜ ਕਰਨ ਦਾ ਕੰਮ ਪੇਸ਼ਾਵਰ ਗਵਈਆਂ ਜਾਂ ਮਰਾਸੀਆਂ ਦੇ ਹੱਥ ਆ ਗਿਆ ਹੋਇਆ ਸੀ, ਤਾਂ ਫਿਰ ਆਖਰੀ ਵਾਰੇ ਦੀਆਂ ਵੇਦ ਹਮਦਾਂ ਦੇ ਲਿਖਣ ਵਿੱਚ ਇਹਨਾਂ ਦਾ ਹਿੱਸਾ ਪੈਣਾ ਵੀ ਸ਼ੁਰੂ ਹੋ ਗਿਆ ਹੋਵੇਗਾ। ਰਿਗਵੇਦ ਵਿੱਚ ਕੁਝ ਦੇਵਤਿਆਂ ਬਾਰੇ ਟਕਰਾਵੇਂ ਵਿਚਾਰਾਂ ਦੀ ਇਹ ਵਜ੍ਹਾ ਵੀ ਹੋ ਸਕਦੀ ਹੈ ਕਿ ਪਹਿਲਾਂ ਹਮਦਾਂ ਲਿਖਣ ਤੇ ਯੱਜ ਕਰਨ ਦਾ ਕੰਮ ਆਰੀਆਵਾਂ ਦੇ ਆਪਣੇ ਸਿਆਣੇ ਬੰਦਿਆਂ ਦੇ ਹੱਥ ਵਿੱਚ ਹੀ ਸੀ, ਜਿਨ੍ਹਾਂ ਦੇ ਵਿਚਾਰ ਢੰਗ ਬਾਅਦ ਵਿੱਚ ਇਹ ਕੰਮ ਕਰਨ ਵਾਲੇ ਪੇਸ਼ਾਵਰ ਗਵਈਆਂ ਨਾਲੋਂ ਵੱਖ ਸਨ। ਪੰਜਾਬ ਵਿੱਚ ਮਰਾਸੀਆਂ ਤੇ ਹੋਰ ਕਲਾਕਾਰਾਂ ਬਾਰੇ ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਇਹਨਾਂ ਦੇ ਰੰਗ ਤੇ ਨਕਸ਼ ਹੜੱਪੀਆਂ ਵਾਲੇ ਨੇ। ਲੱਗਦਾ ਹੈ ਕਿ ਬੜੇ ਚਿਰ ਤੀਕਰ ਮਹਾਭਾਰਤ ਤੇ ਵੇਦ ਲਿਖਣ ਤੇ ਗਾਉਣ ਦਾ ਬਹੁਤਾ ਕੰਮ ਭਾਟਾਂ ਤੇ ਮਰਾਸੀਆਂ ਦੇ ਹੱਥ ਵਿੱਚ ਰਿਹਾ ਤੇ ਉਹ ਉਹਦੇ ਵਿੱਚ ਵਾਧੇ ਕਰਦੇ ਰਹੇ। ਬਾਅਦ ਵਿੱਚ ਜਦੋਂ ਬ੍ਰਾਹਮਣਵਾਦ ਦਾ ਗੰਗਾ ਜਮਨੀ ਵਾਦੀ ਵਿੱਚ ਜ਼ੋਰ ਫੜਦਾ ਗਿਆ ਤਾਂ ਉੱਥੇ ਪੁਰੋਹਿਤ ਯੱਜ ਕਰਨ ਵਾਲਿਆਂ ਤੋਂ ਉੱਚੇ ਹੋ ਗਏ। ਪਰ ਪੰਜਾਬ ਵਿੱਚ ਇਹ ਵੰਡ ਨਾ ਹੋਈ ਤੇ ਯੱਜ ਕਰਨ ਦਾ ਕੰਮ ਪੇਸ਼ਾਵਰ ਗਵਈਆਂ ਕੋਲ ਹੀ ਰਿਹਾ, ਜਿਸ ਤੇ ਗੰਗਾ ਜਮਨਾ ਦੇ ਬ੍ਰਾਹਮਣ ਬਹੁਤ ਹਿਰਖ ਕਰਦੇ ਸਨ। ਬ੍ਰਾਹਮਣਾਂ ਨੇ ਸਭ ਤੋਂ ਉੱਚੀ ਜਾਤ ਬਣ ਕੇ ਵੇਦਾਂ ਤੇ ਮਹਾਭਾਰਤ ਵਰਗੀਆਂ ਵੱਡੀਆਂ ਲਿਖਤਾਂ ਤੇ ਮੱਲ ਮਾਰ ਲਈ ਤੇ ਉਹਨਾਂ ਦੀਆਂ ਵਿਆਖਿਆਵਾਂ ਆਪਣੇ ਤਬਕਾਤੀ ਮੁਫਾਦ ਭਾਵ ਜਮਾਤੀ ਫਾਇਦੇ ਨੂੰ ਮੁੱਖ ਰੱਖ ਕੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤੀਕ ਕਰਕੇ ਬ੍ਰਾਹਮਣਾਂ ਨੇ ਵੇਦਾਂ ਵਗੈਰਾ ਤੇ ਆਪਣੀ ਅਜਾਰਾਦਾਰੀ ਪੱਕੀ ਕਰਨ ਲਈ ਥਲੜੀਆਂ ਜਾਤਾਂ ਦੇ ਲੋਕਾਂ ਨੂੰ ਇਹ ਸਭ ਪੜ੍ਹਨ ਤੋਂ ਮਨਾਹੀ ਕਰ ਦਿੱਤੀ। ਹੜੱਪਾ ਵਸੋਂ ਦਾ ਮੁਕਾਅ ਤੇ ਆਰੀਆਵਾਂ ਦਾ ਕਬਜ਼ਾ। ਹੜੱਪੀਆਂ ਦੀ ਵਸੋਂ ਦੇ ਮੁੱਕਣ ਬਾਰੇ ਵੀ ਕਈ ਨਜ਼ਰੀਏ ਬਣਾਏ ਗਏ ਨੇ। ਇਸ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਆਰੀਆਵਾਂ ਨੇ ਹਮਲੇ ਕਰਕੇ ਇਸ ਕਦੀਮ ਵਸੇਬ ਨੂੰ ਤਬਾਹ ਕਰ ਦਿੱਤਾ। ਇਸ ਦੇ ਹੱਕ ਵਿੱਚ ਰਿਗਵੇਦ ਦੇ ਉਹ ਸੂਕਤ ਦਿੱਤੇ ਜਾਂਦੇ ਨੇ ਜਿਨ੍ਹਾਂ ਵਿੱਚ ਦੇਵਤਾ ਇੰਦਰ ਦੇ ਦੁਸ਼ਮਣਾਂ ਤੇ ਧਾੜੇ ਦਾ ਜ਼ਿਕਰ ਹੈ। ਇਹ ਵੀ ਕਿਹਾ ਗਿਆ ਹੈ ਕਿ ਹੜੱਪੀਆਂ ਫਸਲਾਂ ਨੂੰ ਪਾਣੀ ਲਾਉਣ ਲਈ ਜਿਹੜੇ ਡੈਮ ਬਣਾਏ ਹੋਏ ਸਨ ਉਹ ਆਰੀਆਵਾਂ ਨੇ ਤਬਾਹ ਕਰ ਦਿੱਤੇ ਤੇ ਵਾਈ ਮੁੱਕ ਗਈ। ਜਿਵੇਂ ਇਹ ਸੂਕਤ ਹੈ, ਇੰਦਰ ਆਪਣੇ ਹਥਿਆਰਾਂ ਨਾਲ ਬਲਾਵਾਂ ਜਾਂ ਡੀਮਨਸ ਨੂੰ ਮਾਰ ਕੇ ਪਾਣੀ ਦਾ ਰਾਹ ਖੋਲ੍ਹਦਾ ਹੈ। ਫਿਰ ਰਿਗਵੇਦ ਵਿੱਚ ਸਰਸਵਤੀ ਤੇ ਘਾਗਰ ਜਾਂ ਘੱਗਰ ਦਰਿਆਵਾਂ ਦਾ ਚੋਖਾ ਜ਼ਿਕਰ ਹੈ, ਜਿਸ ਦੇ ਬਾਰੇ ਅੰਦਾਜ਼ਾ ਹੈ ਕਿ ਉਹ ਸੁੱਕ ਗਿਆ ਤੇ ਉਸ ਨੇ ਵੀ ਪੁਰਾਣੇ ਵਸੇਬ ਨੂੰ ਮੁਕਾਉਣ ਵਿੱਚ ਬੜਾ ਹਿੱਸਾ ਪਾਇਆ। ਪਰ ਹੁਣ ਜਦੋਂ ਹੜੱਪੀਆਂ ਦੇ ਵਸੇਬ ਬਾਰੇ ਮੰਨਿਆ ਜਾਂਦਾ ਹੈ ਕਿ ਉਸ ਦਾ ਖਿਲਾਰ ਹਰਿਆਣਾ, ਰਾਜਸਥਾਨ ਤੇ ਗੁਜਰਾਤ ਤੀਕਰ ਸੀ, ਤਾਂ ਫਿਰ ਸਰਸਵਤੀ ਦਰਿਆ ਦੇ ਸੁੱਕਣ ਨਾਲ ਸਾਰੇ ਵਸੇਬ ਦੀ ਬਰਬਾਦੀ ਮੰਨਣਯੋਗ ਨਹੀਂ ਹੈ। ਫਿਰ ਇਹ ਵੀ ਹੈ ਕਿ ਜੇ ਇਹ ਦਰਿਆ ਰਿਗਵੇਦ ਜ਼ਮਾਨੇ ਤੀਕਰ ਵੀ ਸੀ ਤਾਂ ਫਿਰ ਇਹਦੇ ਸੁੱਕਣ ਨਾਲ ਪੁਰਾਣੇ ਵਸੇਬ ਦੇ ਮੁਕਾਅ ਨੂੰ ਕਿਵੇਂ ਮੰਨਿਆ ਜਾਵੇ। ਹੁਣ ਇਸ ਗੱਲ ਤੇ ਬਹੁਤੇ ਜਾਣੀ ਜਾਣਾ ਦਾ ਸਾਂਝਾ ਵਿਚਾਰ ਹੈ ਕਿ ਹੜੱਪੀ ਵਸੇਬ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਹੀ 2000 ਈਸਾ ਪੂਰਵ ਦੇ ਨੇੜੇ ਤੇੜੇ ਮੁੱਕ ਗਿਆ ਹੋਇਆ ਸੀ ਜਾਂ ਮੁੱਕਣ ਦੇ ਲਾਗੇ ਸੀ। ਅਜੋਕਾ ਅੰਦਾਜ਼ਾ ਇਹ ਵੇ ਕਿ ਇਸ ਪੂਰੇ ਇਲਾਕੇ ਵਿੱਚ ਮੌਸਮਾਂ ਦੀ ਮੁੱਢਲੀ ਅਦਲਾ ਬਦਲੀ ਨਾਲ ਮੌਨਸੂਨ ਦੇ ਮੀਂਹਾਂ ਦਾ ਨਿਜ਼ਾਮ ਉਲਟ ਗਿਆ। ਸਿੰਧ ਦਰਿਆ ਵਿੱਚ ਹੜ੍ਹ ਆਉਣੇ ਬੰਦ ਹੋ ਗਏ, ਵਾਹੀ ਮੁੱਕ ਗਈ ਤੇ ਸ਼ਹਿਰ ਉੱਜੜ ਗਏ। ਇੱਕ ਹੋਰ ਕਾਰਡ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਥੇ 900 ਸਾਲਾਂ ਦਾ ਕਾਲ ਪਿਆ, ਜਿਸ ਨਾਲ ਵਸੇਬ ਦੇ ਸ਼ਹਿਰਾਂ ਦਾ ਉਜਾੜਾ ਹੋ ਗਿਆ। ਉਹਨਾਂ ਵੇਲਿਆਂ ਵਿੱਚ ਬਹੁਤ ਸਾਰੇ ਹੜੱਪੀ ਲੋਕ ਦੱਖਣੀ ਹਿੰਦੁਸਤਾਨ ਵੱਲ ਜਾਵਣ ਲੱਗ ਪਏ ਤੇ ਕਈ 100 ਜਾਂ ਕਈ ਹਜ਼ਾਰ ਸਾਲਾਂ ਵਿੱਚ ਉੱਥੇ ਜਾ ਕੇ ਵਸ ਗਏ। ਹੜੱਪੀ ਦੋ ਰਸਤਿਆਂ ਰਾਹੀਂ ਦੱਖਣ ਵੱਲ ਗਏ, ਜਿਨ੍ਹਾਂ ਵਿੱਚੋਂ ਇੱਕ ਤਾਂ ਸਮੁੰਦਰ ਕੰਢੇ ਜਾਣ ਦਾ ਸੀ ਤੇ ਦੂਜਾ ਅੰਦਰੋਂ ਜਾਣ ਦਾ। ਪ੍ਰੋਫੈਸਰ ਫਰੈਂਕਲਿਨ ਸਾਊਥਵਰਥ ਨੇ ਮਹਾਰਾਸ਼ਟਰ ਦੇ ਸ਼ਹਿਰਾਂ ਦੇ ਨਾਵਾਂ ਤੋਂ ਇਹ ਨਤੀਜਾ ਕੱਢਿਆ ਕਿ ਹੜੱਪੀਆਂ ਦੱਖਣ ਵੱਲ ਜਾਂਦਿਆਂ ਰਾਹ ਵਿੱਚ ਕਈ ਸ਼ਹਿਰਾਂ ਤੇ ਕਬਜ਼ੇ ਵੀ ਆਬਾਦ ਕੀਤੇ, ਜਿਨ੍ਹਾਂ ਦਾ ਨਾਂ ਵਾਲੀ ਜਿਵੇਂ ਰਾਹ ਵਾਲੀ ਤੇ ਮੁੱਕਦਾ ਹੈ
ਤੇ ਇਹ ਦੱਖਣ ਦੀਆਂ ਜ਼ੁਬਾਨਾਂ ਵਿੱਚ ਪਾਲੀ ਹੋ ਜਾਂਦਾ ਹੈ। ਦੱਖਣ ਵਿੱਚ ਜਿਹੜੀਆਂ ਜ਼ੁਬਾਨਾਂ ਪ੍ਰਚਲਿਤ ਹੋਈਆਂ ਉਹਨਾਂ ਦੀ ਇੱਕ ਸ਼ਾਖ ਬਰੂਹੀ ਵੀ ਹੈ, ਜਿਹੜੀ ਬਲੋਚਿਸਤਾਨ ਵਿੱਚ ਕਲਾਤ ਤੇ ਦੱਖਣੀ ਅਫਗਾਨਿਸਤਾਨ ਦੇ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਇਹ ਜ਼ੁਬਾਨ ਦਰਾਵੜੀ ਹੈ ਤੇ ਇਸ ਗੱਲ ਦਾ ਸਬੂਤ ਹੈ ਕਿ ਹੜੱਪੀ ਲੋਕ ਸ਼ਮਾਲ ਭਾਵ ਉੱਤਰ ਤੋਂ ਜਨੂਬ ਭਾਵ ਦੱਖਣ ਵੱਲ ਗਏ। ਕੁਝ ਲੋਕ ਬਰੂਹੀ ਨੂੰ ਦਰਾਵੜੀ ਜ਼ੁਬਾਨਾਂ ਦੀ ਲੜੀ ਵਿੱਚ ਨਹੀਂ ਗਿਣਦੇ। ਮੌਸਮਾਂ ਦੇ ਬਦਲਣ ਨਾਲ ਹੜੱਪਾ ਵਸੇਬ ਦੇ ਸ਼ਹਿਰਾਂ ਦੇ ਉਜਾੜੇ ਵਾਲੀ ਗੱਲ ਇੱਕ ਹੱਦ ਤਾਈਂ ਮੰਨੀ ਜਾ ਸਕਦੀ ਹੈ। ਇਹ ਹੋ ਸਕਦਾ ਹੈ ਕਿ ਹੜੱਪਾ ਵਸੇਬ ਦੇ ਸ਼ਹਿਰਾਂ ਨੂੰ ਪਾਲਣ ਵਾਲੀਆਂ ਬਸਤੀਆਂ ਵਾਧੂ ਪੈਦਾਵਾਰ ਕਰਨ ਜੋਗੀਆਂ ਨਾ ਰਹੀਆਂ ਹੋਵਣ ਤਾਂ ਸ਼ਹਿਰ ਹੌਲੀ-ਹੌਲੀ ਮੁੱਕਣ ਲਾਗੇ ਆ ਗਏ ਹੋਵਣ, ਪਰ ਇਸ ਨਾਲ ਸਾਰੀ ਗੱਲ ਦੀ ਤਫਸੀਰ ਨਹੀਂ ਹੁੰਦੀ। ਇਹ ਇੱਕ ਹਕੀਕਤ ਹੈ ਕਿ ਪੰਜਾਬ ਵਿੱਚ ਉੱਚੀਆਂ ਜ਼ਾਤਾਂ ਦੇ ਰੰਗ ਥੋੜ੍ਹੇ ਚਿੱਟੇ ਤੇ ਸਾਂਵਲੇ ਨੇ ਤੇ ਉਹਨਾਂ ਦੇ ਨਕਸ਼ ਇੰਡੋ ਯੂਰਪੀਆਂ ਨਾਲ ਮਿਲਦੇ ਨੇ, ਜਦੋਂ ਕਿ ਮਧੋਲੀਆਂ ਜ਼ਾਤਾਂ ਦੇ ਲੋਕ ਬਹੁਤੇ ਕਾਲੇ ਰੰਗ ਦੇ ਨੇ ਤੇ ਉਹਨਾਂ ਦੇ ਨਕਸ਼ ਅਫਰੀਕੀਆਂ ਤੇ ਦੱਖਣੀ ਹਿੰਦੁਸਤਾਨ ਨਾਲ ਮਿਲਦੇ ਨੇ। ਜ਼ਾਤ ਲਈ ਵਰਤੇ ਜਾਣ ਵਾਲੇ ਲਫ਼ਜ਼ ਵਰਣ ਦਾ ਮਤਲਬ ਵੀ ਰੰਗ ਦੀ ਵੰਡ ਹੈ। ਪੰਜਾਬ ਵਿੱਚ ਉਤਲੇ ਤੇ ਥੱਲੜਿਆਂ ਦੇ ਰੰਗ ਤੇ ਨਕਸ਼ਾਂ ਦੇ ਫਰਕ ਦੀ ਕੋਈ ਵਜ੍ਹਾ ਹੋਣੀ ਜ਼ਰੂਰੀ ਹੈ। ਇਸ ਨੂੰ ਸਮਝਣ ਲਈ ਇਹ ਮਫਰੂਜ਼ਾ ਜਾਂ ਪਰਿਕਲਪਨਾ ਬਣਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਭੈੜੇ ਮੌਸਮਾਂ ਕਰਕੇ ਹੜੱਪਾ ਵਸੇਬ ਦੇ ਸ਼ਹਿਰਾਂ ਦੀ ਹਾਲਤ ਮਾੜੀ ਹੋ ਗਈ ਹੋਵੇਗੀ, ਪਰ ਬਾਹਰੋਂ ਆਉਣ ਵਾਲਿਆਂ ਉਹਨਾਂ ਦੀ ਰਹਿੰਦ ਖੂੰਹਦ ਨੂੰ ਹੌਲੀ-ਹੌਲੀ ਹਮਲਿਆਂ ਨਾਲ ਮੁਕਾਇਆ ਤੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੋਵੇਗਾ। ਮਾੜੇ ਮੌਸਮਾਂ ਕਰਕੇ ਬਹੁਤ ਸਾਰੇ ਲੋਕ ਪਹਿਲਾਂ ਹੀ ਦੱਖਣ ਵੱਲ ਜਾਣਾ ਸ਼ੁਰੂ ਹੋ ਗਏ ਹੋਣਗੇ, ਪਰ ਇੱਥੇ ਰਹਿ ਜਾਵਣ ਵਾਲੇ ਹੜੱਪੀਆਂ ਨੂੰ ਆਰੀਆਵਾਂ ਨੇ ਹਰਾ ਕੇ ਥੱਲੇ ਲਾ ਲਿਆ ਹੋਵੇਗਾ। ਇਸ ਪਿਛੋਕੜ ਵਿੱਚ ਰਿਗਵੇਦ ਵਿੱਚ ਹੋਵਣ ਵਾਲੀਆਂ ਲੜਾਈਆਂ ਤੇ ਬਰਬਾਦੀਆਂ ਨੂੰ ਸਿਰਫ ਕਬਾਇਲੀ ਲੜਾਈਆਂ ਮੰਨਣਾ ਕੁਝ ਔਖਾ ਲੱਗਦਾ ਹੈ। ਇਹ ਤਾਂ ਹੋ ਸਕਦਾ ਹੈ ਜੇ ਇਹਨਾਂ ਲੜਾਈਆਂ ਵਿੱਚ ਕੁਝ ਹਿੱਸੇ ਆਰੀਆਵਾਂ ਦੇ ਆਪਸੀ ਜੰਗਾਂ ਦੇ ਹੋਵਣ, ਪਰ ਕਈ ਹੋਰ ਪੱਖਾਂ ਤੋਂ ਲੱਗਦਾ ਹੈ ਕਿ ਇਹ ਲੜਾਈਆਂ ਦੋ ਨਸਲਾਂ, ਬਾਹਰੋਂ ਆਉਣ ਵਾਲਿਆਂ ਤੇ ਮੁਕਾਮੀ ਹੜੱਪੀਆਂ ਵਿਚਕਾਰ ਹੋ ਰਹੀਆਂ ਸਨ। ਇਹ ਕਿਹਾ ਜਾਂਦਾ ਹੈ ਕਿ ਪਹਿਲਾਂ ਆਉਣ ਵਾਲੇ ਆਰੀਆਵਾਂ ਵਿੱਚ ਅਸੁਰ ਬੜੇ ਉੱਚੇ ਤੇ ਲੋਹੇ ਦੀ ਜਾਣਕਾਰੀ ਰੱਖਣ ਵਾਲੇ ਸਨ, ਪਰ ਬਾਅਦ ਵਿੱਚ ਆਉਣ ਵਾਲੇ ਆਰੀਆ ਉਹਨਾਂ ਨੂੰ ਹਿਕਾਰਤ ਨਾਲ ਵੇਖਦੇ ਸਨ ਤੇ ਆਰੀਆ ਸ਼ਾਇਰ ਹਮਦਾਂ ਵਿੱਚ ਉਹਨਾਂ ਤੇ ਦਾਸੇਵਾਂ ਨੂੰ ਮੁਕਾਉਣ ਦਾ ਕਹਿੰਦੇ ਸਨ। ਪਰ ਆਰੀਆਵਾਂ ਤੇ ਮੁਕਾਮੀ ਵਸਨੀਕਾਂ ਦੀ ਰਹਿਣੀ ਬਹਿਣੀ ਤੇ ਵਿਚਾਰ ਢੰਗ ਬਹੁਤੇ ਹੀ ਅੱਡਰੇ ਸਨ। ਰਿਗਵੇਦ ਵਿੱਚ ਮੁਕਾਮੀ ਲੋਕਾਂ ਦਾ ਦੇਵਤਾ ਵਰਤਰਾ ਆਰੀਆਵਾਂ ਦੇ ਇੰਦਰ ਦਾ ਉਲਟ ਹੈ ਤੇ ਡੱਕੇ ਜਾਂ ਰੋਕ ਦੀ ਜਾਂ ਰੈਜ਼ਿਸਟੈਂਸ ਦੀ ਸੈਨਤ ਹੈ। ਇਤਿਹਾਸਕਾਰ ਸਿਆਣਾ ਵੀ ਵਰਤਰਾ ਦੇ ਲਫ਼ਜ਼ ਦਾ ਮਤਲਬ ਦੁਸ਼ਮਣ ਤੇ ਲੋਕਾਂ ਦਾ ਜਥਾ ਸਮਝਦਾ ਹੈ। ਰਿਗਵੇਦ ਵਿੱਚ ਵਰਤਰਾ ਦਾਸਾਂ ਮਤਲਬ ਗੁਲਾਮਾਂ ਦੇ ਨਾਲ-ਨਾਲ ਆਉਂਦਾ ਹੈ। ਇੱਥੇ ਵਰਤਰਾ ਦਾ ਮਤਲਬ ਫੀਨੇ ਜਾਂ ਟੁੱਟੇ ਹੋਏ ਨੱਕ ਵਾਲੇ ਦਾਸਵ ਪੰਜਾਬੀ ਲੋਕ ਨੇ। ਰਿਗਵੇਦ ਵਿੱਚ ਕਈ ਥਾਵਾਂ ਤੇ ਦਾਸੇਵ ਫੀਨੇ ਨੱਕ ਦੇ ਕਾਲੇ ਲੋਕ ਨੇ, ਜਿਹੜੇ ਉਜਵਿਤ ਨਸਲ ਜਾਂ ਲਿੰਗ ਨੂੰ ਪੂਜਣ ਵਾਲੇ ਮਜ਼ਹਬ ਤੇ ਰੀਤ ਰਿਵਾਜ ਵਾਲੇ ਸਨ ਤੇ ਬਾਅਦ ਵਿੱਚ ਆਰੀਆਵਾਂ ਉਹਨਾਂ ਨੂੰ ਇਸ ਤੋਂ ਵਾਂਝੇ ਕਰ ਦਿੱਤਾ। ਉਹਨਾਂ ਦੇ ਜਾਦੂ ਟੂਣੇ ਦੀ ਤਰ੍ਹਾਂ ਉਹਨਾਂ ਦੀ ਜ਼ੁਬਾਨ ਵੀ ਵੱਖਰੀ ਹੈ। ਇੱਥੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜੀਨੀਆਤੀ ਸਾਇੰਸ ਤੇ ਹੋਰ ਕਾਢਾਂ ਨਾਲ ਇੱਕ ਗੱਲ ਠੋਕਵੇਂ ਢੰਗ ਨਾਲ ਸਾਬਤ ਹੋ ਗਈ ਹੈ ਕਿ ਸਭ ਇਨਸਾਨਾਂ ਦਾ ਮੁੱਢ ਇੱਕ ਹੀ ਸੀ ਤੇ ਉਹ ਸਾਰੇ ਅਫਰੀਕਾ ਤੋਂ ਹੀ ਨਿਕਲ ਕੇ ਇੱਧਰ-ਉੱਧਰ ਫੈਲ ਰਹੇ। ਇਸ ਹਕੀਕਤ ਨੂੰ ਮੰਨਣ ਦਾ ਮਤਲਬ ਹੈ ਕਿ ਬਾਅਦ ਵਿੱਚ ਜਿਵੇਂ-ਜਿਵੇਂ ਵੱਖ-ਵੱਖ ਇਲਾਕਿਆਂ ਵਿੱਚ ਇਨਸਾਨਾਂ ਨੇ ਸਮਾਜ ਉਸਾਰੇ, ਉਹਨਾਂ ਦਾ ਤੱਤ ਕੱਢ ਕੇ ਅਜਿਹੇ ਸਾਇੰਸੀ ਅਸੂਲ ਲੱਭੇ ਜਾ ਸਕਦੇ ਨੇ ਜਿਹੜੇ ਸਾਰਿਆਂ ਤੇ ਲਾਗੂ ਹੋ ਸਕਦੇ ਨੇ। ਚਾਰਲਸ ਡਾਰਵਿਨ 1809 ਤੋਂ 1882, ਲੂਇਸ ਮੌਰਗਨ 1818 ਤੋਂ 1881 ਤੇ ਕਾਰਲ ਮਾਰਕਸ 1818 ਤੋਂ 1883 ਨੇ ਇਹੋ ਕੁਝ ਸਾਬਤ ਕੀਤਾ। ਅੱਗੇ ਜਾ ਕੇ ਅਸੀਂ ਵੇਖਾਂਗੇ ਕਿ ਸਦੀਆਂ ਪਹਿਲਾਂ ਕਦੀਮ ਵੇਲਿਆਂ ਵਿੱਚ ਪੰਜਾਬ ਵਿੱਚ ਤੰਤਰਵਾਦ ਦੀ ਇਹੋ ਵਿਚਾਰਧਾਰਾ ਸੀ ਤੇ ਹਰ ਥਾਂ ਦੇ ਵਿਦਵਾਨ ਲੋਕ ਇਨਸਾਨ ਦਾ ਮੁੱਢ ਇੱਕ ਹੀ ਮੰਨਦੇ ਆਏ ਨੇ। ਇਸ ਲਈ ਅਸਾਂ ਪੰਜਾਬ ਦੇ ਇਤਿਹਾਸ ਤੇ ਗੌਰ ਕਰਦਿਆਂ ਇਹ ਸਾਬਤ ਨਹੀਂ ਕਰਨਾ ਕਿ ਇਹ ਇੱਕ ਅਲੋਕਾਰ ਕੌਮ ਜਾਂ ਇਲਾਕਾ ਸੀ। ਇਸ ਦੇ ਉਲਟ ਅਸੀਂ ਜੱਗ ਮੰਨੇ ਅਸੂਲਾਂ ਰਾਹੀਂ ਇੱਥੋਂ ਦੇ ਇਤਿਹਾਸ ਦੇ ਮੁਖਤਲਿਫ ਪੱਖਾਂ ਨੂੰ ਵੇਖਾਂਗੇ ਤੇ ਨਿਖੇੜ ਕਰਾਂਗੇ ਕਿ ਇਹ ਇਲਾਕਾ ਕਿਹੜੀ-ਕਿਹੜੀ ਮੰਜ਼ਿਲ ਤੇ ਕਦੋਂ-ਕਦੋਂ ਲੰਘਿਆ। ਖੁਦਾਈਆਂ ਨਾਲ ਇਹ ਸਾਬਤ ਹੋਇਆ ਹੈ ਕਿ ਕੁਝ ਸ਼ੈਵਾਂ ਹੜੱਪੇ ਸਮਾਜ ਵਿੱਚ ਸਨ ਤੇ ਕੁਝ ਨਹੀਂ ਸਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਨੂੰ ਸਾਇੰਸ ਸਮਾਜੀ ਅਸੂਲਾਂ ਰਾਹੀਂ ਵੇਖ ਨਹੀਂ ਸਕਦੇ। ਹੜੱਪਾ ਵਸੇਬ ਦੇ ਸ਼ਹਿਰ। ਰੀਟਾ ਗਰੇਵਾਲ ਹੋਰਾਂ ਇਤਿਹਾਸ ਦੀਆਂ ਵੱਖ-ਵੱਖ ਮੰਜ਼ਿਲਾਂ ਤੇ ਪੰਜਾਬ ਦੇ ਸ਼ਹਿਰਾਂ ਦੀ ਦੱਸ ਪਾਈ ਏ ਤੇ ਉਹ ਹੜੱਪਾ ਵਸੋਂ ਬਾਰੇ ਕਹਿੰਦੇ ਨੇ, ਪੰਜਾਬ, ਗੁਜਰਾਤ, ਰਾਜਸਥਾਨ, ਸਿੰਧ, ਹਰਿਆਣਾ ਤੇ ਮਗਰਬੀ ਉੱਤਰ ਪ੍ਰਦੇਸ਼ ਵਿੱਚ 30 ਸ਼ਹਿਰੀ ਇਲਾਕੇ ਸਨ। ਸਭ ਤੋਂ ਵੱਡਾ ਸ਼ਹਿਰ ਲਖਮੀਰਵਾਲਾ 225 ਹੈਕਟੇਅਰ, ਹੜੱਪਾ ਤੇ ਧਾਲਰਵਾਨ 150 ਹੈਕਟੇਅਰ, ਗੁਰਨੀ ਕਲਾਂ 144 ਹੈਕਟੇਅਰ, ਹਿਸਾਰਨਪੁਰ ਤੇ ਬਗਲਿਆਂ ਦੀਆਂ ਥੇਹਾਂ 100 ਹੈਕਟੇਅਰ। 1 ਹੈਕਟੇਅਰ 2.471 ਏਕੜਾਂ ਬਰਾਬਰ ਹੁੰਦੀ ਹੈ। ਹੜੱਪਾ ਵਸੋਂ ਦੇ ਸ਼ਹਿਰਾਂ ਬਾਰੇ ਉਹ ਦੱਸਦੇ ਨੇ, ਹੜੱਪਾ ਵਸੋਂ ਦੇ ਜ਼ਮਾਨੇ ਵਿੱਚ ਨਿਸਬਤਨ ਬਹੁਤੇ ਸ਼ਹਿਰ ਪੰਜਾਬ ਵਿੱਚ ਸਨ। ਇਹ ਕਿਹਾ ਗਿਆ ਹੈ ਕਿ ਇਹ ਸ਼ਹਿਰ ਚੋਲਸਤਾਨ, ਜੋ ਪੰਜਾਬ ਦਾ ਬਹਾਵਲਪੁਰ ਤੋਂ ਅੱਗੇ ਦਾ ਸਿੰਧ ਨਾਲ ਲੱਗਦਾ ਇਲਾਕਾ ਏ,
ਮੋਹਨਜਾਦੜੋ ਤੋਂ ਸ਼ੁਰੂ ਹੋ ਕੇ ਸ਼ਮਾਲ ਭਾਵ ਉੱਤਰ ਤੇ ਸ਼ਮਾਲ ਮਸ਼ਰਕੀ ਭਾਵ ਉੱਤਰ ਪੂਰਬ ਵੱਲ ਫੈਲ ਰਹੇ। ਇਹ ਸ਼ਹਿਰ ਜ਼ਰਈ ਪੱਧਰ ਤੇ ਅੱਗੇ ਵਧੇ ਇਲਾਕਿਆਂ ਵਿੱਚੋਂ ਸਨ, ਕਿਉਂਕਿ ਇਹਨਾਂ ਦੀ ਹੋਂਦ ਇਸੇ ਗੱਲ ਤੇ ਸੀ। ਪੰਜਾਬ ਦੇ ਦੁਆਬਿਆਂ ਵਿੱਚ ਸ਼ਹਿਰ ਨਹੀਂ ਸਨ ਤੇ 3 ਏਕੜਾਂ ਦੇ ਪਿੰਡ ਦਿਸਦੇ ਸਨ। ਕੁਝ ਸ਼ਹਿਰਾਂ ਦੇ ਨਾਂ ਇਉਂ ਨੇ: ਅਗਰੋਹਾ, ਅਜਾਰਮ, ਬਾਗੜੀਆਂ ਦਾ ਥੇ, ਬਾਣਾਵਾਲੀ, ਭਗਵਾਨਪੁਰਾ, ਪਰਵਾਨੇ ਸਿਆਲ, ਦਦੇਰੀ, ਧਲੇਵਾਂ, ਗੁਰਨੀ ਕਲਾਂ, ਹੜੱਪਾ, ਹਸਨਪੁਰ, ਕਾਲੀ ਬੰਗਾ, ਕਾਟ ਪਲੋਣ, ਕੋਟਲਾ ਨਿਹੰਗ ਖਾਨ, ਲਖਮੀਰਵਾਲਾ, ਮਿਟਾਥਲ, ਮੋਹਿੰਜੋਦੜੋ, ਮੋਹਰਾਣਾ, ਨਗਰ, ਰਾਖੀਗੜ੍ਹੀ, ਰੰਗ ਮਹਿਲ, ਸੁਗ, ਰੋਪੜ, ਸੰਘੋਲ, ਸੁਨੇਤ, ਥਾਨੇਸ਼ਵਰ ਤੇ ਵੈਣੀਵਾਲ। ਇਹ ਸੀ ਡਾਕਟਰ ਮਨਜ਼ੂਰ ਏਜਾਜ਼ ਦੀ ਕਿਤਾਬ ਪੰਜਾਬ ਦਾ ਲੋਕ ਇਤਿਹਾਸ ਦਾ ਅਧਿਆਇ ਦੂਜਾ, ਪੁਰਾਣੇ ਪੰਜਾਬ ਦਾ ਇਤਿਹਾਸ, ਹੜੱਪਾ ਵਸੇਬ। ਤੁਸੀਂ ਇਸ ਚੈਨਲ ਤੇ ਸੁਣਦੇ ਹੋ ਚੁਣਿੰਦਾ ਕਹਾਣੀਆਂ, ਕਵਿਤਾਵਾਂ, ਨਾਵਲ, ਲੇਖ ਤੇ ਕਿਤਾਬਾਂ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਵੀ ਕਰਨਾ ਤੇ ਇਸ ਚੈਨਲ ਨੂੰ ਸਪੋਰਟ ਕਰਨ ਲਈ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ।